मैं कांग्रेस ਨੂੰ ਹੱਦੋਂ ਵੱਧ ਨਫ਼ਰਤ ਕਰਦਾ। ਪਰਿਵਾਰ ਦਾ ਸਿਆਸਤ ਦੇ ਵਿੱਚ ਆਉਣਾ ਤੁਹਾਨੂੰ ਕੀ ਲੱਗਦਾ ਨੁਕਸਾਨ ਹੁੰਦਾ ਇਹਦਾ ਜਾਂ ਇਹਦਾ ਫਾਇਦਾ ਹੁੰਦਾ? ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ, ਖਾਸ ਕਰਕੇ ਸਾਡੇ ਐਨਆਰਆਈ ਵੀਰ, ਉਹਨਾਂ ਦੇ ਹਾਲਾਤ ਜਿਹੜੇ ਆ ਨਾ ਉਹ ਤਾਂ ਐ ਜਿਵੇਂ ਉੱਡਦੀਆਂ ਫੜ ਲਈਏ, ਉੱਡਦੀਆਂ ਨਹੀਂ ਫੜੀਆਂ ਜਾਂਦੀਆਂ। ਸਿਮਰਜੀਤ ਬੈਂਸ ਜਿਹੜਾ ਐ ਉਂਗਲੀ ਕਰਕੇ ਗੱਲ ਕਰਦਾ ਮੈਂ ਇਨਕਲਾਬ ਲਿਆ ਜਾਂਦਾ ਇਨਕਲਾਬ, ਹੁਣ ਕੰਧਾਂ ਮਾਰ ਮਾਰ ਕੇ ਬੀਬੀਆਂ ਨੂੰ ਰੋਕਦਾ ਕਿ ਤੂੰ ਨਾ ਜੀ ਕਿਤੇ, ਤੂੰ ਰੁਕ ਜਾ, ਮੈਂ ਇੱਕ ਨੂੰ ਪਹਿਲੀ ਨੂੰ ਸਾਂਭ ਲਾਂ। ਬਲਟੋਹਾ ਸਾਹਿਬ ਇਹ ਹੁੰਦਾ ਵੀ ਜਦੋਂ ਕੋਈ ਧਰਨੇ ਤੇ ਬੈਠੇ ਹੋਣ ਉਹ ਕਹਿੰਦੇ ਵੀ ਇਹ ਤਾਂ ਹੁਕਮ ਹੀ ਹੁੰਦਾ ਇਹਨਾਂ ਨੂੰ ਵੀ ਜੇ ਅਕਾਲੀ ਆ ਤੇ ਉਹਨਾਂ ਦੇ ਕਹਿਣ ਤੇ ਸਾਨੂੰ ਕੁੱਟਣੇ ਪੈਣੇ ਆ, ਜੇ ਕਾਂਗਰਸੀ ਤੇ ਉਹਨਾਂ ਦੇ ਕਹਿਣ ਤੇ ਕੁੱਟਣੇ ਪੈਣੇ ਆ। ਸਰਕਾਰ ਨੇ ਹੁਕਮ ਕੀ ਕੀਤਾ, ਮੁੱਖ ਮੰਤਰੀ ਨੇ, ਕਿ ਇਹ ਬਹੁਤ ਖਤਰਨਾਕ ਵਿਅਕਤੀ ਹੈ, ਇਹਦੇ ਤੋਂ ਦੇਸ਼ ਨੂੰ ਖਤਰਾ ਆ, ਇਹਦੇ ਤੋਂ ਦਿੱਲੀ ਨੂੰ ਬਹੁਤ ਖਤਰਾ ਆ, ਇਹਨੂੰ ਜੇਲ੍ਹ ਚੋਂ ਰਿਹਾ ਨਹੀਂ ਕੀਤਾ ਜਾ ਸਕਦਾ। ਕੇਜਰੀਵਾਲ ਅੱਜ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਤੇ ਹੁਕਮ ਜਾਰੀ ਕਰਦੇ, ਮੈਂ ਵੀ ਵੋਟ ਪਾ ਦੂੰ। ਚੰਨੀ ਸਾਹਿਬ ਤੇ ਸਿੱਧੂ ਕਹਿੰਦੇ ਕਿ ਚੰਨੀ ਸਾਹਿਬ ਨੇ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ 4.5 ਜਿਹੜੇ ਸਾਲਾਂ ਦਾ ਕੰਮ ਕਰਕੇ ਦਿਖਾ ਦਿੱਤਾ। ਦੁਨੀਆ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਤੇ ਸਾਡੇ ਨਵਜੋਤ ਸਿੰਘ ਸਿੱਧੂ ਕਹਿੰਦੇ ਨਾ ਉਹ ਸਰਦਾਰ ਹੈ ਤੇ ਨਾ ਅਸਰਦਾਰ ਹੈ। ਭਗਵੰਤ ਮਾਨ ਨੂੰ ਸੀਐਮ ਫੇਸ ਐਲਾਨਿਆ ਜਾਂਦਾ, ਲੋਕਾਂ ਦੀ ਹਵਾ ਜਿਹੜੀ ਫਿਰ ਇਸ ਵਾਰ ਕਹਿ ਰਹੀ ਹੈ ਕਿ ਉਧਰ ਨੂੰ। ਜੇ ਤੂੰ ਡੱਫਣੀ ਹੈ ਤੇ ਨਹੀਂ ਤੂੰ ਹਟ ਸਕਦਾ, ਨਹੀਂ ਰਹਿ ਸਕਦਾ, ਤੇ ਘੱਟੋ ਘੱਟ ਮਾਂ ਦੀ ਸਹੁੰ ਤੇ ਨਾ ਖਾ। ਹੁਣ ਗੱਲ ਕੀ ਹੈ ਕਿ ਨਸ਼ਾ ਤੇ ਅਮਰੀਕਾ 'ਚ ਬੜਾ ਹੈਗਾ ਨਾ, ਕੈਨੇਡਾ 'ਚ ਬੜਾ, ਤੇ ਨਸ਼ਾ ਗੋਆ 'ਚ, ਦਿੱਲੀ 'ਚ, ਪੂਰੇ ਹਿੰਦੁਸਤਾਨ 'ਚ ਕੋਈ ਕਸਰ ਕੋਈ ਨਹੀਂ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਚੋਣ ਦੰਗਲ ਦੇ ਵਿੱਚ ਮਾਝੇ ਦੀ ਸਿਆਸਤ ਦੇ ਉੱਤੇ ਵੱਡੀ ਪੱਧਰ ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਇਹਦੇ ਵਿੱਚ ਵੀ ਬਹੁਤ ਸਾਰੀਆਂ ਦਿਲਚਸਪੀਆਂ ਜੁੜੀਆਂ ਹੋਈਆਂ ਨੇ। ਆਮ ਆਦਮੀ ਪਾਰਟੀ ਦੀ ਹਵਾ ਦਾ ਜ਼ਿਕਰ ਜਦੋਂ ਹੁੰਦਾ ਹੈ ਤੇ ਬਹੁਤੇ ਲੋਕ ਇਹ ਕਹਿ ਦਿੰਦੇ ਆ ਕਿ ਇੱਧਰ ਵੀ ਹਵਾ ਬਣੀ ਹੋਈ ਹੈ, ਪਰ ਬਹੁਤਿਆਂ ਦਾ ਇਹ ਕਹਿਣਾ ਹੈ ਕਿ ਮੁਕਾਬਲਾ ਸਿਰਫ ਤੇ ਸਿਰਫ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਕਹਿਣਾ ਹੈ ਕਿ ਕਾਂਗਰਸ ਖਤਮ ਹੋ ਚੁੱਕੀ ਆ ਕਿਉਂਕਿ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਉਸ ਤਰੀਕੇ ਨਾਲ ਦਿਖਾਈ ਨਹੀਂ ਜਿਵੇਂ ਦਿਖਾਉਣੀ ਚਾਹੀਦੀ ਸੀ। ਸੋ ਇਹ ਸਾਰੇ ਦੇ ਸਾਰੇ ਦਾਅਵੇ ਵਾਅਦੇ ਹਮੇਸ਼ਾ ਹੁੰਦੇ ਆ ਚੋਣਾਂ ਤੋਂ ਪਹਿਲਾਂ, ਤੇ ਅਸਲੀਅਤ ਜਿਹੜੀ ਆ ਚੋਣਾਂ ਤੋਂ ਬਾਅਦ ਸਾਹਮਣੇ ਆ ਜਾਂਦੀ ਹੈ ਕਿ ਲੋਕਾਂ ਨੇ ਕਿਹਨਾਂ ਨੂੰ ਫਤਵਾ ਸੁਣਾਇਆ ਔਰ ਕਿਹਨਾਂ ਦੇ ਪੱਖ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਸਿਆਸਤ ਦੇ ਵਿੱਚ ਮੋਹਰੀ ਰੂਪ ਦੇ ਵਿੱਚ ਬਿਠਾਇਆ। ਸੋ ਇਹਦੇ ਵਿੱਚ ਕੁਝ ਵੱਡੇ ਨਾਮ ਨੇ ਜਿਹੜੇ ਸੱਤਾ ਦੇ ਵਿੱਚ ਲੰਬਾ ਸਮਾਂ ਕਾਬਜ਼ ਰਹੇ ਨੇ ਤੇ ਉਸ ਤੋਂ ਬਾਅਦ ਕਾਂਗਰਸ ਜਿਹੜੀ ਆ ਉਹਨਾਂ ਦੀ ਸੀਟ ਦੇ ਉੱਤੇ ਹਾਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਤੋਂ ਹੁਣ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ, ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਫਿਰ ਤੋਂ ਉਹ ਲੋਕ ਦਾਅਵਾ ਕਰ ਰਹੇ ਨੇ ਕਿ ਅਸੀਂ ਇਸ ਵਾਰ ਆਪਣੀ ਸਰਕਾਰ ਬਣਾਵਾਂਗੇ। ਤੇ ਉਹਨਾਂ ਦੇ ਵਿੱਚ ਮਾਝੇ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਹੈ ਬਲਟੋਹਾ ਸਾਹਿਬ ਦਾ। ਖੇਮਕਰਨ ਜਿਹੜਾ ਖੇਤਰ ਆ ਉੱਥੋਂ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੁਬਾਰਾ ਤੋਂ ਜਿਹੜੀ ਆ ਟਿਕਟ ਦਿੱਤੀ ਗਈ ਆ। ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨਾ ਆਧਾਰਾਂ ਦੇ ਉੱਤੇ ਇਸ ਵਾਰ ਚੋਣ ਲੜੀ ਜਾਊਗੀ, ਕਿਉਂਕਿ ਮਾਝੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਆ ਕਿ ਪ੍ਰੋਬਲਮ ਆ ਉਹ ਨਸ਼ਾ ਹੈ। ਤੇ ਇਸ ਵਾਰ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਸੜਕਾਂ ਭਾਵੇਂ ਬਾਅਦ ਚ ਬਣਾ ਦਿਓ, ਗਲੀਆਂ ਨਾਲੀਆਂ ਭਾਵੇਂ ਬਾਅਦ ਚ ਬਣਾ ਦਿਓ, ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸਾਡੇ ਹੱਥਾਂ ਦੇ ਵਿੱਚ ਆ ਰਹੀਆਂ ਨੇ ਘੱਟੋ ਘੱਟ ਇਹ ਜ਼ਰੂਰ ਖਤਮ ਹੋਣ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਹੈ, ਬਲਟੋਹਾ ਸਾਹਿਬ ਦਾ ਕੀ ਸਟੈਂਡ, ਉਹਨਾਂ ਤੋਂ ਜਾਣਦੇ ਆ। ਕਰਦੇ ਆ ਪਹਿਲਾਂ ਸਵਾਗਤ। ਸਤਿ ਸ਼੍ਰੀ ਅਕਾਲ ਬਲਟੋਹਾ ਸਾਹਿਬ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਟੋਹਾ ਸਾਹਿਬ, ਸਭ ਤੋਂ ਪਹਿਲਾਂ ਤਾਂ ਟਿਕਟ ਤੇ ਆ ਜਾਂਦੇ ਆ, ਤੁਹਾਨੂੰ ਮੁਬਾਰਕਾਂ ਦੇ ਨਾਲ ਨਾਲ ਇਹ ਵੀ ਪੁੱਛਣਾ ਚਾਹੁੰਦੀ ਆ ਕਿ ਖਦਸ਼ਾ ਸੀ ਟਿਕਟ ਮਿਲੂ ਕਿ ਨਹੀਂ ਮਿਲੂ, ਬੀਬਾ ਜੀ ਨਾਲ ਸਹਿਮਤੀ ਬਣੀ ਜਾਂ ਕਿਸ ਤਰੀਕੇ ਦੇ ਨਾਲ ਇਹ ਫਾਈਨਲ ਜਿਹੜੀ ਟਿਕਟ ਤੁਹਾਨੂੰ ਮਿਲ ਗਈ? ਦੇਖੋ, ਮੈਨੂੰ ਤਾਂ ਕੋਈ ਖਦਸ਼ਾ ਨਹੀਂ ਸੀ ਜੀ। ਔਰ ਦੂਸਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ। ਸ਼੍ਰੋਮਣੀ ਅਕਾਲੀ ਦਲ ਸਾਡੇ ਵੱਡ ਵਡੇਰਿਆਂ ਨੇ ਕੌਮ ਦੀ ਬਿਹਤਰੀ ਵਾਸਤੇ, ਪੰਥ ਦੀ ਬਿਹਤਰੀ ਵਾਸਤੇ ਖੜਾ ਕੀਤਾ ਹੈ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਵੇਲੇ ਅਗਵਾਈ ਸਭ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ 'ਚ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ 'ਚ ਹੈ। ਔਰ ਉਹਨਾਂ ਵਰਗੇ ਸੂਝਵਾਨ ਆਗੂ ਜਿਹੜੀ ਸਾਡੇ ਅਗਵਾਈ ਕਰ ਰਹੇ ਨੇ। ਔਰ ਟਿਕਟ ਪਹਿਲਾਂ ਤੇ ਡਿਸਾਈਡ ਸੀਗੀ ਕਿ ਇੱਥੋਂ ਵਿਰਸਾ ਸਿੰਘ ਬਲਟੋਹਾ ਹੀ ਲੜੂ, ਕਿਉਂਕਿ ਲੋਕਾਂ ਦੇ ਵਿੱਚ ਵਿਚਰੀਦਾ ਆ, ਪਾਰਟੀ ਵਾਸਤੇ ਖੜੀਦਾ ਹੈ, ਪਾਰਟੀ ਵਾਸਤੇ ਲੜੀਦਾ ਹੈ। ਤੇ ਦੂਸਰੇ ਪਾਸੇ
ਦਾਅਵੇ ਕਰਨ ਤੋਂ ਕਿਸੇ ਨੂੰ ਕੋਈ ਰੋਕ ਨਹੀਂ ਸਕਦਾ, ਜਮ ਕੇ ਕਰੇ। ਤੇ ਪਾਰਟੀ ਨੇ ਸਭ ਤੋਂ ਪਹਿਲੀ ਟਿਕਟ ਪੰਜਾਬ 'ਚ ਮਾਰਚ 2021 ਦੇ ਵਿੱਚ ਜੇ ਐਲਾਨ ਕੀਤੀ ਸੀ ਤਾਂ ਵਿਰਸਾ ਸਿੰਘ ਵਲਟੋਹਾ ਦੀ ਕੀਤੀ ਸੀ, ਸਭ ਤੋਂ ਪਹਿਲੀ। ਵਲਟੋਹਾ ਸਾਹਿਬ, ਤੁਹਾਡੇ ਬੇਟੇ ਦਾ ਬਹੁਤ ਕਹਿ ਸਕਦੇ ਹਾਂ ਕਿ ਬਰਾਬਰੀ ਦੇ ਉੱਤੇ ਤੁਹਾਡੇ ਨਾਲ ਉਹ ਵਿਚਰਦੇ ਆ, ਗੱਲਬਾਤ ਕਰਦੇ ਆ, ਤੇ ਕੁਝ ਦਿਨ ਪਹਿਲਾਂ ਹੀ ਔਨ 에ਅਰ ਦੇ ਜ਼ਰੀਏ ਵੀ ਤੁਸੀਂ ਕਿਹਾ ਸੀ ਵੀ ਅਜੇ ਮੈਂ ਬੁੱਢਾ ਨਹੀਂ ਹੋਇਆ, ਮੈਂ ਆਪ ਚੋਣਾਂ ਦੇ ਵਿੱਚ ਖੜੂੰਗਾ, ਗੌਰਵ ਦਾ ਕੁਝ ਅਜੇ ਨਹੀਂ ਹੈ। ਸੋ ਉਹਨਾਂ ਦਾ ਮੈਂ ਜਾਣਨਾ ਚਾਹੁੰਦੀ ਹਾਂ ਕਿਸ ਤਰ੍ਹਾਂ ਦਾ ਸਹਿਯੋਗ ਆ ਇਸ ਵੇਲੇ, ਕਿਵੇਂ ਦੀ ਜਿਹੜੀ ਕੈਂਪੇਨ ਦੇ ਵਿੱਚ ਤੁਹਾਡੇ ਨਾਲ ਭਾਗੀਦਾਰੀ ਕਰ ਰਹੇ ਹੋ? ਦੇਖੋ, ਕੋਈ ਇਹੋ ਜਿਹਾ ਅਭਾਗਾ ਮਾਂ-ਬਾਪ ਹੋਊਗਾ ਜੇ ਉਹਦਾ ਬੱਚਾ ਕੋਈ ਅੱਗੇ ਵੱਧਦਾ ਆ, ਤਰੱਕੀ ਕਰਦਾ ਆ, ਤੇ ਲੋਕ ਉਹਦੀ ਉਸਤਤ ਕਰਦੇ ਨੇ, ਲੋਕ ਉਹਦੀ ਪ੍ਰੇਜ਼ ਕਰਦੇ ਨੇ, ਤੇ ਉਹਦੇ ਬਾਵਜੂਦ ਵੀ ਆਪਣੇ ਆਪ ਨੂੰ ਅੱਗੇ ਰੱਖ ਕੇ ਚੱਲੇ ਤੇ ਬੱਚੇ ਨੂੰ ਪਿੱਛੇ ਰੱਖੇ ਤਾਂ ਬਦਕਿਸਮਤ ਬਾਪ ਹੋ ਸਕਦਾ ਹੈ। ਪਰ ਮੈਨੂੰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਕਿ ਗੌਰਵਦੀਪ ਸਿੰਘ ਵਰਗਾ ਮੈਨੂੰ ਬੇਟਾ ਦਿੱਤਾ ਹੈ। ਉਹਨੂੰ ਇਹੋ ਜਿਹੇ ਸੰਸਕਾਰ ਮਿਲੇ ਨੇ ਕੁਦਰਤ ਵੱਲੋਂ ਹੀ ਕਿ ਅੱਜ ਲੋਕਾਂ ਦੇ ਵਿੱਚ ਉਹਦੀ ਹਰਮਨ ਪਿਆਰਤਾ, ਉਹਦਾ ਸਲੀਕਾ, ਲੋਕਾਂ ਦੇ ਵਿੱਚ ਵਿਚਰਨ ਦਾ ਤਰੀਕਾ, ਲੋਕ ਉਹਦੀਆਂ ਸਿਫਤਾਂ ਕਰਦੇ ਨੇ। ਔਰ ਇਹ ਨਹੀਂ ਕਿ ਜੋ ਇਲੈਕਸ਼ਨ ਲੜਦਾ ਤੇ ਹੋ ਸਕਦਾ ਵਿਰਸਾ ਸਿੰਘ ਵਲਟੋਹਾ ਨੂੰ ਜ਼ਿਆਦਾ ਖੁਸ਼ੀ ਹੁੰਦੀ, ਪਰ ਕਿਉਂਕਿ ਪਾਰਟੀ ਨੇ ਡਿਸਾਈਡ ਕੀਤਾ ਹੈ ਤੇ ਪਾਰਟੀ ਦੇ ਫੈਸਲੇ ਅੱਗੇ ਅਸੀਂ ਉਸ ਫੈਸਲੇ ਨੂੰ ਸਵੀਕਾਰ ਕਰਦਿਆਂ ਹੋਇਆਂ ਹੀ ਮੈਂ ਇਲੈਕਸ਼ਨ ਲੜ ਰਿਹਾ। ਔਰ ਜਦੋਂ ਸਤਿਗੁਰੂ ਨੂੰ ਪਾਊਗਾ ਗੌਰਵ ਸਿੰਘ ਵੀ ਲੜੇਗਾ। ਵਲਟੋਹਾ ਸਾਹਿਬ, ਲੱਗਦਾ ਹੈ ਕਿ ਅਗਲੀ ਵਾਰੀ ਜਿਹੜੀ ਟਿਕਟ ਆ ਉਹ ਗੌਰਵਦੀਪ ਦੇ ਹਿੱਸੇ ਹੋਊਗੀ? ਦੇਖੋ, ਇਹ ਤਾਂ ਸਤਿਗੁਰੂ ਜਾਣਦੇ, ਇਹ ਤੇ ਦੇਣ ਵਾਲੇ ਨੂੰ ਨਹੀਂ ਪਤਾ ਹੁੰਦਾ, ਜਿਹੜਾ ਦੇਣਾ ਵੀ ਚਾਹਵੇ ਨਾ ਜੀ, ਇਹ ਪਤਾ ਨਹੀਂ ਹੁੰਦਾ ਕੀ ਸਰਕਮਸਟਾਂਸ ਬਣਨੇ ਆ। ਤੇ ਇਹ ਵੀ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ ਗੌਰਵਦੀਪ ਸਿੰਘ ਇਹ ਹੋਵੇ ਕਿ ਉਹਦੀ ਪੋਜੀਸ਼ਨ ਪਾਰਟੀ 'ਚ ਇਹ ਹੋਵੇ ਕਿ ਹੋਰ ਚੋਣ ਦਵਾਉਣ ਵਾਲਿਆਂ 'ਚ, ਰეკਮੈਂਡੇਸ਼ਨ ਕਰਨ ਵਾਲਿਆਂ 'ਚ, ਕਿਸੇ ਦਾ ਨਾਮ ਪ੍ਰਪੋਜ਼ ਕਰਨ ਵਾਲਿਆਂ 'ਚ ਵੀ ਆ ਸਕਦਾ ਹੈ। ਇਹ ਸਭ ਉੱਪਰ ਵਾਲੇ ਦੇ ਵੱਸ ਹੈ। ਜੇ ਅਸੀਂ ਅੰਮ੍ਰਿਤਸਰ ਏਰੀਏ ਦੇ ਵਿੱਚ ਤਸਵੀਰਾਂ ਦੇਖੀਏ ਤੇ ਇੱਕ ਹੁੰਦਾ ਸੀਗਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਹੋਰੀ, ਹੁਣ ਉਹ ਕਹਿੰਦੇ ਵੀ ਜੇ ਵਿਕਾਸ ਚਾਹੀਦਾ ਹੈ ਤੇ ਸੁਖਬੀਰ ਦੇ ਉੱਤੇ ਵਿਸ਼ਵਾਸ ਕਰੋ, ਬਾਦਲ ਸਾਹਿਬ ਦੀ ਫੋਟੋ ਨਾਲ ਲੱਗੀ ਆ। ਸੋ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਦੋਂ ਪਰਿਵਾਰਕ ਪੀੜ੍ਹੀ ਦਰ ਪੀੜ੍ਹੀ ਜਿਹੜੀ ਆ ਸਿਆਸਤ ਦੇ ਵਿੱਚ ਅੱਗੇ ਦੀ ਅੱਗੇ ਬੱਚੇ ਆਉਂਦੇ ਆ, ਪਰਿਵਾਰ ਆਉਂਦੇ ਆ। ਇਹ ਜਾਣਨਾ ਚਾਹੁੰਦੀ ਹਾਂ ਤੁਹਾਡੇ ਤਜਰਬੇ ਤੋਂ, ਪਰਿਵਾਰ ਦਾ ਸਿਆਸਤ ਦੇ ਵਿੱਚ ਆਉਣਾ, ਹਾਲਾਂਕਿ ਪਰਿਵਾਰਵਾਦ ਦੇ ਚੱਕਰ ਦੇ ਵਿੱਚ ਆਲੋਚਨਾ ਬਹੁਤ ਹੁੰਦੀ ਆ ਕਿ ਪਰਿਵਾਰਵਾਦ ਜਿਹੜਾ ਉਹ ਹਾਵੀ ਹੁੰਦਾ ਸੱਤਾ ਦੇ ਵਿੱਚ, ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ ਲੰਬਾ ਸਮਾਂ ਦੇਖਦੇ ਤਾਂ ਉਹਨਾਂ ਨੂੰ ਲੱਗਦਾ ਕਿ ਨਹੀਂ ਇਹਨਾਂ ਦੇ ਬੱਚੇ ਅੱਗੇ ਜਾਣਗੇ, ਅਸੀਂ ਭਾਵੇਂ 20 ਸਾਲ 40 ਸਾਲ ਕੰਮ ਕਰੀਏ ਸਾਡਾ ਕੁਝ ਨਹੀਂ ਬਣਨਾ। ਪਰ ਇਹ ਚੀਜ਼ਾਂ ਪਰਿਵਾਰ ਦਾ ਸਿਆਸਤ ਦੇ ਵਿੱਚ ਆਉਣਾ, ਤੁਹਾਨੂੰ ਕੀ ਲੱਗਦਾ ਨੁਕਸਾਨ ਹੁੰਦਾ ਇਹਦਾ ਜਾਂ ਇਹਦਾ ਫਾਇਦਾ ਹੁੰਦਾ? ਦੇਖੋ ਰਮਣ, ਮੈਂ ਇੱਕ ਬੇਨਤੀ ਕਰਾਂ ਜੀ। ਪਹਿਲਾਂ ਤਾਂ ਸ਼ਾਇਦ ਤੁਸੀਂ ਮੇਰਾ ਪਿਛੋਕੜ ਨਹੀਂ ਜਾਣਦੇ। ਮੇਰਾ ਨਾ ਨਾਨਕਿਆਂ 'ਚ ਨਾ ਦਾਦਕਿਆਂ 'ਚ ਕੋਈ ਪਿੰਡ ਦਾ ਪੰਚਾਇਤ ਮੈਂਬਰ ਵੀ ਨਹੀਂ ਸੀ ਬਣਿਆ, ਤੇ ਨਾ ਮੈਂ ਪੋਲਿਟਿਕਸ ਦੇ ਵਿੱਚ ਕੋਈ ਇੰਟਰਸਟ ਹੀ ਰੱਖਦਾ ਸੀ। ਅਜੇ ਕਿ ਮੇਰੇ ਸਾਥੀ ਜਿੰਨੇ ਫੈਡਰੇਸ਼ਨ ਵਾਲੇ ਸੀਗੇ ਉਹ ਲੰਬੇ ਸਮੇਂ ਤੋਂ ਚਾਹੁੰਦੇ ਸੀਗੇ ਕਿ ਸਿਆਸਤ ਦੇ ਵਿੱਚ ਅੱਗੇ ਵਧੀਏ, ਤੇ ਮੇਰੀ ਕੋਈ ਇੱਛਾ ਨਹੀਂ ਸੀ। ਤੇ ਮੈਂ ਜੇਲ੍ਹ 'ਚੋਂ ਵੀ ਜਿੰਨੇ ਮੇਰੇ ਸਾਥੀ ਸੀ ਸਾਰੇ ਰਿਹਾ ਹੋ ਗਏ, ਤੇ ਉਹਨਾਂ ਤੋਂ ਮੈਂ ਕਈ ਸਾਲਾਂ ਬਾਅਦ ਰਿਹਾ ਹੋਇਆ। ਪਰ ਸਬੱਬ ਇਸ ਤਰ੍ਹਾਂ ਦਾ ਬਣਿਆ ਕਿਉਂਕਿ ਪੰਥਕ ਸੋਚ ਸੀ, ਪਰਿਵਾਰ ਅਕਾਲੀ ਸੀ ਤੇ ਅਕਾਲੀ ਦਲ ਦੇ ਨਾਲ ਸਾਂਝ ਸੀ, ਤੇ ਉਸ ਸਾਂਝ ਕਰਕੇ ਹੀ ਸਭ ਪ੍ਰਕਾਸ਼ ਸਿੰਘ ਬਾਦਲ ਨੇ ਮੇਰੀ ਉਂਗਲੀ ਫੜੀ, ਬਾਂਹ ਫੜੀ, ਔਰ ਮੈਨੂੰ ਉਹਨਾਂ ਕਿਹਾ ਕਿ ਕਾਕਾ ਤੁਸੀਂ ਹਿੰਮਤੀ ਜੇ, ਤੁਹਾਡੇ 'ਚ ਕੌਮ ਪ੍ਰਤੀ ਦਰਦ ਹੈ, ਪੰਜਾਬ ਪ੍ਰਤੀ ਦਰਦ ਹੈ, ਤੇ ਮੈਂ ਚਾਹੁੰਦਾ ਕਿ ਤੁਸੀਂ ਅਕਾਲੀ ਦਲ 'ਚ ਕੰਮ ਕਰੋ। ਕੁਦਰਤੀ ਜਦੋਂ ਏਡਾ ਵੱਡਾ ਕੋਈ ਚਿਹਰਾ ਕਵੇ ਤੇ ਥਾਪੜਾ ਦੇਵੇ ਤੇ ਤੁਹਾਡੀ એનર્ਜੀ ਦੀ, ਤੁਹਾਡੀ ਸ਼ਕਤੀ ਦੀ ਪ੍ਰੇਜ਼ ਕਰੇ, ਤੇ ਬੰਦਾ ਦਾ ਹੌਸਲਾ ਵੀ ਵੱਧਦਾ। ਤਾਂ ਕੁਦਰਤੀ ਸਬੱਬ ਬਣਿਆ, ਬਾਦਲ ਸਾਹਿਬ ਨੇ ਮੈਨੂੰ ਆਪਦੇ ਨੇੜੇ ਲਾ ਲਿਆ ਤੇ ਅੱਜ ਇੱਥੋਂ ਤੱਕ ਪਹੁੰਚ ਗਏ। ਔਰ ਜਿੱਥੋਂ ਤੱਕ ਮੈਂ ਕਹਿੰਦਾ ਕਿ ਜਿਸ ਕਿਸੇ 'ਚ ਵੀ ਕਾਬਲੀਅਤ ਹੈ ਉਹਨੂੰ ਆਉਣਾ ਚਾਹੀਦਾ, ਕਿਸੇ ਦੇ ਅੱਗੇ ਰੋਕ ਨਹੀਂ ਹੋਣੀ ਚਾਹੀਦੀ। ਇਹ ਲਕੀਰ ਵੱਡੀ ਖਿੱਚਣੀ ਪੈਂਦੀ ਹੈ, ਲੋਕਾਂ 'ਚ ਸਾਂਝ ਬਣਾਉਣੀ ਪੈਂਦੀ ਹੈ। ਜਿਹਨੂੰ ਵੀ ਲੋਕ ਪਸੰਦ ਕਰਦੇ ਹੈ ਉਹਨੂੰ ਉਮੀਦਵਾਰ ਬਣਨ ਦਾ, ਉਹਨੂੰ ਪਾਰਟੀ 'ਚ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ। ਹੁਣ ਜੇ ਆਪਾਂ ਨਵੇਂ ਚਿਹਰਿਆਂ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ
ਇਹੀ ਦਾਅਵਾ ਕਰਦੀ ਸੀ ਨਾ ਜੀ, ਆਮ ਘਰਾਂ ਦੇ ਬੰਦੇ, ਆਮ ਘਰਾਂ ਦੇ ਲੋਕ ਜਿਹੜੇ ਨੇ ਉਹ ਅਸੀਂ ਐਮਐਲਏ ਬਣਾਵਾਂਗੇ। ਉਂਝ ਕੇਜਰੀਵਾਲ ਗਰੰਟੀਆਂ ਵੰਡਦਾ ਫਿਰਦਾ ਲੋਕਾਂ ਨੂੰ, ਤੇ 20 ਐਮਐਲਏ ਚੁਣੇ ਸੀ ਲੋਕਾਂ ਨੇ 2017 ਚ। ਪਹਿਲੀ ਵਾਰ ਉਹਨਾਂ ਨੇ ਇਲੈਕਸ਼ਨ ਲੜੀ, ਤੇ 20 ਚੋਂ ਅੱਜ ਕਿੰਨੇ ਰਹਿ ਗਏ ਨਾਲ? ਕਿਸੇ ਦਾ ਕੋਈ ਸਟੈਂਡ, ਕਿਸੇ ਦਾ ਕੋਈ ਸਿਧਾਂਤ, ਕਿਸੇ ਦੀ ਕੋਈ ਸੋਚ ਕੋਈ ਨਜ਼ਰ ਆਈ ਤਾਂ? ਇਸ ਕਰਕੇ ਜਿਹੜੇ ਲੋਕ ਥੱਲਿਓਂ ਉੱਠਦੇ ਨੇ ਨਾ, ਲੋਕਾਂ ਦੇ ਵਿੱਚੋਂ ਉੱਠਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਬੜੀ ਮਿਹਨਤ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰੀਦਾ। ਇੱਕ ਲਹਿਰ 'ਚ ਉੱਠਣ ਵਾਲੇ ਲੋਕ ਜਿਹੜੇ ਨਾ ਉਹ ਕਦੇ ਕਾਮਯਾਬ ਨਹੀਂ ਹੁੰਦੇ। ਲਹਿਰ ਤੇ ਉੱਠਣ ਵਾਲੇ ਲੋਕ ਜਿਹੜੇ ਨੇ ਉਹ ਤਰ ਤੇ ਜਾਂਦੇ ਨੇ, ਪਰ ਫਿਰ ਜਦੋਂ ਸੁਨਾਮੀ ਆਉਂਦੀ ਉਹ 'ਚ ਡੁੱਬ ਜਾਂਦੇ ਨੇ। ਤੇ ਇਸ ਕਰਕੇ ਜਿਹੜੀ ਇਹ ਸਿਆਸਤ ਹੈ, ਜੇ ਅੱਜ ਤੁਸੀਂ ਪਰਿਵਾਰਵਾਦ ਦੀ ਗੱਲ ਕਰਦੇ ਜੇ, ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਜੇ, ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਏਡਾ ਵਧੀਆ ਲੀਡਰ ਹੈ ਕਿ ਜਿੱਥੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉੱਥੇ ਉਹ ਵੱਡਿਆਂ ਦਾ ਸਤਿਕਾਰ ਕਰਦੇ ਆ, ਔਰ ਹਮ ਉਮਰਾਂ ਦੇ ਨਾਲ ਉਹਨਾਂ ਦੀ ਭਰਾਵਾਂ ਵਾਲੀ ਸਾਂਝ ਹੈ, ਛੋਟਿਆਂ ਨਾਲ ਪਿਆਰ ਕਰਦੇ ਆ। ਜਿੰਨੇ ਉਹ ਆਪਣੇ ਵਰਕਰ ਦੇ ਨਾਲ, ਆਪਣੇ ਸਮਰਥਕ ਦੇ ਨਾਲ, ਆਪਣੀ ਜਿਹੜੀ ਲੀਡਰਸ਼ਿਪ ਆ ਪਾਰਟੀ ਦੀ, ਉਹਦੇ ਨਾਲ ਮਿਕਸ ਰਹਿੰਦੇ ਆ, ਤੇ ਜਿੰਨਾ ਉਹ ਓਪਨਲੀ ਖੁੱਲ੍ਹ ਕੇ ਚੱਲਦੇ ਆ, ਇਹ ਉਹਨਾਂ 'ਚ ਬੜੀ ਵੱਡੀ ਕੁਆਲਿਟੀ ਹੈ। ਔਰ ਸਭ ਪ੍ਰਕਾਸ਼ ਸਿੰਘ ਬਾਦਲ ਵਾਲੇ ਸਾਰੇ ਗੁਣ ਜਿਹੜੇ ਜਿਨ੍ਹਾਂ ਦੀ ਅਸੀਂ ਸਾਰੇ ਸਲਾਹੁਤ ਕਰਦੇ ਹਾਂ, ਉਹਨਾਂ ਗੁਣਾਂ ਕਰਕੇ ਹੀ ਸਭ ਪ੍ਰਕਾਸ਼ ਸਿੰਘ ਬਾਦਲ 1957 ਤੋਂ ਲੈ ਕੇ ਲਗਾਤਾਰ ਇਲੈਕਸ਼ਨਾਂ ਜਿੱਤੇ ਹੈ, ਔਰ 5 ਵਾਰ ਮੁੱਖ ਮੰਤਰੀ ਬਣੇ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਵਿਜ਼ਨ ਦੇਖੋਗੇ ਨਾ ਨੇੜਿਓ, ਤੇ ਉਸ ਵਿਅਕਤੀ ਦਾ ਵਿਜ਼ਨ ਜਿਹੜਾ ਲੀਡਰਸ਼ਿਪ ਵਾਲਾ ਹੁੰਦਾ ਹੈ, ਉਹ ਤੁਹਾਨੂੰ ਨਜ਼ਰ ਆਏ। ਅੱਜ ਜਿਹੜੀ ਪੰਜਾਬ 'ਚ ਤਬਦੀਲੀ ਹੈ, ਚਾਹੇ ਉਹ ਰੋਡ ਨੈਟਵਰਕ ਹੈ, ਚਾਹੇ ਏਅਰ ਕਨੈਕਟੀਵਿਟੀ ਹੈ, ਚਾਹੇ ਸ਼ਹਿਰਾਂ ਦੀ, ਚਾਹੇ ਪਿੰਡਾਂ ਦੀ, ਚਾਹੇ ਆ ਜਿਹੜੇ ਸਾਡੇ ਕਸਬੇ ਨੇ, ਜਿਹੜੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਨੋਟੀਫਾਈਡ ਏਰੀਆ ਕਮੇਟੀਜ਼, ਇਹਨਾਂ ਦੀ ਡਿਵੈਲਪਮੈਂਟ ਵੀ ਜਿਹੜੀ ਕੀਤੀ ਹੈ, ਇਹ ਸਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ। ਔਰ ਜੇ 24 ਘੰਟੇ ਬੱਤੀ ਜਿਹੜੀ ਹੈ, ਆਪਾਂ ਜਿਹਨੂੰ ਪਾਵਰ ਸਪਲਾਈ ਕਹਿੰਦੇ ਆ, ਉਹ ਜੇ ਪੰਜਾਬ ਦੇ ਲੋਕਾਂ ਨੂੰ ਨਸੀਬ ਹੋਈ ਤਾਂ ਸਰ ਸੁਖਬੀਰ ਸਿੰਘ ਬਾਦਲ ਕਰਕੇ ਨਸੀਬ ਹੋਈ ਹੈ। ਇਹ ਉਹਨਾਂ ਦਾ ਵਿਜ਼ਨ ਹੈ, ਉਹ ਲੰਬੀ ਸੋਚ ਲੈ ਕੇ ਚੱਲਦੇ ਨੇ, ਤੇ ਇਸੇ ਕਰਕੇ ਅਸੀਂ ਉਹਨਾਂ ਦੀ ਉਸ ਸੋਚ ਨੂੰ, ਉਸ ਵਿਜ਼ਨ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਦੇ ਹਾਂ। ਇਹ ਨਹੀਂ ਕਿ ਉਹ ਸਭ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਨੇ, ਇਸ ਕਰਕੇ ਨਹੀਂ। ਵਲਟੋਆ ਸਾਹਿਬ, ਆਮ ਆਦਮੀ ਪਾਰਟੀ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਲੇਟ ਉਹਨਾਂ ਨੇ ਭਗਵੰਤ ਮਾਨ ਦਾ ਚਿਹਰਾ ਜਿਹੜਾ ਸੀਐਮ ਫੇਸ ਵਜੋਂ ਐਲਾਨਿਆ। ਲੱਗਦਾ ਕਿ ਇਸ ਵਾਰ ਉਹ ਕਿਸੇ ਟੱਕਰ 'ਚ ਹੈਗੇ ਆ, ਕਿਉਂਕਿ ਤਨਵੀਰ ਗਿੱਲ ਹੋਰਾਂ ਦੇ ਨਾਲ ਕੱਲ ਇੰਟਰਵਿਊ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ ਆਮ ਆਦਮੀ ਪਾਰਟੀ ਦਾ ਕੋਈ ਮੱਝ 'ਚ ਆਧਾਰ। ਉਹਨਾਂ ਨੇ ਕਿਹਾ ਕਿ ਟੱਕਰ ਹੋਣੀ ਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ। ਤੁਸੀਂ ਕਿੱਥੇ ਕੁ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ, ਖਾਸ ਤੌਰ ਤੇ ਉਦੋਂ ਜਦੋਂ ਭਗਵੰਤ ਮਾਨ ਨੂੰ ਸੀਐਮ ਫੇਸ ਐਲਾਨਿਆ ਜਾਂਦਾ? ਲੋਕਾਂ ਦੀ ਹਵਾ ਜਿਹੜੀ ਫਿਰ ਇਸ ਵਾਰ ਕਹਿ ਰਹੀ ਆ ਕਿ ਉਧਰ ਨੂੰ ਹੈ। ਦੇਖੋ, ਪਹਿਲੀ ਤਾਂ ਗੱਲ ਹੈ ਕਿ ਸਾਡੇ ਤੇ ਇੱਥੇ ਕੋਈ ਚਰਚਾ ਨਹੀਂ ਭਗਵੰਤ ਮਾਨ ਦੀ। ਕਿਹਨੂੰ ਉਹਨਾਂ ਸੀਐਮ ਫੇਸ ਐਲਾਨਿਆ ਆ, ਕਿਹਨੂੰ ਉਹਨਾਂ ਮੁੱਖ ਮੰਤਰੀ ਦਾ ਚਿਹਰਾ ਬਣਾਇਆ, ਇੱਥੇ ਕੋਈ ਚਰਚਾ ਨਹੀਂ। ਤੁਸੀਂ ਲੋਕਾਂ ਨਾਲ ਕਰਕੇ ਦੇਖ ਲਿਆ ਜੀ, ਕੋਈ ਇਹਨੂੰ ਕੋਈ ਲੈਣਾ ਦੇਣਾ ਨਹੀਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਬੰਦਾ ਸਿਆਸਤ ਦੇ ਵਿੱਚ ਹੋਣਾ ਚਾਹੀਦਾ ਆ ਕਿ ਜਿਹੜੀ ਗੱਲ ਕਰ ਲਵੇ ਉਹਦੇ ਤੋਂ ਪਾਸੇ ਨਾ ਜਾਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਇੱਕ ਅਜਿਹਾ ਵਿਅਕਤੀ ਹੈ ਜਿਹਨੂੰ ਲੋਕਾਂ ਨੇ ਚੁਣ ਕੇ ਪਾਰਲੀਮੈਂਟ 'ਚ ਭੇਜਿਆ, ਉਹਦੇ ਨਾਲ 3 ਹੋਰ ਉਹਦੇ ਸਾਥੀ ਭੇਜੇ, ਤੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਇਤਿਹਾਸ 'ਚ ਪਹਿਲੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੇ ਵਿਰੁੱਧ ਉਹਨਾਂ ਦੀ ਪਾਰਟੀ ਦੇ ਹੀ ਇੱਕ ਐਮਪੀ ਨੇ ਲੋਕ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਕੀਤੀ ਕਿ ਭਗਵੰਤ ਮਾਨ ਪਾਰਲੀਮੈਂਟ 'ਚ ਸ਼ਰਾਬ ਪੀ ਕੇ ਆਉਂਦੇ ਆ। ਮੈਂ ਅੰਮ੍ਰਿਤਧਾਰੀ ਹਾਂ, ਮੈਨੂੰ ਇਹਦੇ ਕੋਲੋਂ ਬਦਬੂ ਆਉਂਦੀ ਹੈ। ਮੇਰੇ ਖਿਆਲ ਹਿੰਦੁਸਤਾਨ ਦੇ ਇਤਿਹਾਸ 'ਚ, ਪਾਰਲੀਮੈਂਟ ਦੇ ਇਤਿਹਾਸ 'ਚ ਕਦੀ ਅਜਿਹੀ ਸ਼ਿਕਾਇਤ ਲੋਕ ਸਭਾ ਦੇ ਸਪੀਕਰ ਕੋਲੇ ਗਈ ਨਹੀਂ। ਤੇ ਜਿਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਜਿਹੜਾ ਅਸੀਂ ਜਿੱਥੇ ਲੋਕਾਂ ਦੀ ਕਿਸਮਤ ਘੜੀ ਜਾਂਦੀ ਹੈ, ਜਿਹਨੂੰ ਅਸੀਂ ਸੱਚ ਦਾ ਮੰਦਿਰ ਵੀ ਕਹਿੰਦੇ ਹਾਂ, ਉਹਦੇ ਵਿੱਚ ਸ਼ਰਾਬ ਪੀ ਕੇ ਜਾਣਾ, ਉਹ ਲੋਕਾਂ ਦੀ ਅਗਵਾਈ ਕੀ ਕਰੂ? ਫਿਰ ਦੂਸਰੀ ਗੱਲ ਜਿਹੜੀ ਹੈ, ਜੋ ਮੇਰਾ ਖਿਆਲ ਮੈਨੂੰ ਵੀ ਪਤਾ ਹੈ, ਲੋਕਾਂ ਨੂੰ ਵੀ ਪਤਾ ਹੈ, ਬਾਹਲਿਆਂ ਨੂੰ, ਸਾਰੀ ਜਨਤਾ ਦੀ ਮੈਂ ਠੇਕਾ ਨਹੀਂ ਲਿਆ, ਔਰ ਤੁਹਾਨੂੰ ਵੀ ਪਤਾ ਹੈ ਕਿ ਭਗਵੰਤ ਮਾਨ ਸ਼ਾਮਾਂ ਤੋਂ ਬਾਅਦ
ਉਹਨੂੰ ਨਹੀਂ ਪਤਾ ਕਿ ਦੁਨੀਆ ਕਿੱਥੇ ਵਸਦੀ ਹੈ। ਔਰ ਉਸ ਬੰਦੇ ਨੇ ਬਰਨਾਲਾ ਰੈਲੀ ਦੇ ਵਿੱਚ ਆਪਣੀ ਮਾਂ ਨੂੰ ਜੱਫੀ ਪਾ ਕੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਮੈਂ ਅੱਜ ਤੋਂ ਸ਼ਰਾਬ ਛੱਡੀ, ਅੱਜ ਤੋਂ ਸ਼ਰਾਬ ਛੱਡਤੀ ਛੱਡਤੀ ਹੈ। ਜਿਹੜਾ ਬੰਦਾ ਮਾਂ ਦੀ ਸਹੁੰ ਖਾ ਕੇ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਲਈ ਜਿੱਥੇ ਵਾਅਦੇ ਕੀਤੇ ਸੀ ਤੇ ਫਿਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ ਸੀ, ਇੱਕ ਵੀ ਪੂਰਾ ਨਹੀਂ ਕੀਤਾ, ਧੋਖਾ ਦਿੱਤਾ ਸੀ। ਤੇ ਮਾਂ ਤੇ ਫਿਰ ਰੱਬ ਦਾ ਰੂਪ ਹੁੰਦੀ ਹੈ। ਤੇ ਮਾਂ ਦਾ ਜੇ ਤੂੰ ਡੱਫਣੀ ਹੈ ਤੇ ਨਹੀਂ ਤੂੰ ਹਟ ਸਕਦਾ, ਨਹੀਂ ਰਹਿ ਸਕਦਾ, ਤੇ ਘੱਟੋ ਘੱਟ ਮਾਂ ਦੀ ਸਹੁੰ ਤੇ ਨਾ ਖਾ। ਮਾਂ ਜਿਹੜੀ ਰੱਬ ਦਾ ਰੂਪ ਆ, ਮਾਂ ਜਿਹੜੀ ਜਨਨੀ ਹੈ, ਤੂੰ ਉਹਦੀ ਝੂਠੀ ਸਹੁੰ ਖਾ ਕੇ ਲੋਕਾਂ 'ਚ ਡਰਾਮਾ ਕਰਨ ਡਿਆ। ਇਸ ਕਰਕੇ ਇਹੋ ਜਿਹੇ ਲੋਕ ਜਿਹੜੇ ਨੇ, ਨਾ ਤਾਂ ਮੈਂ ਇਹੋ ਜਿਹੇ ਨੂੰ ਪਸੰਦ ਕਰਦਾ ਤੇ ਨਾ ਮੇਰੀ ਰੂਹ ਪਸੰਦ ਕਰਦੀ ਹੈ। ਤੇ ਜੇ ਇਹੋ ਜਿਹੇ ਲੋਕ ਜਿਹੜੇ ਨੇ, ਦੇਖੋ ਸਿਆਸਤ ਚੱਲਦੀ ਗੰਭੀਰਤਾ ਦੇ ਨਾਲ, ਸਿਆਸਤ ਚੱਲਦੀ ਹੈ ਕਿਸੇ ਵਿਜ਼ਨ ਦੇ ਨਾਲ, ਸਿਆਸਤ ਚੁਟਕਲਿਆਂ ਦੇ ਨਾਲ, ਮਸ਼ਕਰੀਆਂ ਦੇ ਨਾਲ ਜਾਂ ਬਾਹਾਂ ਮਾਰ ਮਾਰ ਕੇ ਗੱਲਾਂ ਕਰਨ ਦੇ ਨਾਲ ਨਹੀਂ ਚੱਲਦੀ। ਤੇ ਬਦਕਿਸਮਤੀ ਪੰਜਾਬ ਦੀ ਕਿ ਨਵਜੋਤ ਸਿੰਘ ਸਿੱਧੂ ਵਰਗਿਆਂ ਨੂੰ ਲੋਕਾਂ ਨੇ ਬੜਾ ਹੱਥਾਂ ਤੇ ਚੁੱਕਿਆ ਕਿ ਸ਼ਾਇਦ ਮੈਂ ਉਸੇ ਚੀਜ਼ ਵੱਲ ਹੀ ਆ ਰਹੀ ਸੀ। ਜੋ ਤੁਸੀਂ ਬਾਹਾਂ ਮਾਰ-ਮਾਰ ਕੇ ਕਿਹਾ, ਮੈਨੂੰ ਲੱਗ ਰਿਹਾ ਸੀ ਤੁਹਾਡਾ ਇਸ਼ਾਰਾ ਉਧਰ ਆ। ਪਰ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਹੀ ਕਿਹਾ ਕਿ ਕੈਪਟਨ ਸਾਹਿਬ ਨੇ ਸੌਹਾਂ ਖਾ ਕੇ ਉਹ ਵਾਅਦੇ ਨਿਭਾਏ ਨਹੀਂ ਤੇ ਉਹਨਾਂ ਨੂੰ ਸੱਤਾ ਤੋਂ, ਜਾਂ ਕਹਿ ਲਓ ਕਿ ਕਾਂਗਰਸ ਦੀ ਜਿਹੜੀ ਇੱਕ ਵੱਡੀ ਅਹਿਮ ਕੁਰਸੀ, ਉਹਦੇ ਤੋਂ ਪਾਸੇ ਵੀ ਕਰ ਦਿੱਤਾ ਗਿਆ। ਚੰਨੀ ਸਾਹਿਬ ਤੇ ਸਿੱਧੂ ਕਹਿੰਦੇ ਕਿ ਚੰਨੀ ਸਾਹਿਬ ਨੇ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ 4.5 ਜਿਹੜੇ ਸਾਲਾਂ ਦਾ ਕੰਮ ਕਰਕੇ ਦਿਖਾ ਦਿੱਤਾ, ਤੇ ਸਿੱਧੂ ਸਾਹਿਬ ਉਹ ਕਹਿੰਦੇ ਵੀ ਮੈਂ ਗੰਭੀਰ ਹਾਂ, ਔਰ ਜਿਸ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ, ਜਿਸ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ, ਜਿਸ ਤਰ੍ਹਾਂ ਉਹ ਬੇਅਦਬੀ ਦੇ ਮਾਮਲੇ ਤੇ ਕਹਿੰਦੇ ਆ ਕਿ ਸਜ਼ਾਵਾਂ ਦਿਵਾਉਣੀਆਂ ਹੈਗੀਆਂ, ਜਾਂ ਚਿੱਟੇ ਵਾਲੇ ਮਾਮਲੇ ਨੂੰ ਚੱਕਿਆ ਹੋਇਆ ਉਹਨਾਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਉਹ ਗੰਭੀਰ ਨਹੀਂ ਲੱਗਦੇ? ਲੱਗਦਾ ਨਹੀਂ ਕਿ ਉਹ ਟੱਕਰ ਦੇ ਸਕਣਗੇ ਦੋਨੋਂ, ਚੰਨੀ ਔਰ ਸਿੱਧੂ, ਸ਼੍ਰੋਮਣੀ ਅਕਾਲੀ ਦਲ ਨੂੰ? ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਕਦੀ ਨਵਜੋਤ ਸਿੱਧੂ ਨੂੰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਦੇਖਿਆ ਨਹੀਂ? ਮੁੱਦਿਆਂ ਦੀ ਉਹ ਤਾਂ ਕਹਿੰਦੇ ਵੀ ਨਹੀਂ, ਮੈਂ ਆਖਿਆ ਜੀ ਮੈਂ ਉਹਦੇ ਤੋਂ ਵੱਧ ਜਿਉਣਾ। ਇਹਦਾ ਕਿਹੜਾ ਤੁਹਾਡੇ ਕੋਲੇ ਥਰਮਾਮੀਟਰ ਜਿਹਦੇ ਨਾਲ ਤੁਸੀਂ ਵੇਖ ਲੋਗੇ ਕਿ ਕਾਹਦੇ ਵਾਸਤੇ ਹੈ? ਲਾਲਸਾ ਦੀ ਖਾਤਰ ਹੈ। ਅੱਜ 18 ਸਾਲ ਹੋ ਗਏ ਸਾਨੂੰ ਨਵਜੋਤ ਸਿੰਘ ਸਿੱਧੂ ਨੂੰ ਸਿਆਸਤ 'ਚ, ਮੈਂਬਰ ਪਾਰਲੀਮੈਂਟ ਬਣਦੇ ਰਹੇ, ਮੈਂਬਰ ਰਾਜ ਸਭਾ ਬਣੇ, MLA ਬਣੇ, 2.5 ਸਾਲ ਮੰਤਰੀ ਰਹੇ। ਘਰ ਵਾਲੀ ਉਹਨਾਂ ਦੀ ਜਿਹੜੀ ਸਾਡੀ ਛੋਟੀ ਭੈਣ ਨਵਜੋਤ ਕੌਰ ਸਿੱਧੂ, ਉਹ MLA ਬਣੀ, ਉਹ 5 ਸਾਲ ਜਿਹੜੀ CPS ਰਹੀ। ਇੱਕ ਘਰ ਗੁਜ਼ਾਰੀ ਬਣਾ ਦੇਣਾ, ਇੱਕ ਕੰਮ ਗਣਾ ਦੇਣਾ ਪੰਜਾਬ ਦੇ ਭਲੇ ਵਾਸਤੇ। ਨਵਜੋਤ ਸਿੰਘ ਸਿੱਧੂ ਹਿੰਦੁਸਤਾਨ ਦੀ ਉਹ ਪੰਚਾਇਤ ਜਿੱਥੇ ਪੰਜਾਬ ਦੇ ਬਾਰੇ ਜਾਂ ਆਪ ਦੇ ਲੋਕਾਂ ਬਾਰੇ ਕੀਤੀ ਹੋਈ ਗੱਲ ਅਸਰ ਰੱਖਦੀ ਹੈ, ਕਿਤੇ 2 ਮਿੰਟ ਦੀ ਗੱਲ ਤੇ ਦਿਖਾ ਦੇਣਾ ਨਵਜੋਤ ਸਿੰਘ ਸਿੱਧੂ, ਜਿੱਥੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਦਾ ਰੋਲ ਨਿਭਾਇਆ ਹੋਵੇ। ਤੁਸੀਂ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ, ਕਦੀ ਤੁਸੀਂ ਮੋਦੀ ਨੂੰ ਪਿਓ ਕਹਿੰਦੇ ਸੀ, ਅੱਜ ਮੋਦੀ ਨੂੰ ਗਾਲਾਂ ਕੱਢਦੇ ਜੇ, ਕੱਲ ਸੋਨੀਆ ਗਾਂਧੀ ਨੂੰ ਤੁਸੀਂ ਗਾਲਾਂ ਕੱਢਦੇ ਸੀਗੇ, ਹਾਂਜੀ, ਅੱਜ ਤੁਸੀਂ ਉਹਦੇ ਪੈਰੀਂ ਹੱਥ ਲਾਉਂਦੇ ਜੇ। ਇੱਕ ਦੇਖੋ, ਡਾਕਟਰ ਮਨਮੋਹਨ ਸਿੰਘ ਕਾਂਗਰਸ ਪਾਰਟੀ ਨਾਲ ਸੰਬੰਧਿਤ ਸੀ। ਮੈਂ ਕਾਂਗਰਸ ਨੂੰ ਹੱਦੋਂ ਵੱਧ ਨਫ਼ਰਤ ਕਰਦਾ, ਇਸ ਕਰਕੇ ਨਹੀਂ ਕਿ ਉਹ ਰਾਜਨੀਤਿਕ ਪਾਰਟੀ ਜਾਂ ਮੇਰੀ ਰਾਜਨੀਤਿਕ ਵਿਰੋਧੀ ਹੈ, ਪਰ ਜੋ ਉਹਨੇ ਪੰਜਾਬ ਦੇ ਨਾਲ, ਸਿੱਖ ਕੌਮ ਦੇ ਨਾਲ ਕੀਤਾ, ਮੈਂ ਉਸ ਕਰਕੇ ਨਫ਼ਰਤ ਕਰਦਾ। ਪਰ ਡਾਕਟਰ ਮਨਮੋਹਨ ਸਿੰਘ ਉਹਦੇ ਪ੍ਰਧਾਨ ਮੰਤਰੀ ਸੀ। ਮੈਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਾਤੀ ਤੌਰ ਤੇ ਬਹੁਤ ਸਤਿਕਾਰ ਕਰਦਾ, ਤੇ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਉਸ ਵਿਚਾਰੇ ਸ਼ਰੀਫ ਬੰਦੇ ਨੂੰ ਨਹੀਂ ਬਖਸ਼ਿਆ। ਇੱਥੋਂ ਤੱਕ ਕਿ ਦੁਨੀਆ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਤੇ ਸਾਡੇ ਨਵਜੋਤ ਸਿੰਘ ਸਿੱਧੂ ਕਹਿੰਦੇ ਨਾ ਉਹ ਸਰਦਾਰ ਹੈ ਤੇ ਨਾ ਅਸਰਦਾਰ ਹੈ, ਤੇ ਅੱਜ ਉਸੇ ਤੇ ਜਾ ਕੇ ਗੁੱਡੀਆਂ ਥਲਾਉਂਦੇ। ਇਸ ਕਰਕੇ ਜਿਨ੍ਹਾਂ ਲੋਕਾਂ ਦੇ ਇਸ ਤਰ੍ਹਾਂ ਦੇ ਅਕੀਦੇ ਹੈ ਨਾ, ਤੇ ਬਦਕਿਸਮਤੀ ਪੰਜਾਬ ਦੀ ਕਿ ਸਾਡੇ ਲੋਕ ਪਤਾ ਕੀ ਕਰਦੇ, ਕਦੇ ਤਾਂ ਮਨਪ੍ਰੀਤ ਬਾਦਲ ਦੇ ਮਗਰ ਭੱਜ ਉੱਠਦੇ, ਖਾਸ ਕਰਕੇ ਸਾਡੇ NRI ਵੀਰ। ਉਹਨਾਂ ਦੇ ਹਾਲਾਤ ਜਿਹੜੇ ਹੈ ਨਾ, ਉਹ ਤਾਂ ਜਿਵੇਂ ਉੱਡਦੀਆਂ ਫੜ ਲਈਏ, ਉੱਡਦੀਆਂ ਨਹੀਂ ਫੜੀਆਂ ਜਾਂਦੀਆਂ ਹੁੰਦੀਆਂ, ਉੱਡਦੀਆਂ ਤਾਂ ਹੀ ਜਾਂਦੀਆਂ ਨੇ। ਉੱਡਦੀਆਂ ਨੂੰ ਫੜਦੇ ਆਪਣਾ ਮਤਲਬ ਜਿਹੜਾ ਫਾਈਨੈਂਸ਼ੀਅਲੀ ਇੰਨੀ ਮਦਦ ਇਹਨਾਂ ਲੋਕਾਂ ਦੀ ਹੋਈ, ਇਹਨਾਂ ਨੇ ਇੰਨਾ ਪੈਸਾ ਇਕੱਠਾ ਕੀਤਾ। ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਸਭ ਜਵਾਬ ਵਿਖਾਏ, ਕਿੱਥੇ ਅੱਜ ਹੈਗੇ ਕਿਤੇ? ਫਿਰ ਆ ਜਾਓ ਤੁਸੀਂ ਕੇਜਰੀਵਾਲ ਨੇ ਮੋਟਾ ਜਿਹਾ ਅੰਦਾਜ਼ਾ ਕਿ 400 ਕਰੋੜ ਰੁਪਈਆ ਸਾਡੇ NRI ਵੀਰਾਂ ਕੋਲੋਂ ਇਕੱਠਾ ਕੀਤਾ। ਕੋਈ ਹੈਗਾ ਹਿਸਾਬ ਕਿਤਾਬ? ਕਿਤੇ ਵੈਬਸਾਈਟ ਤੇ ਕਹਿੰਦੇ ਪਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ, ਕਿਤੇ ਨਜ਼ਰ ਆਇਆ? ਠੱਗਿਆ ਪੰਜਾਬ ਨੂੰ।
ਪੰਜਾਬ ਦੇ ਲੋਕਾਂ ਦੀਆਂ ਜੇਬਾਂ ਖਾਲੀ ਕੀਤੀਆਂ, ਟਿਕਟਾਂ ਵੇਚੀਆਂ, ਔਰ ਇੱਥੋਂ ਤੱਕ ਕਿ ਜਿਹੜੇ ਦਿੱਲੀੋਂ ਇਹਦੇ ਭੇਜੇ ਹੋਏ ਧਾੜਵੀ ਸੀਗੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ। ਇੱਥੋਂ ਤੱਕ ਕਿ ਸਾਡੇ ਧੀਆਂ ਭੈਣਾਂ ਦੀ ਬੇਇੱਜ਼ਤੀ ਦੀਆਂ ਖਬਰਾਂ, ਉਹਨਾਂ ਦੇ ਸ਼ੋਸ਼ਣ ਦੀਆਂ ਖਬਰਾਂ ਵੀ ਇੱਥੇ ਆਈਆਂ। ਅੱਗੇ ਆ ਜਾਓ ਤੁਸੀਂ, ਸਿਮਰਜੀਤ ਬੈਂਸ ਜਿਹੜਾ ਐ ਉਂਗਲੀ ਕਰਕੇ ਗੱਲ ਕਰਦਾ ਕਿ ਮੈਂ ਇਨਕਲਾਬ ਲਿਆ ਜਾਂਦਾ ਇਨਕਲਾਬ। ਹੁਣ ਕੰਧਾਂ ਮਾਰ ਮਾਰ ਕੇ ਬੀਬੀਆਂ ਨੂੰ ਰੋਕਦਾ ਕਿ ਤੂੰ ਨਾ ਜੀ ਕਿਤੇ, ਤੂੰ ਰੁਕ ਜਾ, ਮੈਂ ਇੱਕ ਨੂੰ ਪਹਿਲੀ ਨੂੰ ਸਾਂਭ ਲਾਂ। ਇਹ ਚਰਿੱਤਰ ਹੈ ਲੋਕਾਂ ਦਾ। ਅੱਗੇ ਆ ਜੋ ਸੁਖਪਾਲ ਖਹਿਰਾ, ਉਹ ਕਹਿੰਦਾ ਸੀ ਕਿ ਮੇਰੇ ਨਾਲ ਦਾ ਲੀਡਰ ਹੀ ਕੋਈ ਨਹੀਂ। ਅੱਜ ਕਿੱਥੇ ਹੈ, ਕਿਹੜੇ ਕੇਸ 'ਚ ਹੈ? ਹਾਂਜੀ, ਇਸ ਕਰਕੇ ਜਿਹੜੇ ਲੋਕ ਦੇਖੋ, ਸਭ ਪ੍ਰਕਾਸ਼ ਸਿੰਘ ਬਾਦਲ ਨੂੰ ਗਾਲਾਂ ਕੱਢਣੀਆਂ ਕੋਈ ਟੈਕਸ ਨਹੀਂ ਲੱਗਦਾ, ਕਿਸੇ ਦੀ ਜ਼ੁਬਾਨ ਨਹੀਂ ਫੜ ਲੈਣੀ, ਪਰ ਉਹਦੇ ਵਰਗਾ ਬਣ ਕੇ ਤੇ ਵਿਖਾਓ। ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਸਰਦਾਰਾਂ ਚੋਂ ਸੀ, ਬਾਦਲ ਪਰਿਵਾਰ, ਵੱਡਾ ਖਾਨਦਾਨ, ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ, ਤੇ ਜਿਹੜੀਆਂ ਬੱਸਾਂ ਦੀ ਗੱਲ ਕਰਦੇ ਹਨ 1947 ਤੋਂ ਪਹਿਲਾਂ ਸ਼ਾਇਦ ਹੀ ਹਿੰਦੁਸਤਾਨ ਦੇ ਵਿੱਚ ਕੋਈ ਵਿਰਲੀ ਟਰਾਂਸਪੋਰਟ ਕੰਪਨੀ ਹੋਵੇ, ਤੇ ਬਾਦਲਾਂ ਦੀ 1947 ਤੋਂ ਪਹਿਲਾਂ ਦੀ ਰਜਿਸਟਰਡ ਹੈ। ਹੁਣ ਕਿਹਨੂੰ ਦੱਸਦੇ ਫਰੀ ਹੈ? ਉਹ ਬੰਦਾ, ਉਹ ਸ਼ਖਸੀਅਤ ਜਿਹੜੀ 1957 ਤੋਂ ਲੈ ਕੇ ਹੁਣ ਤੱਕ ਇਲੈਕਸ਼ਨ ਨਹੀਂ ਹਾਰੀ, ਜਿਹਨੇ ਪੰਜਾਬ ਦੀ ਖਾਤਰ ਲੱਗੇ ਹੋਏ ਮੋਰਚਿਆਂ ਦੇ ਵਿੱਚ, ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਹੈ, ਚਾਹੇ ਐਮਰਜੈਂਸੀ ਦਾ ਮੋਰਚਾ ਹੈ, ਚਾਹੇ ਧਰਮਯੁੱਧ ਮੋਰਚਾ ਹੈ, ਚਾਹੇ ਕਿਸੇ ਕਾਰਨ ਕਰਕੇ ਕਦੀ NSA ਲਾਤੀ, ਕਦੀ ਕਿਸੇ ਕੇਸ ਚ ਅੰਦਰ ਘਲਤਾ, ਤੇ ਲਗਭਗ 15-16 ਸਾਲ ਜਿਹੜਾ ਜੇਲ੍ਹ ਕੱਟੀ ਬੈਠਾ ਆ, ਉਹਨੂੰ ਤਾਂ ਕੋਈ ਦਰਦ, ਉਹਨੂੰ ਤਾਂ ਕੋਈ ਤਕਲੀਫ ਨਹੀਂ ਸੀ, ਉਹ ਤਾਂ ਨਜ਼ਾਰੇ ਨਾਲ ਆਪਣੀ ਜ਼ਿੰਦਗੀ ਭੋਗ ਸਕਦਾ ਸੀ। ਤੇ ਇਸ ਕਰਕੇ ਜਿਹੜੀ ਉਹਨਾਂ ਨੂੰ ਇਹ ਕਹਿ ਦੇਣਾ ਜੀ ਬਾਦਲ ਆਹ ਕਰ ਗਏ ਜੀ, ਬਾਦਲ ਉਹ ਕਰ ਗਏ ਜੀ, ਇਹ ਲੋਕ ਬਦਨਾਮੀ ਕਰ ਸਕਦੇ ਆ। ਇਹ ਲੋਕ ਮੁੱਦਿਆਂ ਦੀ ਰਾਜਨੀਤੀ ਕਰਨ ਵਾਲੇ ਨਹੀਂ ਗੇ, ਮੁੱਦਿਆਂ ਦੀ ਰਾਜਨੀਤੀ ਕਰੋ। ਮੈਂ ਇੱਥੇ ਹੁਣ ਲੋਕਾਂ ਕੋਲੇ ਜਾਣਾ ਆ, ਮੈਂ ਸਿੱਧਾ ਕਹਿੰਦਾ ਕਿ ਜੇ ਭਾਈ ਮੇਰੇ 'ਚ ਕਮੀ ਹੈ ਤਾਂ ਮੈਨੂੰ ਵੋਟ ਨਾ ਪਾਇਆ ਜੀ, ਤੇ ਜੇ ਤੁਸੀਂ ਸਮਝਦੇ ਜੀ ਕਿ ਮੈਂ ਤੁਹਾਡਾ ਆ, ਤੁਹਾਡੇ ਨਾਲ ਖੜੋਤਾ, ਤੁਹਾਡੇ ਵਾਸਤੇ ਕੀਤਾ, ਤੁਹਾਡੀ ਮੈਂ ਸੁਣਦਾ ਆ, ਜਿੰਨੀ ਮੈਨੂੰ ਤੁਸੀਂ ਸਮਰੱਥਾ ਸ਼ਕਤੀ ਦਿੰਦੇ ਜੇ ਉਹ ਮੈਂ ਤੁਹਾਡੇ ਵਾਸਤੇ ਵਰਤਦਾ ਹੈ, ਤੇ ਫਿਰ ਜੇ ਮੇਰਾ ਹੱਕ ਬਣਦਾ ਤਾਂ ਮੈਨੂੰ ਵੋਟ ਪਾ ਦੇ। ਬਟੂਆ ਸਾਹਿਬ, ਤੁਹਾਡੇ ਇਸ ਖੇਤਰ ਦੀਆਂ ਜ਼ਰੂਰ ਜਾਣਨਾ ਚਾਹੁੰਦੇ ਆ। ਮੈਂ ਉਸੇ ਗੱਲ ਤੇ ਆਉਣਾ ਚਾਹੁੰਦੀ ਸੀ ਵੀ ਕਿਹੜੇ ਮੁੱਦਿਆਂ ਦੇ ਉੱਤੇ ਇਸ ਵਾਰ ਤੁਸੀਂ ਚੋਣਾਂ ਲੜੋਗੇ, ਔਰ ਜੇ ਪੂਰੇ ਪੰਜਾਬ ਦੇ ਬਨਿਸਬਤ ਇਸ ਏਰੀਏ ਦੀਆਂ ਦੇਖੀਏ ਤੇ ਕਿਹੜੀਆਂ ਮੇਨ ਸਮੱਸਿਆਵਾਂ ਤੁਹਾਨੂੰ ਲੱਗਦੀਆਂ ਜਿਹੜੀਆਂ ਦੂਜੇ ਪੰਜਾਬ ਨਾਲ ਥੋੜਾ ਇਸ ਖੇਤਰ ਨੂੰ ਵੱਖ ਕਰਦੀਆਂ, ਤੇ ਉਹਨਾਂ ਦਾ ਹੱਲ ਜਿਹੜਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ? ਦੇਖੋ, ਸਮੱਸਿਆਵਾਂ ਤੇ ਸਾਰੀਆਂ ਦੀਆਂ ਲਗਭਗ ਸੇਮ ਹੀ ਹੈ ਜੀ। ਚਲੋ ਅਸੀਂ ਵੱਖਰੀ ਗੱਲ ਹੈ ਕਿ ਅਸੀਂ ਟੇਲ ਤੇ ਬੈਠੇ ਹਾਂ, ਬਾਰਡਰ ਤੇ ਬੈਠੇ ਹਾਂ, ਉਹਦੇ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ। ਮੈਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਸਰਹੱਦੀ ਹਲਕੇ ਨੇ ਇਹਨਾਂ ਦਾ ਐਜੂਕੇਸ਼ਨ ਦਾ ਕੇਡਰ ਵੱਖਰਾ ਕਰ ਦਿਓ, ਕਿਉਂਕਿ ਬਾਰਡਰ ਦੇ ਵਿੱਚ ਲੋਕ ਕਿਸੇ ਵੀ ਤਰ੍ਹਾਂ ਦੀ ਸਰਵਿਸ ਕਰਕੇ ਰਾਜੀ ਨਹੀਂ ਹੁੰਦੇ। ਕੋਈ ਸਮਾਂ ਹੁੰਦਾ ਸੀਗਾ ਕਿ ਜਿਹੜੇ ਬਾਰਡਰ ਦੇ ਏਰੀਏ ਦੇ ਵਿੱਚ ਸਰਵਿਸ ਕਰਦੇ ਸੀ ਉਹਨਾਂ ਨੂੰ ਸਪੈਸ਼ਲ ਭੱਤਾ ਮਿਲਦਾ ਸੀਗਾ, ਉਹ ਭੱਤੇ ਬੰਦ ਕਰਤੇ ਜਦੋਂ ਕਾਂਗਰਸ ਸਰਕਾਰਾਂ ਸੀਗੀਆਂ। ਉਹ ਭੱਤੇ ਬੰਦ ਕਰਨ ਦੇ ਨਾਲ ਕਿਸੇ ਦਾ ਇੰਟਰਸਟ ਨਹੀਂ ਰਹਿ ਗਿਆ, ਉਹ ਸਮਝਦੇ ਕਿ ਸਾਨੂੰ ਇੱਕ ਤਰ੍ਹਾਂ ਦੀ ਸਜ਼ਾ ਹੈ, ਕਿਉਂਕਿ ਜਿੰਨੇ ਟੀਚਿੰਗ ਸਟਾਫ ਅਜੇ ਸਾਡੇ ਇਲਾਕੇ ਦੇ ਵੀ ਨੇ ਨਾ, ਇੱਥੋਂ ਦੇ ਜੰਪਲ ਨੇ, ਉਹ ਵੀ ਸ਼ਹਿਰਾਂ 'ਚ ਰਹਿੰਦੇ ਨੇ, ਉਹ ਸ਼ਹਿਰਾਂ 'ਚ ਉੱਥੇ ਆ ਕੇ ਰਾਜੀ ਨਹੀਂ। ਤੇ ਮੈਂ ਇਹ ਪ੍ਰਪੋਜ਼ਲ ਦੇ ਕੇ ਕਿ ਲੋਕਲ ਬੱਚੇ ਭਰਤੀ ਹੋਣ ਜਾਂ ਕੰਸੈਂਟ ਦੇ ਨਾਲ ਦੇ ਕੇ ਆਪਦੀ ਭਰਤੀ ਹੋਣ, ਇਹ ਨਹੀਂ ਕਿ ਉਹਨਾਂ ਦਾ ਕੇਡਰ ਚੇਂਜ ਹੋਵੇ, ਜੇ ਬਦਲੀ ਹੋਵੇ ਤੇ ਬਾਰਡਰ ਏਰੀਆ ਦੇ ਵਿੱਚ ਹੀ ਹੋਊਗੀ। ਆਮ ਤੌਰ ਤੇ ਇਹ ਹੁੰਦਾ ਕਿ ਜੇ ਕਿਸੇ ਨੂੰ ਸਜ਼ਾ ਦੇਣੀ ਤੇ ਉਹ ਕਹਿੰਦੇ ਵੀ ਉਧਰ ਨਹੀਂ, ਫਿਰ ਜਦੋਂ ਕੰਸੈਂਟ ਲੈ ਕੇ ਜਦੋਂ ਬੰਦਾ ਅਪਲਾਈ ਇਸੇ ਕੇਡਰ 'ਚ ਕਰੂਗਾ ਫਿਰ ਤੈਨੂੰ ਸਰਵਿਸ ਕਰਨੀ ਪਊਗੀ। ਮੈਂ ਉਹ ਸਾਰਾ ਨੇਪਰੇ ਚੜਾ ਲਿਆ, ਉਹਦੇ ਕੀ ਨਾਂ ਆ, ਕੈਬਨਿਟ ਦੇ ਵਿੱਚੋਂ ਪਾਸ ਹੋ ਗਿਆ, ਉਹਦਾ ਨੋਟੀਫਿਕੇਸ਼ਨ ਵੀ ਹੋ ਗਿਆ, ਉਹਦੇ ਰੂਲਸ ਵੀ ਬਣ ਗਏ। ਜਿਹੜੀਆਂ ਟੀਚਿੰਗ ਯੂਨੀਅਨਾਂ ਨੇ ਇਹਨਾਂ ਨੇ ਝੰਡਾ ਚੱਕ ਲਿਆ, ਦੇ ਮੇਰਾ ਵਿਰੋਧ, ਦੇ ਅਕਾਲੀ ਦਲ ਦੀ ਸਰਕਾਰ ਦਾ ਵਿਰੋਧ, ਇਹ ਤਾਂ ਮਾਸਟਰਾਂ ਦੇ ਨਾਲ ਜੀ, ਟੀਚਿੰਗ ਸਟਾਫ ਦੇ ਨਾਲ ਬਹੁਤ ਧੱਕਾ ਹੈ। ਇਹ ਨਹੀਂ ਮੰਨਦੇ ਕਿ ਇੱਥੇ ਲੋਕਾਂ ਦੇ ਬੱਚਿਆਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀ ਬਿਹਤਰੀ ਵਾਸਤੇ ਕਦਮ ਚੁੱਕਿਆ ਜਾ ਰਿਹਾ। ਤੁਸੀਂ ਨਹੀਂ ਆਉਣਾ, ਇਹਦੇ ਵਾਸਤੇ ਕੰਸੈਂਟ ਮੰਗੀ ਗਈ ਕਿ ਜਿਹੜੇ ਟੀਚਰ ਬਾਰਡਰ ਏਰੀਏ 'ਚ ਸਰਵਿਸ ਕਰਨਾ ਚਾਹੁੰਦੇ, ਜਿਹੜੇ ਹੁਣ ਕਰਦੇ ਨੇ, ਉਹ ਆਪਦੀ ਕੰਸੈਂਟ ਦੇ ਦੇਣ। ਜਿਹੜੇ ਉੱਥੇ ਨਹੀਂ ਰਹਿਣਾ ਚਾਹੁੰਦੇ ਅਸੀਂ ਉਹਨਾਂ ਨੂੰ ਪਿੱਛੇ ਤਬਦੀਲ ਕਰ ਦਿੰਦੇ ਹਾਂ, ਅਸੀਂ ਨਵੀਂ ਭਰਤੀ ਕਰ ਦਿੰਦੇ ਹਾਂ। ਉਹਦੇ ਬਾਵਜੂਦ ਪਤਾ ਨਹੀਂ ਟੀਚਿੰਗ ਜਿਹੜੀਆਂ ਯੂਨੀਅਨ ਸੀਗੀਆਂ ਇਹਨਾਂ ਨੇ ਝੰਡਾ ਚੁੱਕਿਆ, ਵਿਚਾਰਾ ਉੱਥੇ ਦਾ ਉੱਥੇ ਮੇਰਾ ਐਡਾ ਮਤਲਬ ਜਿਹੜਾ ਮੈਂ ਕੰਮ ਮਗਰ ਪੈ ਕੇ ਕਰਵਾਇਆ ਸੀ ਉੱਥੇ ਰੋਕਤਾ। ਔਰ ਮੈਂ
ਆਪਦੇ ਇਲਾਕੇ 'ਚ ਸਾਡੇ ਇੱਥੇ ਕੋਈ ਚੱਜ ਦਾ ਸਕੂਲ ਨਹੀਂ ਸੀ, ਨਾ ਕੋਈ ਇੱਥੇ ਡਿਗਰੀ ਕਾਲਜ ਸੀ। ਮੈਂ 2007 ਦੇ ਵਿੱਚ ਹੀ ਡਿਗਰੀ ਕਾਲਜ ਮਨਜ਼ੂਰ ਕਰਵਾਇਆ। 2007 'ਚ ਹੀ ਉਹਦੀ ਬਿਲਡਿੰਗ ਬਣਨੀ ਸ਼ੁਰੂ ਹੋਈ। 2008 ਦੇ ਵਿੱਚ ਮੈਂ ਕਲਾਸਾਂ ਸ਼ੁਰੂ ਕਰਵਾਤੀਆਂ। ਤੇ ਡਿਗਰੀ ਕਾਲਜ ਵੀ ਸਰਕਾਰੀ ਨਹੀਂ, ਜਿਹੜਾ ਆਮ ਗਵਰਨਮੈਂਟ ਕਾਲਜ ਹੁੰਦੇ ਜਿੱਥੇ ਫਿਰ ਕੋਈ ਨਹੀਂ ਪੁੱਛਦਾ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਉੱਥੋਂ ਪ੍ਰੋਫੈਸਰ ਆਉਂਦੇ, ਉਹਨਾਂ ਦਾ ਸਟਾਫ ਆਉਂਦਾ ਆ, ਉਹ ਬੱਚਿਆਂ ਨੂੰ ਜਿਹੜਾ ਆ ਇੱਥੇ ਸਟੱਡੀ ਕਰਾਉਂਦੇ ਨੇ। ਇੱਕ ਤਰ੍ਹਾਂ ਦਾ ਰੀਜਨਲ ਕੈਂਪਸ ਹੈ ਇੱਥੇ ਲਾਗੇ ਹੀ ਆ ਭਿੱਖੀਵਿੰਡ ਦੇ। ਔਰ ਉੱਥੇ ਸਟਾਰਟਿੰਗ ਤੋਂ ਬੱਚਿਆਂ ਦਾ ਰੁਝਾਨ ਬਣਿਆ, ਇੱਥੋਂ ਤੱਕ ਕਿ ਮੇਰੇ ਸਮੇਂ ਤੱਕ ਜਦ ਮੇਰੇ ਕੋਲੇ ਕਮਾਂਡ ਸੀਗੀ, ਮੈਂ ਨਿਗਾਹ ਰੱਖਦਾ ਸੀ, 1300 ਬੱਚਾ ਪੜ੍ਹਦਾ ਸੀ। ਅੱਜ ਉੱਥੇ ਮੇਰਾ ਪਤਾ ਨਹੀਂ 150 200 ਰਹਿ ਗਿਆ। ਇਹ ਹਾਲਾਤ ਬਣ ਗਏ। ਮੈਂ ਇੱਥੇ CBSE ਜਿਹੜੇ ਆਦਰਸ਼ ਸਕੂਲ, ਮਾਡਲ ਸਕੂਲ ਲੈ ਕੇ ਆਂਦੇ ਕਿ ਸਾਡੇ ਬੱਚੇ ਜਿਹੜੇ ਆ, ਉਹਨਾਂ ਨੂੰ ਵੀ, ਜਿਹੜੇ ਗਰੀਬ ਬੱਚੇ ਆ, ਉਹਨਾਂ ਨੂੰ ਵਧੀਆ ਐਜੂਕੇਸ਼ਨ ਮਿਲ ਸਕੇ, ਜਿਹੜੀ ਅਸੀਂ ਸ਼ਹਿਰਾਂ 'ਚ ਪਾਲਦੇ ਹਾਂ। ਉਹ ਐਜੂਕੇਸ਼ਨ ਵਾਲੇ ਸਕੂਲ ਖੋਲ੍ਹੇ। ਮੈਂ ਮਤਲਬ ਸਰਕਾਰ ਬਦਲ ਗਈ ਤੇ ਉਹ ਸਕੂਲ ਜਿਹੜੇ ਆਦਰਸ਼ ਸਕੂਲ, ਮਾਡਲ ਸਕੂਲ ਸੀਗੇ, ਜਿਹੜੇ CBSE ਸਕੂਲ ਸੀਗੇ, ਉਹ ਬਦਲ ਕੇ ਜਿਹੜੇ ਆਮ ਰੂਟੀਨ ਵਾਲੇ ਐਜੂਕੇਸ਼ਨ ਬੋਰਡ ਵਾਲੇ ਸਕੂਲ ਹੁੰਦੇ ਆ, ਉਹ ਬਣਾ ਦਿੱਤੇ ਗਏ। ਇਸੇ ਤਰ੍ਹਾਂ ਮੈਂ ਇੱਥੇ ਇੱਕ ਬੜੇ ਤਰੱਦਦ ਦੇ ਨਾਲ, ਬੜੀ ਮਿਹਨਤ ਦੇ ਨਾਲ ਬਾਦਲ ਸਾਹਿਬ ਕੋਲੋਂ ਇੱਕ ਇੰਜੀਨੀਅਰਿੰਗ ਕਾਲਜ ਲੈ ਕੇ ਆਇਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਸੀਗਾ, ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ। ਉਹ ਮੈਂ ਲੈ ਕੇ ਆਇਆ ਭਿੱਖੀਵਿੰਡ ਦੇ ਵਿੱਚ ਹੀ। ਕਰੋੜਾਂ ਰੁਪਏ ਲਾ ਕੇ ਮੈਂ ਬਿਲਡਿੰਗ ਬਣਾਈ, ਇਨਫਰਾਸਟ੍ਰਕਚਰ ਕ੍ਰੀਏਟ ਕੀਤਾ। ਉੱਥੇ ਗਰੀਬ ਬੱਚੇ ਜਿਨ੍ਹਾਂ ਨੂੰ 12ਵੀਂ ਤੋਂ ਬਾਅਦ, +2 ਤੋਂ ਬਾਅਦ ਮੁਫਤ ਇੰਜੀਨੀਅਰਿੰਗ ਦੀ ਪੜ੍ਹਾਈ, ਤੇ ਬੜੇ ਬੱਚੇ ਖੁਸ਼ ਸੀਗੇ। ਸਟਾਰਟਿੰਗ ਦੇ ਵਿੱਚ ਮੈਂ ਜਦੋਂ ਦੇਖਿਆ, ਜਦੋਂ ਬੱਚਿਆਂ ਨੂੰ ਪਤਾ ਲੱਗਾ ਕਿ ਇੱਥੇ ਕਾਲਜ ਖੋਲ੍ਹਿਆ ਗਿਆ, ਗਰੀਬ ਬੱਚੇ, ਉਹਨਾਂ ਦੀਆਂ ਇੱਛਾ ਵੀ ਸੀਗੀਆਂ ਜਿਹੜੇ ਇੰਜੀਨੀਅਰਿੰਗ ਕਰਨਾ ਚਾਹੁੰਦੇ ਸੀਗੇ। ਤੇ ਮੈਨੂੰ ਬੜੀ ਰੂਹ ਨੂੰ ਸੰਤੁਸ਼ਟੀ ਹੁੰਦੀ ਸੀ, ਯਾਰ ਸਾਡੇ ਜਿਹੜੇ ਗਰੀਬ ਬੱਚੇ ਜਿਹੜੇ ਕਦੇ ਸੋਚ ਨਹੀਂ ਸਕਦੇ, ਕਿ ਸੈਂ ਤੂੰ ਬੜਾ ਵਧੀਆ ਕੰਮ ਕੀਤਾ, ਪੁੰਨ ਵਾਲਾ ਕੰਮ ਕੀਤਾ। 2 ਸਾਲ ਕਲਾਸਾਂ ਚੱਲੀਆਂ, ਸਰਕਾਰ ਬਦਲ ਗਈ। ਮੇਰੇ ਕੋਲੇ ਵਿਚਾਰੇ ਬੱਚੇ ਜਿਹੜੇ ਪੜ੍ਹਦੇ ਸੀ, ਮੇਰੇ ਕੋਲੇ, ਅੰਕਲ ਸਾਡਾ ਕਾਲਜ ਬੰਦ ਕਰਨ ਨੂੰ ਫਿਰਦੇ, ਸਾਨੂੰ ਕਹਿੰਦੇ ਕਿ ਤੁਹਾਨੂੰ ਅਸੀਂ ਅੰਮ੍ਰਿਤਸਰ ਤਬਦੀਲ ਕਰਨਾ, ਅਸੀਂ ਤੇ ਅੰਮ੍ਰਿਤਸਰ ਦਾ ਚੱਲ ਹੀ ਨਹੀਂ ਸਕਦੇ। ਇਹੀ ਜਿਹੜੇ ਮੁੱਖ ਮੰਤਰੀ ਜਿਹੜੇ ਗੱਲਾਂ ਕਰਦੇ, ਮੈਂ ਇੱਕ 4.5 ਸਾਲਾਂ 'ਚ ਨਹੀਂ ਹੋਇਆ, ਮੈਂ 3 ਮਹੀਨਿਆਂ 'ਚ ਕਰਤਾ। ਇਹ ਟੈਕਨੀਕਲ ਐਜੂਕੇਸ਼ਨ ਦੇ ਮਿਨਿਸਟਰ ਸੀਗੇ। ਮੈਂ ਫੋਨ ਕੀਤਾ, ਕਿਉਂਕਿ ਅਸੀਂ ਇਕੱਠੇ ਰਹੇ ਸੀਗੇ, 10 ਸਾਲ MLA ਰਹੇ ਸੀਗੇ, ਇੱਕ ਤਰ੍ਹਾਂ ਦੀ ਸਾਂਝ ਸੀਗੀ। ਮੈਂ ਕਿਹਾ, ਚੰਨੀ ਸਾਹਿਬ ਯਾਰ ਤੁਸੀਂ ਮੰਤਰੀ ਜੇ, ਤੇ ਮੈਂ ਬਾਰਡਰ ਏਰੀਏ 'ਚ ਕਾਲਜ ਖੜਿਆ ਇੰਜੀਨੀਅਰਿੰਗ ਦਾ, ਤੇ ਬੜੀ ਵੱਡੀ ਨਿਆਮਤ ਹੈ, ਤੇ ਮੈਨੂੰ ਪਤਾ ਲੱਗਾ ਕਿ ਤੁਹਾਡਾ ਡਿਪਾਰਟਮੈਂਟ ਜਾਂ ਪੰਜਾਬ ਸਰਕਾਰ ਉਹਨੂੰ ਬੰਦ ਕਰਨ ਨੂੰ ਫਿਰਦੀ ਹੈ। ਕਿਤੇ ਇਹ ਲੋੜਾ ਨਾ ਮਾਰਿਆ ਜੀ। ਮੈਨੂੰ ਕਹਿੰਦੇ ਨਹੀਂ ਨਹੀਂ ਨਹੀਂ, ਇਹ ਨਹੀਂ ਬੰਦ ਹੁੰਦਾ। ਉਹ ਬੱਚੇ ਮੇਰੇ ਕੋਲ 15ਵੀਂ ਦਿਨ ਫੇਰ ਆ ਗਏ, ਅੰਕਲ ਕੁਛ ਨਹੀਂ ਹੋਇਆ। ਮੈਂ ਫਿਰ ਫੋਨ ਕੀਤਾ, ਮੈਂ ਅਖੀਰ 4 ਫੋਨ ਕੀਤੇ ਤੇ ਬਾਅਦ 'ਚ ਪਤਾ ਲੱਗਾ ਵੀ ਤਾਲਾ ਮਾਰਤਾ। ਹਾਂਜੀ, ਉਹ ਇੰਜੀਨੀਅਰਿੰਗ ਕਾਲਜ ਨੂੰ ਤਾਲਾ ਵੱਜ ਗਿਆ। ਇੱਥੇ ਮੈਂ ਸਬ ਡਿਵੀਜ਼ਨ ਲੈ ਕੇ ਆ। ਸਾਡੇ ਨਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਬ ਡਿਵੀਜ਼ਨ ਪੱਟੀ ਹੈ। ਅਸੀਂ ਪੱਟੀ ਚਾਹੁੰਦੇ। 2 ਕੌਂਸਟੀਚੁਐਂਸੀਜ਼ ਦੇ ਲੋਕ ਜਿਹੜੇ ਨੇ, ਉਹਨਾਂ ਨੂੰ ਇੱਕੋ ਸਬ ਡਿਵੀਜ਼ਨ ਪੈਂਦੀ। ਬੜਾ ਵਰਕਲੋਡ ਹੈ ਉਹਦੇ ਉੱਤੇ। ਤੇ ਮੈਂ ਬੜੇ ਚਿਰ ਤੋਂ ਕੋਸ਼ਿਸ਼ ਕਰ ਰਿਹਾ ਸੀਗਾ ਸਾਡੇ ਇੱਥੇ ਸਬ ਡਿਵੀਜ਼ਨ ਮਿਲ ਜੇ। ਚਲੋ ਕੈਰੋਂ ਪਰਿਵਾਰ ਜਾਂ ਆਦੇਸ਼ ਪ੍ਰਤਾਪ ਹੋਰਾਂ ਨੇ ਵੀ ਨਹੀਂ ਜੀ ਸਾਡੀ ਪੱਟੀ ਆ ਜੀ, ਪੱਟੀ ਰਹਿਣੀ ਚਾਹੀਦੀ, ਬੜੇ ਉਹ ਅੱਗੋਂ ਅੜਚਨ ਖੜੀ ਕਰਦੇ ਰਹੇ। ਅਖੀਰ ਬਾਦਲ ਸਾਹਿਬ ਨੇ ਮੇਰੀ ਮੰਡੀ ਤੇ ਸਬ ਡਿਵੀਜ਼ਨ ਮਨਜ਼ੂਰ ਕਰਵਾਤੀ। ਸਬ ਡਿਵੀਜ਼ਨ ਮਨਜ਼ੂਰ ਕਰਤੀ, ਅਫਸਰ ਤਾਇਨਾਤ ਹੋ ਗਏ, ਉਹਦੀ ਬਿਲਡਿੰਗ ਬਣਨੀ ਸੀਗੀ, ਤੇ ਮੈਂ ਮਨਜ਼ੂਰ ਕਰਵਾਈ ਸੀ ਭਿੱਖੀਵਿੰਡ। ਅਜੇ ਕਿ ਮੇਰਾ ਪਿੰਡ ਵਲਟੋਆ ਆ, ਮੈਂ ਉੱਥੇ ਵੀ ਕਰਵਾ ਸਕਦਾ ਸੀ। ਵੱਡਾ ਨਗਰ ਹੈ, ਇਤਿਹਾਸਕ ਨਗਰ ਹੈ, ਬੜਾ ਮਸ਼ਹੂਰ ਨਗਰ ਹੈ। ਪਰ ਮੈਂ ਕਿਉਂਕਿ ਲੋਕਾਂ ਦਾ ਰੁਝਾਨ ਕਿੱਧਰ ਨੂੰ ਹੈ, ਸਾਡਾ ਪੋਲੀਟੀਕਲੀ, ਐਡਮਿਨਿਸਟ੍ਰੇਟਿਵਲੀ, ਜੋਗ੍ਰਾਫੀਕਲੀ ਸਾਰਾ ਕੁਝ ਦੇਖਦੇ ਹੋਏ ਮੈਂ ਭਿੱਖੀਵਿੰਡ ਵਿੱਚ ਮਨਜ਼ੂਰ ਕਰਵਾਈ। ਸਰਕਾਰ ਬਦਲ ਗਈ, ਇਹ ਕੰਪਲੈਕਸ ਬਣਨਾ ਸੀਗਾ। ਨਵੇਂ MLA ਸਾਹਿਬ ਆ ਗਏ, ਉਹਨਾਂ ਨੂੰ ਤਰੀਕੇ ਆ ਵੀ ਪੈਸਾ ਕਿਸ ਤਰ੍ਹਾਂ ਕਮਾਉਣਾ, ਸਾਨੂੰ ਤਾਂ ਪਤਾ ਹੀ ਨਹੀਂ। ਅਸੀਂ ਤਾਂ ਸਾਝੇ ਬੰਦੇ ਆ। ਉਹਨੇ ਕੀ ਕੀਤਾ ਵੀ ਇੱਥੋਂ ਪ੍ਰਪੋਜ਼ਲ ਹੀ ਬਦਲਤੀ। ਕਦੀ ਆਪਦੇ ਪਿੰਡ ਵਾਲੇ ਪਾਸੇ ਨੂੰ ਲੈ ਗਿਆ ਜੀ, ਇੱਥੇ ਬਣਾ ਦਿਓ ਜੀ। ਮਕਸਦ ਕੀ ਸੀਗਾ ਕਿ ਜਿਹੜਾ 20 ਲੱਖ ਵਾਲਾ ਕਿੱਲਾ ਹੈ, ਮੈਂ ਸਰਕਾਰ ਤੋਂ ਰੇਟ ਲਵਾ ਕੇ 2-2 ਕਰੋੜ ਦਾ ਵੇਚੂੰਗਾ। ਫਿਰ ਮੈਂ ਹਾਈ ਕੋਰਟ 'ਚ ਰੇਟ ਪਵਾ ਕੇ ਉਹ ਸਟੇ ਕਰਵਾਈ। ਅਸੀਂ ਇੱਥੇ ਹੀ ਬਣਾਵਾਂਗੇ। ਬਲਟੋਹਾ ਸਾਹਿਬ, ਇਹ ਤੁਹਾਡੀ ਕਹਿ ਸਕਦੇ ਆ ਕਿ 10 ਸਾਲ ਦੀ ਜਿਹੜੀ ਕਾਰਗੁਜ਼ਾਰੀ ਦੀ ਰਿਪੋਰਟ ਆ, ਤੇ ਕਿਉਂਕਿ ਤੁਸੀਂ ਇਹਨਾਂ ਲੋਕਾਂ ਦੇ ਨਾਲ ਜੁੜੇ ਹੋਏ ਆ, MLA ਕੋਈ ਵੀ ਆਵੇ, ਕੋਈ ਵੀ ਜਾਵੇ, ਤੁਸੀਂ ਉਹਨਾਂ ਲੋਕਾਂ ਦੀਆਂ ਪ੍ਰੋਬਲਮਾਂ ਤਾਂ ਬਿਨਾਂ ਸ਼ੱਕ ਸੁਣਦੇ ਰਹੇ ਹੋਵੋਗੇ, ਕਿਉਂਕਿ ਤੁਹਾਡੇ ਕੋਲ ਇੱਕ ਤਾਕਤ ਆ।
5 ਸਾਲ ਜਿਹੜੇ ਹੁਣ ਹੈਗੇ ਆ ਸੱਤਾ ਦੇ ਵਿੱਚ, ਉਹਨਾਂ ਦੀ ਵਰਕ ਰਿਪੋਰਟ, ਉਹਨਾਂ ਨੇ ਕੁਝ ਹੋਰ ਕੰਮਾਂ ਨੂੰ ਨਹੀਂ ਕਰਵਾਇਆ, ਤੁਸੀਂ ਸਾਰਾ ਕੁਝ ਕਰਵਾਇਆ, ਉਹਨਾਂ ਦੇ ਬਾਰੇ ਚ ਕੀ ਕਹੋਗੇ? ਨਹੀਂ, ਮੈਂ ਤਾਂ ਕੀ ਕਹਿਣਾ, ਲੋਕਾਂ ਨੇ ਪੁੱਛ ਲਿਆ। ਸੇਵਾ ਕੇਂਦਰ ਸੀ ਉਹ ਬੰਦ ਹੋ ਗਏ, ਔਰ ਜਿੱਥੇ ਮੈਂ ਗੱਲ ਛੱਡ ਗਿਆ ਸੀ ਉੱਥੇ ਦੀ ਉੱਥੇ ਖੜੋਤੀ ਹੈ। ਆ ਬੈਠੀ ਇੱਥੇ ਭਿੱਖੀਵਿੰਡ ਵਾਲੇ, ਆ ਭਿੱਖੀਵਿੰਡ ਸਾਡਾ ਏਰੀਏ ਦਾ ਜਿਹਦੇ ਤੇ ਅਸੀਂ ਮਾਣ ਕਰ ਸਕਦੇ ਹਾਂ ਕਿ ਜਿੱਥੇ ਸਾਡਾ ਉਹ ਭਾਈਚਾਰਾ ਵਸਦਾ ਹੈ, ਜਿਹਨੂੰ ਆਪਾਂ ਕਹਿ ਦਈਏ ਕਿ ਵਪਾਰੀ ਵਰਗ, ਭਾਵੇਂ ਹਰ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਨੇ। ਕੋਈ ਗਲੀ ਇੱਥੋਂ ਦੀ ਨਹੀਂ ਸੀ ਜਦੋਂ ਜਦੋਂ ਮੇਰੇ ਕੋਲ ਇੱਥੇ ਕਮਾਂਡ ਆਈ ਉਸ ਤੋਂ ਪਹਿਲਾਂ, ਜਿਹਦੇ ਵਿੱਚੋਂ ਤੁਸੀਂ ਸੁੱਕੇ ਪੈਰੀ ਲੰਘ ਸਕੋ। ਗਲੀਆਂ ਦੇ ਵਿੱਚ ਚਿੱਕੜ ਤੇ ਪਾਣੀ ਸੀ, ਚਾਹੇ ਹਾੜ ਹੋਵੇ ਚਾਹੇ ਸਿਆਲ ਹੋਵੇ। ਇਸ ਤਰ੍ਹਾਂ ਸੀ ਨਾ ਵੀ, ਪੁੱਛ ਲਓ, ਤੁਹਾਡਾ ਹੀ ਬੰਦਾ ਹੈ। ਮੈਂ ਬੜੇ ਤਰੀਕੇ ਨਾਲ ਬਾਦਲ ਸਾਹਿਬ ਕੋਲ ਪੈਸਾ ਲੈਣ ਕੇ, ਮੈਂ ਬਾਦਲ ਸਾਹਿਬ ਸਾਡੇ ਉਹ ਜਿਹੜੇ ਸਾਡੇ ਲੋਕ ਨੇ ਜਿਨ੍ਹਾਂ ਨੂੰ ਵਧੀਆ ਰਹਿਣ ਸਹਿਣ ਦੀ ਆਦਤ ਹੈ, ਤੇ ਜੇ ਉਹਨਾਂ ਗਲੀਆਂ 'ਚ ਅਸੀਂ ਜਾਂਦੇ ਹਾਂ ਤਾਂ ਬਦਬੂ ਆਉਂਦੀ ਹੈ। ਮੈਂ ਕਰੋੜਾਂ ਰੁਪਈਆ ਲਿਆਂਦਾ। ਆ ਸਾਡੇ ਐਮਸੀ ਸਾਹਿਬ ਬੈਠੇ, ਹਾਂਜੀ, ਇਹਨਾਂ ਨੇ ਡਿਵੈਲਪਮੈਂਟ ਕਰਾਈ। ਆ ਦੋਨੋਂ ਐਮਸੀ ਸਾਡੇ ਸੀਗੇ, ਹਾਂਜੀ, ਹੁਣ ਵੀ ਐਮਸੀ ਸਿਟਿੰਗ ਐਮਸੀ ਹੈ ਜਿੱਥੇ ਇਲੈਕਸ਼ਨ। ਤੇ ਅਸੀਂ ਇੱਥੇ ਸਮੁੱਚਾ ਭਿੱਖੀਵਿੰਡ ਦਾ ਵਿਕਾਸ ਕਰਾਇਆ। ਸਾਡਾ ਖੇਮਕਰਨ ਇਤਿਹਾਸਕ ਸ਼ਹਿਰ ਹੈ, ਬੜਾ ਪੁਰਾਣਾ, ਔਰ 1862 ਦੇ ਵਿੱਚ ਲਾਹੌਰ ਮਿਊਨਿਸਪਲ ਕਮੇਟੀ ਬਣਦੀ ਹੈ। ਉਸ ਤੋਂ ਬਾਅਦ ਸਮੁੱਚੇ ਪੰਜਾਬ 'ਚ ਅਜੇ ਅੰਮ੍ਰਿਤਸਰ ਵੀ ਨਹੀਂ ਸੀ ਬਣਿਆ, ਤੇ ਸਾਡੀ ਖੇਮਕਰਨ ਜਿਹੜੀ ਹੈ ਉਹ ਜਿਹੜੀ ਹੈ ਨੋਟੀਫਾਈਡ ਏਰੀਆ ਕਮੇਟੀ ਸੀਗੀ। ਉਸ ਤੋਂ ਬਾਅਦ ਬਾਕੀ ਸਭ ਬਾਅਦ 'ਚ ਬਣਦੀਆਂ। ਏਡਾ ਵਧੀਆ ਸ਼ਹਿਰ ਸੀਗਾ, ਉਹ ਬਾਰਡਰ ਤੇ ਆ ਗਿਆ। 4 ਚੁਫੇਰੇ ਉਹਦੇ ਡਿਫੈਂਸ ਡਰੇਨ ਆ ਗਈ, ਡਿਫੈਂਸ ਲਾਈਨ ਆ ਗਈ, ਚਾਰੇ ਪਾਸਿਓਂ ਘਿਰ ਗਿਆ। ਉਹ ਪਾਣੀ ਦਾ ਇੱਕ ਤਰ੍ਹਾਂ ਦਾ ਮਤਲਬ ਕਹਿ ਦਿਓ ਕਿ ਨਿਕਾਸ ਹੀ ਕੋਈ ਨਾ ਰਹਿ ਗਿਆ। ਉਹਦੀਆਂ ਗਲੀਆਂ 'ਚ ਲੋਕਾਂ ਦੇ ਪਾਣੀ ਫਿਰਦਾ ਹੁੰਦਾ ਸੀਗਾ, ਘਰਾਂ 'ਚ। ਮੇਰੇ ਕੋਲੇ ਜਦੋਂ ਆ ਗਿਆ, ਮੈਂ ਉੱਥੋਂ 5 ਕਿਲੋਮੀਟਰ 6 ਕਿਲੋਮੀਟਰ ਦੂਰ ਜਾ ਕੇ ਉਹਦਾ ਪਾਣੀ ਦਾ ਨਿਕਾਸ ਕੀਤਾ। ਪਾਕਿਸਤਾਨ ਬਾਰਡਰ 'ਚ ਸਾਡੇ ਉੱਥੇ ਕਸੂਰ ਨਾਲਾ ਜਿਹੜਾ ਪਾਕਿਸਤਾਨ 'ਚ ਜਾਂਦਾ ਹੈ, ਮੈਂ ਉਹਦੇ 'ਚ ਜਾ ਕੇ ਪਾਣੀ ਦਾ ਨਿਕਾਸ ਕੀਤਾ। ਏਡਾ ਦੂਰ ਸੀਵਰੇਜ ਉੱਥੇ ਜਾ ਕੇ ਸੁੱਟਿਆ, ਔਰ ਹਰੇਕ ਤਰ੍ਹਾਂ ਦੀ ਡਿਵੈਲਪਮੈਂਟ ਕੀਤੀ, ਪਿੰਡਾਂ ਦੀ ਕੀਤੀ। ਪੰਜਾਬ 'ਚ ਇੱਕ ਰੁਝਾਨ ਹੈ, ਲੋਕੀ ਜਿਹੜੇ ਕਿਸਾਨ ਨੇ ਉਹ ਫਾਰਮ ਹਾਊਸਾਂ ਤੇ ਖੇਤ ਮਤਲਬ ਘਰ ਬਣਾ ਕੇ ਰਹਿੰਦੇ, ਔਰ ਸਭ ਤੋਂ ਵੱਧ ਰੁਝਾਨ ਹੈਗਾ ਮਾਝੇ 'ਚ। ਮਾਝੇ 'ਚੋਂ ਸਭ ਤੋਂ ਵੱਧ ਹੈਗਾ ਜਿਹੜਾ ਸਾਡਾ ਜ਼ਿਲ੍ਹਾ ਹੈ, ਤੇ ਸਾਡੇ ਜ਼ਿਲ੍ਹੇ 'ਚ ਸਭ ਤੋਂ ਵੱਧ ਜਿਹੜਾ ਰੁਝਾਨ ਹੈ ਜਿਹੜਾ ਕਿਸਾਨ ਭਾਈਚਾਰਾ, ਉਹ ਖੇਮਕਰਨ ਹਲਕੇ 'ਚ। ਸਾਡੀ ਤੇ ਮੇਰਾ ਖਿਆਲ 70% ਆਬਾਦੀ ਜਿਹੜੀ ਹੈ ਕਿਸਾਨ ਭਾਈਚਾਰਾ, ਇਸ ਤੋਂ ਵੀ ਵੱਧ ਖੇਤਾਂ 'ਚ ਰਹਿੰਦੇ। 24 ਘੰਟੇ ਬਿਜਲੀ ਸਪਲਾਈ ਸਾਰਿਆਂ ਨੂੰ ਦਿੱਤੀ, ਜਿਹੜੀ ਕਿ ਉਹਨਾਂ ਕੋਲੇ ਹੁੰਦੀ ਹੀ ਨਹੀਂ ਸੀ। 24 ਘੰਟੇ ਅੱਜ ਏਸੀ ਚੱਲਦੇ ਹੈ, ਹਰ ਤਰ੍ਹਾਂ ਦੀ ਨਿਆਮਤ ਹੈ। ਉਹਨਾਂ ਦੇ ਰਾਹ ਪੱਕੇ ਕਰਕੇ ਦਿੱਤੇ, ਮਤਲਬ 2-2 3-3 ਕਿਲੋਮੀਟਰ ਲੰਬੇ ਜਿਹੜੇ ਰਾਹ ਪੱਕੇ ਕਰਕੇ ਦਿੱਤੇ। ਨਹੀਂ ਤੇ ਮੀਂਹ ਪੈ ਜਾਂਦਾ ਸੀ, ਬੱਚੇ ਸਕੂਲੇ ਨਹੀਂ ਜਾ ਸਕਦੇ, ਕੋਈ ਬਿਮਾਰ ਹੋ ਜਾਏ ਉਹਨੂੰ ਹਸਪਤਾਲ ਨਹੀਂ ਖੜ ਸਕਦੇ। ਇਹੋ ਜਿਹੀਆਂ ਜਿਹੜੀਆਂ ਸਕੀਮਾਂ ਨੇ, ਸਭ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸੀਗੀਆਂ। ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਵਿੱਚ ਇੱਕ ਵੱਡੀ ਚੁਣੌਤੀ ਵੀ ਕਹਿ ਸਕਦੇ ਹਾਂ, ਕਿਤੇ ਨਾ ਕਿਤੇ ਮਾਝੇ ਦਾ ਦੌਰਾ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਮਾਵਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਕਿਹਾ ਕਿ ਨਸ਼ਾ, ਔਰ ਕਈ ਵਾਰੀ ਉਹ ਇਸ ਹੱਦ ਤੱਕ ਪਰੇਸ਼ਾਨ ਆ, ਉਹ ਕਹਿੰਦੀਆਂ ਵੀ ਜਿਹੜਾ ਮਰਜ਼ੀ ਆ ਜੇ, ਸਭ ਕਹਿੰਦੇ ਆ, ਵਾਅਦਾ ਕਰਦੇ ਆ, ਪਰ ਨਸ਼ੇ ਨਹੀਂ ਮੁੱਕਦੇ। ਸਾਡੇ ਬੱਚਿਆਂ ਦੀਆਂ ਲਾਸ਼ਾਂ, ਅੱਜ ਮੈਂ ਇੱਕ ਪਿੰਡ ਦੇ ਵਿੱਚ ਦੌਰਾ ਕੀਤਾ ਤੇ ਇੱਕ ਬੱਚੇ ਦੀ ਜਿਹੜੀ ਆ ਲਾਸ਼ ਢੋ ਚੁੱਕੇ ਹੋਏ ਆ, ਦੂਜੇ ਦੀ ਉਹ ਕਹਿੰਦੀ ਵੀ ਮੈਨੂੰ ਲੱਗਦਾ ਤਿਆਰੀ ਹੈ, ਤੇ ਮਾਂ ਆਪਦੇ ਮੂੰਹੋਂ ਹੀ ਇਹ ਗੱਲ ਕਹਿ ਰਹੀ ਹੈ ਵੀ ਜਦੋਂ ਨਸ਼ਾ ਬੰਦ ਹੀ ਨਹੀਂ ਕਰ ਰਿਹਾ ਤੇ ਅਸੀਂ ਕਰੀਏ ਕੀ ਲੱਗਦਾ ਇਹਦੇ ਉੱਤੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਕਿਉਂਕਿ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਹਾਂ ਕਿ ਭਿਆਨਕ ਦੌਰ ਹੈ ਜਿਹੜਾ ਖਤਮ ਹੋਣ ਦਾ ਨਾਮ ਨਹੀਂ ਲੈਂਦਾ। ਹਰ ਵਾਰ ਜਿਹੜੀ ਵੀ ਪਾਰਟੀ ਸੱਤਾ ਚਾਹੁੰਦੀ ਆ, ਵਾਅਦਾ ਕਰਦੀ ਆ, ਪਰ ਇਹ ਵਾਅਦਾ ਨਿਭਦਾ ਕਿਉਂ ਨਹੀਂ ਆ ਕਿਸੇ ਵੱਲੋਂ? ਦੇਖੋ, ਬਦਕਿਸਮਤੀ ਪੰਜਾਬ ਦੀ ਕਿ ਜਿੱਥੇ ਦੁੱਧ ਦਹੀਂ ਦੀਆਂ ਨਹਿਰਾਂ ਵਗਦੀਆਂ ਸੀ, ਉੱਥੇ ਸਾਡੀ ਜਵਾਨੀ ਦੇ ਵਿੱਚ ਕੁਝ ਅਜਿਹੇ ਬੱਚੇ ਵੀ ਨੇ ਜਿਹੜੇ ਨਸ਼ੇ ਦਾ ਸ਼ਿਕਾਰ ਹੋਏ ਨੇ। ਉਹਨਾਂ ਦੇ ਇਲਾਜ ਵਾਸਤੇ ਸਭ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਸੀਗੀ, ਔਰ ਮੇਰਾ ਖਿਆਲ ਕੋਈ ਵੀ ਸਰਕਾਰ ਹੋਵੇ ਉਹ ਕਦਾਚਿਤ ਨਹੀਂ ਚਾਹੁੰਦੀ। ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਚਾਹੁੰਦੇ ਕਿ ਨਸ਼ਾ ਖਤਮ ਹੋ ਜਾਏ। ਹੁਣ ਗੱਲ ਕੀ ਹੈ ਕਿ ਨਸ਼ਾ ਤੇ
ਅਮਰੀਕਾ 'ਚ ਵੀ ਬੜਾ ਜੀ ਹੈਗਾ ਨਾ, ਕੈਨੇਡਾ 'ਚ ਵੀ ਬੜਾ। ਜੀ ਤੇ ਨਸ਼ਾ ਗੋਆ 'ਚ, ਦਿੱਲੀ 'ਚ, ਪੂਰੇ ਹਿੰਦੁਸਤਾਨ 'ਚ ਕੋਈ ਕਸਰ ਕੋਈ ਨਹੀਂ ਹੈਗੀ। ਜੀ ਹੁਣ ਗੱਲ ਕੀ ਹੈ ਕਿ ਇਹਦੇ ਪਿੱਛੇ ਕੌਣ ਲੋਕ ਨੇ ਜੀ ਜੋ ਮੈਂ ਤੱਤ ਕੱਢਿਆ। ਮੈਂ ਇਹ ਨਹੀਂ ਕਿ ਤੁਹਾਡੇ ਚੈਨਲ ਤੇ, ਮੈਂ ਇਸ ਤੋਂ ਪਹਿਲਾਂ ਵੀ ਇਹਦੇ ਪ੍ਰਗਟਾਵੇ ਕਰ ਚੁੱਕਾ ਹਾਂ। ਜੀ ਇਹ ਜਿਹੜੀਆਂ ਪੁਲਿਸ ਦੇ ਵਿੱਚ ਬੈਠੀਆਂ ਹੋਈਆਂ ਕਾਲੀਆਂ ਭੇਡਾਂ ਨੇ, ਆਪਾਂ ਪੋਲੀਟੀਕਲ ਕਹਿ ਦਿੰਦੇ ਹਾਂ ਜੀ, ਇਹਨੂੰ ਪੋਲੀਟੀਕਲ ਸ਼ੈਲਟਰ ਸੀਗੀ ਜੀ, ਇਹਨੂੰ ਆਹ ਸੀਗਾ ਉਹ ਸੀਗਾ। ਕੋਈ ਪੋਲੀਟੀਕਲ ਬੰਦਾ, ਕੋਈ ਗਰਕਿਆ ਹੋਵੇ, ਭਾਵੇਂ ਕੋਈ ਅਜਿਹੇ ਧੰਦੇ 'ਚ ਹੋਵੇ, ਜੀ ਤੇ ਮੈਂ ਨਹੀਂ ਕਹਿੰਦਾ ਕਿ ਕਿਸੇ ਦੀ ਰੂਹ ਇਜਾਜ਼ਤ ਦਿੰਦੀ ਹੈ ਕਿ ਉਹ ਅਜਿਹੇ ਬੰਦੇ ਨੂੰ ਪਸੰਦ ਕਰਦਾ ਹੋਵੇ ਜਾਂ ਅਜਿਹੇ ਬੰਦੇ ਦੀ ਕੋਈ ਹਮਾਇਤ ਕਰੇ। ਪਰ ਇਹਦੇ ਵਿੱਚ ਜਿਹੜੀਆਂ ਪੁਲਿਸ ਦੇ ਵਿੱਚ ਬੈਠੀਆਂ ਹੋਈਆਂ ਗੰਦੀਆਂ ਭੇਡਾਂ ਨੇ, ਜੀ ਇਹ ਉਹਨਾਂ ਦਾ ਨੈਕਸਸ ਹੈ। ਜੀ ਔਰ ਪੁਲਿਸ ਨੇ ਇੱਕ ਸੌਖਾ ਸਾਧਨ ਸਮਝਿਆ ਹੋਇਆ ਅਜਿਹੇ ਲੋਕਾਂ ਮਤਲਬ ਅਜਿਹੇ ਧੰਦੇ ਦੇ ਵਿੱਚੋਂ ਪੈਸਾ ਕਮਾਉਣਾ। ਤੇ ਉਸ ਕਰਕੇ ਜਿਹੜਾ ਕੰਮ ਚੱਲਦਾ ਆ। ਔਰ ਇਹ ਜਿਹੜਾ ਨੈਕਸਸ ਜਿਹੜਾ ਪੁਲਿਸ ਦਾ ਆ, ਉਹ ਨੈਕਸਸ ਜਿਹੜਾ ਮਾੜੇ ਲੋਕਾਂ ਦੇ ਨਾਲ ਆ, ਉਹ ਪੋਲੀਟੀਕਲ ਜਿਹੜੀ ਪਾਵਰ ਹੈ ਉਹਨੂੰ ਉਹ ਤੋੜਨਾ ਪਊਗਾ। ਅਸੀਂ ਪੋਲੀਟੀਕਲੀ ਲੋਕਾਂ ਨੂੰ ਇੱਕ ਦੂਜੇ ਨੂੰ ਬਦਨਾਮ ਕਰੀ ਜਾਂਦੇ। ਪਰ ਇਹ ਤਾਂ ਆਮ ਹੀ ਕਿਹਾ ਜਾਂਦਾ ਹੈ ਕਿ ਪੁਲਿਸ ਤਾਂ ਜਿਹੜੀ ਆ ਸੱਤਾ ਧਿਰ ਹੁੰਦੀ ਆ, ਉਹਦੇ ਤੋਂ ਪਾਸੇ ਬਾਹਰ ਨਿਕਲ ਕੇ ਕੰਮ ਹੀ ਨਹੀਂ ਕਰ ਸਕਦੀ। ਨਹੀਂ, ਇਹ ਤਾਂ ਗੱਲਾਂ ਹੀ ਆ ਨਾ। ਹੁਣ ਪੁਲਿਸ ਨੂੰ ਤੁਸੀਂ ਇਹੀ ਕਹਿ ਸਕਦੇ ਹੋ ਨਾ, ਜਾ ਕੇ ਫੜੋ। ਪਰ ਆਮ ਤੌਰ ਤੇ ਤਾਂ ਬਟੂਆ ਸਾਹਿਬ ਇਹ ਹੁੰਦਾ ਵੀ ਜਦੋਂ ਕੋਈ ਧਰਨੇ ਤੇ ਬੈਠੇ ਹੋਣ, ਉਹ ਕਹਿੰਦੇ ਵੀ ਇਹ ਤਾਂ ਹੁਕਮ ਹੀ ਹੁੰਦਾ ਇਹਨਾਂ ਨੂੰ ਵੀ ਜੇ ਅਕਾਲੀ ਆ ਤੇ ਉਹਨਾਂ ਦੇ ਕਹਿਣ ਤੇ ਸਾਨੂੰ ਕੁੱਟਣੇ ਪੈਣੇ ਆ, ਜੇ ਕਾਂਗਰਸੀ ਤੇ ਉਹਨਾਂ ਦੇ ਕਹਿਣ ਤੇ ਕੁੱਟਣੇ ਪੈਣੇ ਆ। ਇਹ ਤਾਂ ਆਮ ਹੀ ਗੱਲ ਹੈ। ਨਹੀਂ, ਇੱਕ ਮੈਂ ਦੱਸਾਂ ਜੀ, ਜਿਹੜੇ ਕੁੱਟਣ ਕਟਾਉਣ ਵਾਲੀ ਗੱਲ ਆ, ਨਾ ਤੇ ਇੱਥੋਂ ਤੱਕ ਜਾਣਾ ਚਾਹੀਦਾ ਹੈ, ਤੇ ਨਾ ਅਜਿਹੇ ਹਾਲਾਤ ਪੈਦਾ ਕਰਨੇ ਚਾਹੀਦੇ। ਕਿ ਪੁਲਿਸ ਆਜ਼ਾਦ ਰੂਪ ਚ ਕੰਮ ਕਰਦੀ ਆ ਤੇ ਆਪਣੀ ਬਿਨਾਂ ਦੇ ਉੱਤੇ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਜਿਹੜੇ ਆ ਉਹ ਨਸ਼ਾ ਵੇਚਣ ਵਾਲੇ ਹੋਣਗੇ? ਇੱਕ ਮੈਂ ਦੱਸਾਂ, ਜੀ ਮੈਂ ਤੁਹਾਡੀ ਗੱਲ ਦੂਸਰੇ ਪਾਸੇ ਨੂੰ ਲਿਜਾਣਾ ਚਾਹੁੰਦਾ। ਜੀ 2013 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜੀ ਭੋਲਾ ਡਰੱਗ ਐਕਟ ਨੰਗਾ ਕੀਤਾ। ਪਤਾ ਨਹੀਂ ਕਿੰਨੇ 100 ਕਰੋੜ ਦੀ, ਕਿ ਪਤਾ ਨਹੀਂ ਕਿੰਨੇ 1000 ਕਰੋੜ ਦੀ ਬਣਾ ਕੇ ਜੀ ਡਰੱਗ ਜਿਹੜੀ ਹੈ, ਸਾਨੂੰ ਨਹੀਂ ਪਤਾ ਉਹ ਕਿੰਨੇ ਦੀ ਹੈ। ਉਹ ਕਿੰਨੇ ਫੜਿਆ ਹੈ? ਅਕਾਲੀ ਸਰਕਾਰ ਨੇ ਫੜਿਆ ਹੈ ਨਾ। ਜੀ ਤੇ ਅਕਾਲੀਆਂ ਨੂੰ ਕੀ ਫੁੱਲ ਪਾਇਆ? ਮਤਲਬ ਫੜਿਆ ਅਕਾਲੀ ਸਰਕਾਰ ਨੇ, ਉਹਨਾਂ ਤੇ ਕੇਸ ਚੱਲਿਆ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਅਕਾਲੀ ਸਰਕਾਰ ਵੇਲੇ ਤੇ ਬਣਾਏ ਹੋਏ ਕੇਸਾਂ ਤੇ ਹੋਈਆਂ। ਜੀ ਤੇ ਕੀ ਹੈ ਉਹਦੀ ਐਪਰੀਸੀਏਸ਼ਨ ਹੋਈ? ਕੈਪਟਨ ਸਾਹਿਬ ਨੇ ਬੋਰਡ ਲਗਾ ਦਿੱਤੇ ਥਾਂ ਥਾਂ ਤੇ, ਉਹ ਕਹਿੰਦੇ ਮੈਂ ਇੰਨੇ ਗੈਂਗਸਟਰ, ਇੰਨੇ ਨਸ਼ੇ ਵਾਲੇ ਫੜ ਲਏ। ਦੇਖੋ, ਮੈਂ ਇੱਕ ਗੱਲ ਦੱਸਾਂ, ਜੀ ਕੈਪਟਨ ਸਾਹਿਬ ਨੇ ਤੇ ਇੱਥੇ ਉਹ ਪਿੰਡਾਂ 'ਚ ਬੋਰਡ ਲਾਤੇ ਕਿ ਨਸ਼ਾ ਮੁਕਤ ਹੈ। ਜਿਹੜੇ ਪਿੰਡ ਦੇ ਸਰਪੰਚ ਦੇ ਭਰਾ ਨਸ਼ੇ ਦੇ ਕੇਸਾਂ 'ਚ ਅੰਦਰ ਸੀਗੇ, ਜੀ ਤੇ ਲਾਇਆ ਵੀ ਸਰਪੰਚ ਦੇ ਘਰ ਦੇ ਉੱਤੇ ਵੱਡਾ ਕਰਕੇ ਕਿ ਨਸ਼ਾ ਮੁਕਤ ਪਿੰਡ। ਉਹ ਕਹਿੰਦੇ ਵੀ ਨਸ਼ਈਆਂ ਨੂੰ ਤਾਂ ਅਸੀਂ ਜੇਲ੍ਹਾਂ 'ਚ ਭੇਜਤਾ। ਚਲੋ, ਨਸ਼ਈਆਂ ਨੂੰ ਵਿਚਾਰਿਆਂ ਨੂੰ ਜੇਲ੍ਹਾਂ 'ਚ ਭੇਜਤਾ ਹੋਊਗਾ, ਨਸ਼ਾ ਵੇਚਣ ਵਾਲਿਆਂ ਨੂੰ ਕਿੰਨਿਆਂ ਨੂੰ ਭੇਜਿਆ? ਮੈਂ ਜਿਹੜੀ ਗੱਲ ਕਰੂੰਗਾ, ਮੈਂ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਬਕਾਉਂਦੇ ਸੀਗੇ। ਮੈਂ ਤਾਂ ਆਪਦੀ ਜਿਹੜਾ ਮੇਰਾ ਮਨ ਕਹਿੰਦਾ ਮੈਂ ਉਹ ਗੱਲ ਕਰੂੰਗਾ। ਪਰ ਇਹ ਜਿਹੜੀ ਸੱਤਾ ਧਿਰ ਆ, ਉਹਨੂੰ ਇਸ ਗੱਲ ਦੀ ਜਿਹੜੀ ਸੁਪਰਵਿਜ਼ਨ ਕਰਨੀ ਪਊਗੀ, ਇਸ ਗੱਲ ਦਾ ਧਿਆਨ ਰੱਖਣਾ ਪਊਗਾ, ਇਹਦੇ ਬਾਰੇ ਇੱਕ ਨੀਤੀ ਬਣਾਉਣੀ ਪਊਗੀ ਕਿ ਜਿਹੜੇ ਅਜਿਹੇ ਲੋਕ ਨੇ ਜਿਹੜੇ ਸਮਗਲਰਾਂ ਦੇ ਨਾਲ ਵਰਦੀ ਦੇ ਵਿੱਚ ਰਲੇ ਹੋਏ ਨੇ, ਤੇ ਉਹਨਾਂ ਨੂੰ ਫਿਰ ਸਖਤ ਸਜ਼ਾਵਾਂ ਜਦੋਂ ਦਿਓਗੇ ਨਾ। ਇੱਥੇ ਸਾਡੇ ਐਸਐਸਪੀ ਸੀ ਰਾਜਜੀਤ, ਉਹ ਬਾਅਦ ਚ ਉਹਦਾ ਰੌਲਾ ਰੱਪਾ ਜਿਹਾ ਪਿਆ, ਪਤਾ ਨਹੀਂ ਤੁਸੀਂ ਸੁਣਿਆ ਨਾ ਕਿ ਨਹੀਂ ਸੁਣਿਆ। ਉਹਦਾ ਮੈਨੂੰ ਪਤਾ ਲੱਗਾ ਕਿ ਉਹ ਸਮਗਲਿੰਗ ਵਾਲਿਆਂ ਤੋਂ, ਸਮਗਲਰਾਂ ਤੋਂ ਪੈਸੇ ਲੈਂਦਾ ਹੈ। ਉਹਨੇ ਇੱਥੋਂ ਤੱਕ ਕੀ ਕੀਤਾ, ਕੋਈ ਸਮਗਲਰ ਪਰਿਵਾਰ ਸੀ, ਤੇ ਮੈਨੂੰ ਪਤਾ ਲੱਗਾ ਕਿ ਫੜਿਆ ਗਿਆ। ਤੇ ਮੈਂ ਕਿਹਾ ਚੰਗੀ ਗੱਲ। ਤੇ ਮੈਨੂੰ ਪਤਾ ਲੱਗਾ ਕਿ 10 ਦਿਨ ਹੀ ਉਹ ਤੋਂ ਬਾਹਰ ਝੋਨਾ ਵੇਚਦੇ ਫਿਰਦੇ ਆ। ਤੇ ਮੈਂ ਬੰਦੇ ਨੂੰ ਕਿਹਾ, ਯਾਰ ਪਤਾ ਲਓ ਇਹ ਕਿਵੇਂ ਬਾਹਰ ਆ ਗਏ। ਉਹ ਬੰਦਿਆਂ ਨੇ, ਮੇਰਿਆਂ ਨੇ ਬੜੇ ਤਰੀਕੇ ਨਾਲ ਪਤਾ ਲਿਆ ਕਿ ਪਤਾ ਲੱਗਾ ਕਿ 45 ਲੱਖ ਰੁਪਈਆ ਦੇ ਕੇ ਆਏ। ਤੇ ਮੈਂ ਐਸਐਸਪੀ ਨੂੰ ਉਸੇ ਵੇਲੇ ਸੱਦਿਆ। ਮੈਂ ਕਿਹਾ, ਐਸਐਸਪੀ ਸਾਹਿਬ, ਬੰਦੇ ਫੜੇ ਸੀ, ਤੁਹਾਡੇ ਤੋਂ ਬਿਨਾਂ ਛੁੱਟ ਨਹੀਂ ਸਕਦੇ।
ਤੇ 45 ਲੱਖ ਰੁਪਈਆ ਤੁਹਾਡੇ ਨਾਂ ਤੇ ਜੀ ਤੁਹਾਡੇ ਇਸ ਬੰਦੇ ਨੇ ਲਿਆ। ਜੀ ਆਂਦੇ ਨਹੀਂ ਜੀ, ਹੋ ਹੀ ਨਹੀਂ ਸਕਦਾ ਜੀ, ਇਹ ਨਹੀਂ ਹੋ ਸਕਦਾ। ਮੈਂ ਕਿਹਾ ਜੀ ਤੁਹਾਨੂੰ ਮੈਂ 2 ਦਿਨ ਦੇਣਾ, ਮੈਂ 3 ਦਿਨ ਵੀ ਦੇ ਦੇਣਾ, ਜੀ ਇਹ ਤੁਸੀਂ ਦੇਖ ਲਓ ਕਿ 4 ਦਿਨ ਵੀ ਚਾਹੀਦੇ 4 ਦਿਨ ਵੀ ਦੇ ਦੇਣਾ, ਤੁਸੀਂ ਆਪਦੀ ਤਹਿਕੀਕਾਤ ਕਰ ਲਓ। ਤੁਸੀਂ ਮੈਨੂੰ ਉਦੋਂ ਜਵਾਬ ਦੇ ਦਿਆ ਜੇ ਵੀ ਇਹ ਬੰਦੇ ਫੜ ਕੇ ਛੱਡੇ ਗਏ ਕਿ ਨਹੀਂ ਛੱਡੇ ਗਏ, ਪੈਸੇ ਲੈ ਕੇ ਛੱਡੇ ਗਏ ਕਿ ਨਹੀਂ ਛੱਡੇ ਗਏ। ਜੀ ਤੇ ਜੇ ਤੁਸੀਂ ਕਹੋਗੇ ਕਿ ਨਹੀਂ ਤੇ ਫਿਰ ਮੈਂ ਸਾਬਤ ਕਰੂੰਗਾ। ਜੀ ਮੈਂ ਸਾਬਤ ਕਰੂੰਗਾ, ਮੈਂ ਇਹ ਨਹੀਂ, ਮੈਂ ਸਰ ਸੁਖਬੀਰ ਸਿੰਘ ਬਾਦਲ ਨੂੰ ਦੱਸੂਗਾ, ਉਹ ਬੰਦੇ ਮੈਂ ਚੁੱਕੂੰਗਾ, ਚੁਕਵਾਉਂਗਾ, ਪੁਲਿਸ ਨੂੰ ਤਫਤੀਸ਼ ਕਰਾਂਗਾ, ਉਹਨਾਂ ਦੀ ਕਰਾਵਾਂਗਾ ਠੋਕ ਕੇ, ਤੇ ਉੱਥੇ ਜਿਹੜੇ ਜਿੰਨੇ ਵੀ ਪੈਸੇ ਲਏ ਆ ਉਹ ਗੱਲ ਸਾਹਮਣੇ ਆ ਜਾਣੀ। ਜੀ ਅਜੇ ਮੈਥੋਂ ਨੇ 4 ਦਿਨ ਦਾ ਟਾਈਮ ਲਿਆ, ਤੇ ਮੈਂ ਕਿਹਾ ਉਸ ਤੋਂ ਬਾਅਦ ਮੈਂ ਸਰ ਸੁਖਬੀਰ ਸਿੰਘ ਬਾਦਲ ਨੂੰ ਦੱਸੂਗਾ, ਉਸ ਤੋਂ ਬਾਅਦ ਮੈਂ ਕਾਰਵਾਈ ਕਰੂੰਗਾ। ਤੁਸੀਂ ਮੰਨਣਾ ਨਹੀਂ, ਮੈਨੂੰ ਅਗਲੀ ਰਾਤ ਹੀ ਫੋਨ ਆ ਗਿਆ, ਪਲਟੋਆ ਸਾਹਿਬ ਤੁਸੀਂ ਬਿਲਕੁਲ ਸੱਚੇ ਸੀ, ਬੜੇ ਕੰਜਰ ਨੇ ਜਿਹੜੇ ਮੇਰੇ ਥੱਲੇ ਨੇ, ਇਹਨਾਂ ਦਾ ਬੇੜਾ ਗਰਕ ਹੋਇਆ, ਇਹਨਾਂ ਦਾ ਮੂੰਹ ਕਾਲਾ ਹੋਇਆ। ਮੈਨੂੰ ਤਾਂ ਪਤਾ ਵੀ ਮੂੰਹ ਉਹਦਾ ਕਾਲਾ ਆ। ਮੈਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਗੱਲ ਕੀਤੀ, ਸਰ ਸੁਖਬੀਰ ਸਿੰਘ ਬਾਦਲ ਕੋਲੇ ਗੱਲ ਕੀਤੀ। ਮੈਂ ਕਿਹਾ ਇਹੋ ਜਿਹਾ ਬੰਦਾ ਐਸਐਸਪੀ ਨਹੀਂ ਰਹਿਣਾ ਚਾਹੀਦਾ, ਇਸ ਬੰਦੇ ਨੂੰ ਇਮੀਡੀਏਟ ਸਾਡੇ ਉੱਥੋਂ ਰਿਮੂਵ ਕਰੋ, ਸਾਡੀ ਵੱਲੋਂ ਨੂੰ ਡੀਜੀਪੀ ਲਾ ਦਿਓ, ਪਰ ਅਸੀਂ ਤਰਨਤਾਰਨ 'ਚ ਨਹੀਂ ਰਹਿਣ ਦੇਣਾ, ਜਲੂਸ ਕੱਢਾਂਗੇ ਇਹ ਬੰਦੇ ਦਾ। ਇਮੀਡੀਏਟ ਉਹਨੂੰ ਇੱਥੋਂ ਬਦਲਿਆ। ਪਰ ਉਹ ਤੇ ਇੱਕ ਅਫਸਰ ਦੀ ਗੱਲ ਹੈ ਨਾ ਜਿਹੜੀ ਮੇਰੇ ਸਾਹਮਣੇ ਆ ਗਈ, ਇਹੋ ਜਿਹੇ ਤਾਂ ਪਤਾ ਨਹੀਂ ਕਿੰਨੇ ਬੈਠੇ ਆ। ਬਲਟੋਆ ਸਾਹਿਬ, ਮੇਰੇ ਆਖਰੀ 2 ਸਵਾਲ ਹੈ ਛੋਟੇ ਛੋਟੇ, ਉਹਨਾਂ ਦੇ ਉੱਤੇ ਮੈਂ ਤੁਹਾਡਾ ਰਿਐਕਸ਼ਨ ਜ਼ਰੂਰ ਚਾਹੁੰਦੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਕੰਮ ਕੀਤਾ ਔਰ ਬਿਨਾਂ ਸ਼ੱਕ ਸਾਂਝ ਕੇਂਦਰ ਬਣੇ ਔਰ ਬਹੁਤ ਸਾਰੇ ਕੰਮ, ਨਵੀਆਂ ਸ਼ੁਰੂਆਤਾਂ ਕੀਤੀਆਂ, ਉਸ ਤੋਂ ਬਾਅਦ ਬੇਅਦਬੀ ਦਾ ਹੋਣਾ ਔਰ ਮਜੀਠੀਆ ਸਾਹਿਬ ਦੇ ਜਿਹੜੇ ਆ, ਭਾਵੇਂ ਉਹ ਵਿਰੋਧੀ ਧਿਰਾਂ ਚੱਕਣ, ਭਾਵੇਂ ਕੁਝ ਵੀ ਹੋਵੇ, ਕੀ ਲੱਗਦਾ ਕਿ ਇਹ 2 ਪੁਆਇੰਟ ਜਿਹੜੇ ਆ ਉਹ ਕਿਸ ਹੱਦ ਤੱਕ ਬੈਕ ਜਿਹੜੇ ਆ ਫੁੱਟ ਤੇ ਲੈ ਕੇ ਗਏ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਅੱਗੇ ਜਿਸ ਤਰੀਕੇ ਨਾਲ ਵਿਰੋਧੀ ਧਿਰਾਂ ਦਾ ਡਟ ਕੇ ਵਿਰੋਧ ਕਰਦੀਆਂ ਔਰ ਬਹੁਤ ਜ਼ਿਆਦਾ ਆਲੋਚਨਾ ਇਸ ਚੀਜ਼ ਤੇ ਹੋਈ, ਕੀ ਲੱਗਦਾ ਕਿੰਨਾ ਕੁ ਨੁਕਸਾਨ ਹੋਇਆ, ਤੇ ਆਉਣ ਵਾਲੇ ਸਮੇਂ 'ਚ ਇਹ ਚੀਜ਼ ਦਾ ਕੀ ਲੱਗਦਾ ਕਿ ਕਿੰਨਾ ਕੁ ਜ਼ਿਆਦਾ ਹੋਰ ਅਸਰ ਜਿਹੜਾ ਇਹਦੀ ਛਵੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਪਊਗਾ, ਖਾਸ ਤੌਰ ਤੇ ਬੇਅਦਬੀ ਵਾਲਾ ਮਸਲਾ? ਦੇਖੋ, ਇਹ 2017 'ਚ ਚੱਲ ਗਿਆ, ਉਦੋਂ ਲੋਕਾਂ ਨੂੰ ਪਤਾ ਨਹੀਂ ਸੀ, ਲੋਕਾਂ ਦੇ ਜਜ਼ਬਾਤਾਂ ਨਾਲ, ਧਾਰਮਿਕ ਜਜ਼ਬਾਤ ਨੇ, ਉਹਨਾਂ ਦੇ ਨਾਲ ਇਹੋ ਜਿਹਾ ਪ੍ਰਚਾਰ ਜਿਹੜਾ ਸੋਸ਼ਲ ਮੀਡੀਆ ਜਿਹੜਾ ਹੈ, ਅਸੀਂ ਇਸ ਮਤਲਬ ਵਿਉਂ 'ਚ ਕਹਿ ਲਓ ਜਾਂ ਇਸ ਮਾਣ 'ਚ ਕਹਿ ਲਓ ਰਹਿ ਗਏ ਕਿ ਅਸੀਂ ਤਾਂ ਕੰਮ ਬੜਾ ਕੀਤਾ, ਸਾਡੇ ਤੇ ਕੋਈ ਬਰਾਬਰੀ ਹੈ ਨਹੀਂ, ਲੋਕ ਸਾਨੂੰ ਯਾਰ ਮਤਲਬ ਲੋਕ ਵੋਟਾਂ ਕਿਵੇਂ ਨਹੀਂ ਪਾਉਣਗੇ। ਤੇ ਜਿੱਥੋਂ ਤੱਕ ਇਸ ਗੱਲ 'ਚ ਰਹੇ ਕਿ ਅਸੀਂ ਸੱਚੇ ਹਾਂ, ਪਰ ਉਹ ਅਜਿਹਾ ਪ੍ਰਚਾਰ ਕੀਤਾ ਗਿਆ, ਉਹਦਾ ਲਾਹਾ ਜਿਹੜਾ ਹੈ ਵਿਰੋਧੀ ਧਿਰਾਂ ਨੇ ਲਿਆ ਤੇ ਨੁਕਸਾਨ ਅਕਾਲੀ ਦਲ ਨੂੰ ਹੋਇਆ। ਪਰ ਜੇ ਆਪਾਂ ਕਹਿ ਦਈਏ ਇਹਦੇ ਕਰਕੇ ਹੀ ਕਾਂਗਰਸ ਦੀ ਸਰਕਾਰ ਬਣੀ, ਇਹ ਝੂਠ ਹੈ। ਕਾਂਗਰਸ ਦੀ ਸਰਕਾਰ ਬਣੀ, ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ, ਜਿਹੜਾ ਅਕਾਲੀ ਦਲ ਦਾ ਕਿਸਾਨੀ ਵੋਟ ਬੈਂਕ ਸੀ ਜਿਹੜਾ ਬੜਾ ਮਜ਼ਬੂਤ ਸੀਗਾ, ਕਿਸਾਨੀ ਕਰਜ਼ੇ ਦੇ ਨਾਂ ਤੇ ਉਹਨਾਂ ਨੂੰ ਠੱਗਿਆ, ਔਰ ਹਰੇਕ ਘਰ ਦੇ ਵਿੱਚ ਸਰਕਾਰੀ ਨੌਕਰੀ ਪੱਕੀ, ਉਹਦੇ ਨਾਂ ਤੇ ਨੌਜਵਾਨਾਂ ਨੂੰ ਤੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਠੱਗਿਆ, ਬੱਚਿਆਂ ਨੂੰ ਸਮਾਰਟਫੋਨ ਤੇ ਡਾਟਾ ਫ੍ਰੀ, ਉਹਦੇ ਨਾਂ ਤੇ ਠੱਗਿਆ। ਤੇ ਸਭ ਤੋਂ ਵੱਡੀ ਠੱਗੀ ਮਾਰੀ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ। ਲੋਕਾਂ ਨੇ ਵਿਸ਼ਵਾਸ ਕੀਤਾ ਕਿ ਯਾਰ ਇਹ ਤਾਂ ਕਰੂ, ਸਹੁੰ ਉੱਤੇ ਕੀ ਹੁੰਦਾ, ਗੁਰੂ ਉੱਤੇ ਕੀ ਹੈ। ਅਗਲਾ ਸਰਕਾਰ ਬਣਾ ਗਿਆ, ਤੁਸੀਂ ਕਹਿੰਦੇ ਪਾਸੇ ਕਰਤਾ, 4.5 ਸਾਲ ਤੇ ਹੰਢਾ ਗਿਆ, ਪੌਣੇ 5 ਸਾਲ ਦੀ ਸਰਕਾਰ ਹੁੰਦੀ ਹੈ, ਪੌਣੇ 5 ਸਾਲ ਹੀ ਹੁੰਦੀ ਹੈ ਨਾ, 3 ਮਹੀਨੇ ਤੇ ਇਲੈਕਸ਼ਨ ਚ ਲੰਘਦੇ ਆ, ਉਹਦੇ ਹੰਢਾ ਕੇ ਤੇ ਗਾਂਹ ਗਿਆ, ਤੇ ਕੀਤਾ ਕਿ ਕੱਖ ਨਹੀਂ, ਲੋਕਾਂ ਨੇ ਕੀ ਵਿਗਾੜ ਲਿਆ। ਇਸ ਕਰਕੇ ਜਿਹੜਾ ਆ ਇਹ ਵੀ ਮੁੱਦੇ ਹੈਗੇ ਸੀਗੇ, ਪਰ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਅਕਾਲੀ ਦਲ ਨੂੰ ਸ਼ਿਕਾਰ ਬਣਾਇਆ ਗਿਆ। ਅਕਾਲੀ ਦਲ ਦੀ ਚੰਗੀ ਭਲੀ ਸਰਕਾਰ ਚੱਲਦੀ ਸੀਗੀ। ਮੈਂ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਜਿਹੜੀ ਬੇਅਦਬੀ ਹੈ, ਇਹ ਤੇ ਫਿਰ ਪੰਥਕ ਜਮਾਤ ਸੀ। ਮੈਂ ਕਹਿਣਾ ਕਿ ਸਿੱਖਾਂ ਦੀ ਸਰਕਾਰ ਵੀ ਨਾ ਹੋਵੇ, ਕੋਈ ਨੌਨ ਸਿੱਖ ਵੀ ਹੋਵੇ, ਉਹ ਵੀ ਕਦਾਚਿਤ ਨਹੀਂ ਚਾਹੂਗਾ ਕਿ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ, ਕਦੇ ਨਹੀਂ ਚਾਹੂਗਾ। ਅਕਾਲੀ ਦਲ ਦੀ ਸਰਕਾਰ ਸੀ, ਸਿੱਖ ਮੁੱਖ ਮੰਤਰੀ ਸੀ, ਸਿੱਖ ਬਹੁਲ ਏਰੀਆ ਆ, ਸਿੱਖਾਂ ਦੀ ਜਿਹੜੀ ਕਹਿ ਦਈਏ ਕਿ ਆਪਾਂ ਸਰਵੇ ਸਰਵ ਸੀ, ਉਹ ਫਿਰ ਕਿਸ ਤਰ੍ਹਾਂ ਚਾਹਣਗੇ। ਹੁਣ ਇਹਦੇ ਬਾਰੇ ਮੈਂ ਜੋ ਸੋਚਦਾ, ਜੋ ਮੇਰੀ ਨਿੱਜੀ ਰਾਏ, ਮੈਂ ਸਭ ਤੋਂ ਪਹਿਲਾਂ ਮੈਂ
ਮੀਡੀਆ ਦੇ ਵਿੱਚ ਵੀ ਇਹ ਦਿੰਦਾ ਹੁੰਦਾ ਸੀਗਾ ਕਿ ਹੋ ਸਕਦਾ ਹੈ ਕੋਈ ਦੇਸ਼ ਵਿਰੋਧੀ ਤਾਕਤ ਹੋਵੇ ਜਿਹਨੇ ਇਹ ਕੀਤਾ ਹੋਵੇ ਕਿ ਦੇਸ਼ ਦੇ ਵਿੱਚ ਪੰਜਾਬ 'ਚ ਭੜਕਾਹਟ ਪੈਦਾ ਕਰਕੇ ਉਹ ਜਿਹੜੇ 82 83 ਵਾਲੇ ਜਦੋਂ ਕਿਤੇ ਪੂਛਾਂ ਸੁੱਟਤੀਆਂ, ਕਿਤੇ ਸਿਗਟਾਂ ਸੁੱਟਤੀਆਂ, ਕਿਤੇ ਗਾਂ ਦਾ ਸਿਰ ਸੁੱਟਤਾ, ਇਹ ਅਜਿਹੇ ਹਾਲਾਤ ਪੈਦਾ ਕਰਕੇ ਭੜਕਾਹਟ ਪੈਦਾ ਕੀਤੀ ਜਾਵੇ। ਫਿਰ ਮੈਂ ਇਹ ਵੀ ਮੇਰੇ ਮਨ 'ਚ ਆਉਂਦਾ ਹੁੰਦਾ ਸੀ ਯਾਰ ਪੰਜਾਬ ਵਿਰੋਧੀ ਹੋ ਸਕਦੇ ਕਿ ਪੰਜਾਬ ਬੜਾ ਤਰੱਕੀ ਇਹ ਯਾਫਤਾ ਸੂਬਾ ਆ ਤੇ ਇੱਥੋਂ ਦੇ ਲੋਕਾਂ ਦੇ ਨਾਲ ਈਰਖਾ ਕਰਨ ਵਾਲੇ ਲੋਕ ਜਿਹੜੇ ਨੇ ਸ਼ਾਇਦ ਕੋਈ ਏਜੰਸੀਆਂ ਦਾ ਕੰਮ ਹੋਵੇ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕੀਤੀ ਜਾਵੇ। ਫਿਰ ਮੈਂ ਸੋਚਦਾ ਹੁੰਦਾ ਸੀ ਸ਼ਾਇਦ ਕੋਈ ਸਿੱਖ ਵਿਰੋਧੀ ਸ਼ਕਤੀ ਹੋਵੇ ਵੀ ਜਿਹੜੇ ਸਿੱਖੀ ਨਾਲ ਨਫ਼ਰਤ ਕਰਨ ਵਾਲੇ ਲੋਕ ਨੇ, ਸਿੱਖ ਧਰਮ ਨੂੰ ਦੇ ਉੱਤੇ ਹਮਲਾ ਕਰਨ ਵਾਲੇ ਲੋਕ ਨੇ ਹੋ ਸਕਦੇ। ਪਰ ਮੈਂ ਹੁਣ ਸੋਚਦਾ ਹਾਂ ਜਿਹੜਾ ਮੇਰਾ ਹੁਣ ਮਨ ਕਹਿੰਦਾ ਹੈ ਭਾਵੇਂ ਕਿ ਜਾਂਚ ਦਾ ਵਿਸ਼ਾ ਹੈ ਕਿ ਇਹਦੇ ਪਿੱਛੇ ਕਾਂਗਰਸ ਸੀਗੀ, ਇਹਦੇ ਪਿੱਛੇ ਸਾਰੀ ਕਹਾਣੀ ਦੇ ਪਿੱਛੇ ਕਾਂਗਰਸ ਸਰਕਾਰ ਦੀ, ਪ੍ਰਸ਼ਾਂਤ ਕਿਸ਼ੋਰ ਵਰਗੇ ਦੀ ਸੋਚ ਸੀ ਜਿਹਨੇ ਪੰਜਾਬ ਦੇ ਲੋਕਾਂ ਨੂੰ ਗੁਟਕਾ ਸਾਹਿਬ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਸੁਪਨਾ ਵੀ ਨਹੀਂ ਸੀ, ਇਹ ਪ੍ਰਸ਼ਾਂਤ ਕਿਸ਼ੋਰ ਨੇ ਸਿਖਾਇਆ ਨਾ ਇਸ ਤਰ੍ਹਾਂ ਪੀ ਲਓ, ਫਾਰਮ ਭਰੋ, ਫਿਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਓ, ਵੇਖੋ ਲੋਕੀ ਕਿਵੇਂ ਸ਼ਹੀਦ ਹੋਣ ਤੱਕ ਜਾਂਦੇ ਆ। ਤੇ ਜਿਹੜਾ ਪੰਜਾਬ 'ਚ ਮਾਹੌਲ ਵਿਗਾੜਿਆ ਗਿਆ ਇਹ ਵੀ ਪ੍ਰਸ਼ਾਂਤ ਕਿਸ਼ੋਰ ਦੀ ਉਸ ਕਹਾਣੀ ਦਾ ਪਾਰਟ ਹੋ ਸਕਦਾ ਹੈ। ਤੇ ਤੁਸੀਂ ਦੇਖੋ ਹੁਣ ਚੋਣਾਂ ਆਈਆਂ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਜੋ ਕੁਛ ਵੀ ਉੱਥੇ ਘਟਨਾ ਵਾਪਰੀ ਹੈ, ਜੇ ਉਹ ਘਟਨਾ ਨੂੰ ਅੰਜਾਮ ਦੇ ਜਾਂਦਾ, ਜੋ ਕੁਛ ਵੀ ਦੇ ਗਿਆ ਕੋਈ ਛੋਟੀ ਗੱਲ ਨਹੀਂ ਗੀ, ਜੰਗਲਾਂ ਟੱਪ ਕੇ ਰਮਾਲਿਆਂ ਤੱਕ ਪਹੁੰਚ ਗਿਆ, ਗੁਰੂ ਸਾਹਿਬ ਦੇ ਜਿਹੜੇ ਸਰੂਪ ਤੱਕ ਇੱਕ ਤਰ੍ਹਾਂ ਉਹ ਪਹੁੰਚ ਗਿਆ, ਤੇ ਇਸ ਤੋਂ ਵੱਡੀ ਬੇਅਦਬੀ ਤੇ ਹੋਰ ਕੀ ਹੋ ਸਕਦੀ ਹੈ। ਪਰ ਜੇ ਜਿਹੜੀ ਉਹ ਘਟਨਾ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਜੇ ਉਹ ਦੇ ਜਾਂਦਾ ਤੇ ਇਹਨਾਂ ਕਾਂਗਰਸੀਆਂ ਨੇ ਕੀ ਕਹਿਣਾ ਸੀ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ 'ਚ ਬੇਅਦਬੀ ਕਰਵਾਤੀ ਤੇ ਇਹ ਅਕਾਲੀ ਦਲ ਨੇ ਕਰਵਾਈ ਹੈ ਚੋਣਾਂ ਜਿੱਤਣ ਲਈ, ਇਹਦੇ ਨਾਲ ਚੋਣਾਂ ਜਿੱਤੀਆਂ, ਬੇਅਦਬੀ ਹੋਈ, ਨੁਕਸਾਨ ਕਿਹਦਾ ਹੋਇਆ? ਅਕਾਲੀ ਦਲ ਦਾ ਹੋਇਆ ਨਾ। ਤੇ ਕਰਵਾਈ ਕਿੰਨਾ ਹੋ ਸਕਦੀ ਹੈ? ਜਿਨ੍ਹਾਂ ਨੂੰ ਫਾਇਦਾ ਹੋਇਆ, ਜਿਨ੍ਹਾਂ ਨੇ ਉਹਦਾ ਲਾਹਾ ਲਿਆ। ਤੇ ਜਿਹੜੇ ਗੁਰੂ ਸਾਹਿਬ ਦੀ ਝੂਠੀ ਸਹੁੰ ਖਾ ਸਕਦੇ ਹੈ, ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰ ਸਕਦੇ ਹੈ, ਟੈਂਕਾਂ ਤੇ ਤੋਪਾਂ ਨਾਲ ਕਾਲ ਤਖਤ ਨੂੰ ਢਾਹ ਸਕਦੇ ਹੈ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਗੋਲੀਆਂ ਮਾਰ ਸਕਦੇ ਆ, ਤਾਬਿਆ ਬੈਠੇ ਗ੍ਰੰਥੀ ਨੂੰ ਸ਼ਹੀਦ ਕਰ ਸਕਦੇ ਆ। ਮੈਂ ਉਹਨਾਂ ਰਾਗੀ ਸਿੰਘਾਂ ਨੂੰ ਸਿਜਦਾ ਕਰਦਾ, ਰੂਹ ਤੋਂ ਕਰਦਾ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਫਰਜ਼ ਨਿਭਾਉਂਦੇ ਹੋਏ, ਮਰਜ਼ਾਦਾ ਨਿਭਾਉਂਦੇ ਹੋਏ, ਕੀਰਤਨ ਕਰਦੇ ਹੋਏ ਵਰਦੀਆਂ ਗੋਲੀਆਂ ਵਿੱਚ ਸ਼ਹੀਦੀ ਤੇ ਪਾ ਗਏ, ਪਰ ਕੀਰਤਨ ਕਰਨਾ ਨਹੀਂ ਉਹਨਾਂ ਛੱਡਿਆ। ਸ਼੍ਰੀ ਹਰਿਮੰਦਰ ਸਾਹਿਬ ਲਹੂ ਲੁਹਾਨ ਹੋਇਆ, ਕਿਹਨੇ ਕੀਤਾ ਸੀਗਾ? ਕਾਂਗਰਸ ਨੇ ਕੀਤਾ ਸੀ ਨਾ, ਗਾਂਧੀ ਪਰਿਵਾਰ ਨੇ ਕੀਤਾ ਸੀ ਨਾ। ਤੇ ਫਿਰ ਗਾਂਧੀ ਪਰਿਵਾਰ ਅੱਜ ਕਿਵੇਂ ਸਾਡਾ ਸਗਾ ਹੋ ਸਕਦਾ? ਉਹਨਾਂ ਨੂੰ ਗੁਰੂ ਦੇ ਨਾਲ ਸਾਡੇ ਨਾਲ ਕੀ ਕਾਹਦਾ ਡਰ ਹੈ? ਇਸ ਕਰਕੇ ਜਿਹੜੀਆਂ ਗੱਲਾਂ ਨੇ ਹੁਣ ਗੱਲਾਂ ਕਰਨ ਨੂੰ ਆਪਾਂ ਜਿੰਨੀ ਮਰਜ਼ੀ ਕਰੀ ਚਲੀਏ, ਮੈਂ ਇੱਕੋ ਗੱਲ ਕਹੂੰਗਾ ਕਿ ਜੇ ਪੰਜਾਬ ਵਾਸਤੇ ਕੋਈ ਲੜਿਆ ਆ, ਪੰਜਾਬ ਵਾਸਤੇ ਕੋਈ ਡਟਿਆ ਆ, ਜੇ ਪੰਜਾਬ ਵਾਸਤੇ ਮੋਰਚੇ ਲਾਏ ਆ, ਪੰਜਾਬ ਵਾਸਤੇ ਕੁਰਬਾਨੀ ਦਿੱਤੀ ਹੈ, ਪੰਜਾਬ ਵਾਸਤੇ ਜੇਲ੍ਹਾਂ ਕੱਟੀਆਂ, ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਹੈ। ਤੇ ਕਟਵਾਈਆਂ ਕਿਹਨੇ? ਧੱਕੇ ਕਿਹਨੇ ਕੀਤੇ? ਕਾਂਗਰਸ ਨੇ। ਅੱਜ ਕੀ ਹੈ? ਅੱਜ ਕੇਜਰੀਵਾਲ ਵੋਟਾਂ ਮੰਗਦਾ ਨਾ। ਮੇਰੇ ਤਾਂ ਇੱਕੋ ਸਵਾਲ, ਮੈਂ ਤਾਂ ਪਿੰਡਾਂ 'ਚ ਕਹਿੰਦਾ ਵੀ ਭਾਈ ਜੇ ਇੱਥੇ ਕੋਈ ਆਉਂਦਾ ਨਾ ਮੰਗਣ, ਮੈਂ ਵੀ ਵੋਟ ਪਾ ਦੂੰ। ਕੇਜਰੀਵਾਲ ਤੋਂ ਇਹ ਬਿਆਨ ਦਵਾ ਦਿਓ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਸਾੜ ਸਕਦੇ ਆ, ਵੀ ਝੋਨੇ ਦੀ ਪਰਾਲੀ ਸਾੜ ਸਕਦੇ, ਕਿਉਂਕਿ ਕੋਈ ਹੱਲ ਹੀ ਨਹੀਂਗਾ। ਜੇ ਪਰਾਲੀ ਨਹੀਂ ਸਾੜੋਗੇ, ਕਣਕ ਨਹੀਂ ਬੀਜ ਸਕਦੇ, ਲੋਕਾਂ ਕੋਲ ਨਹੀਂ ਸਾਧਨ ਹੈਗੇ, ਕਿੱਥੋਂ ਇੰਨਾ ਖਰਚਾ ਕਰ ਦੇਣ? ਨਹੀਂ ਖਰਚਾ ਕਰ ਸਕਦੇ, ਨਹੀਂ ਅਫੋਰਡ ਕਰਦੇ, ਉਹਨਾਂ ਨੂੰ ਸਾੜਨੀ ਪੈਂਦੀ ਹੈ। ਇੱਥੇ ਤੇ ਪੋਲੂਸ਼ਨ ਨਜ਼ਰ ਨਹੀਂ ਆਉਂਦਾ, ਉਹ ਕਹਿੰਦਾ ਕਿ ਦਿੱਲੀ ਆ ਗਿਆ। ਪਾ ਕੇ ਅਦਾਲਤਾਂ 'ਚ ਪਟੀਸ਼ਨਾਂ, ਪਾ ਕੇ NGT ਕੋਲੇ ਰੌਲਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲੇ, ਤੇ ਬਣਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ, ਤੇ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਸਮੁੱਚੀ ਕਿਸਾਨੀ ਦੀ ਮੈਂ ਕਹਿੰਦਾ ਕਿ ਹਮਲਾ ਕੀਤਾ। ਤੇ ਕੇਜਰੀਵਾਲ ਨੇ ਕਾਨੂੰਨ ਬਣਵਾ ਦਿੱਤਾ ਕਿ ਜਿਹੜਾ ਪਰਾਲੀ ਸਾੜੂ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ, ਉਹਨੂੰ ਸਜ਼ਾ ਦਿੱਤੀ ਜਾਵੇ, ਉਹਨੂੰ ਜੁਰਮਾਨੇ ਕੀਤੇ ਜਾਣ। ਜੁਰਮਾਨੇ ਕਰਨ ਵਾਲਿਆਂ ਦੇ ਵੀ ਸ਼ਾਬਾਸ਼ੀ ਜਿਹੜੇ ਮੁਕਰਰ ਕੀਤੇ ਸੀ। 1 ਏਕੜ ਦਾ ਹੀ ਪਰਾਲੀ ਸਾੜਨ ਤੇ 1 ਕਰੋੜ ਰੁਪਈਆ, ਮੇਰਾ ਖਿਆਲ ਸਾਰਾ ਟੱਬਰ ਵੇਚ ਕੇ ਵੀ ਨਹੀਂ ਦੇ ਸਕਦਾ ਸੀ ਕੋਈ। ਇਹ ਕਿਹਦੇ ਪਵਾੜੇ ਆ? ਕੇਜਰੀਵਾਲ ਦੇ ਹੈ ਨਾ। ਤੇ ਜੇ ਕੇਜਰੀਵਾਲ ਨੂੰ ਮੈਂ ਤਾਂ ਕਿਹਾ ਇੱਕੋ ਸਵਾਲ, ਜਿਹੜੇ ਵੋਟਾਂ ਮੰਗਣ ਆਉਂਦੇ ਆ ਉਹਨੂੰ ਕਹਿੰਦੇ ਕੇਜਰੀਵਾਲ ਤੋਂ ਇਹ ਬਿਆਨ ਦਵਾ ਦਿਓ ਕਿ ਜਿਹੜਾ ਮੈਂ ਕਾਨੂੰਨ ਬਣਵਾਇਆ ਹੈ, ਪੰਜਾਬ ਦੀ ਕਿਸਾਨੀ ਨੂੰ ਇਹਦੇ ਵਾਸਤੇ ਬਦਨਾਮ ਕੀਤਾ ਹੈ, ਉਹਦੀ ਮੈਂ ਮਾਫੀ ਮੰਗਦਾ ਹਾਂ। ਅੱਗੇ ਤੋਂ ਪੰਜਾਬ ਦੇ ਕਿਸਾਨ ਜਿਹੜੇ ਆ ਜੀ ਸਦਕੇ ਪਰਾਲੀ ਸਾੜਨ। ਨੰਬਰ 2, ਤੁਸੀਂ ਵੀ ਰਮਨ ਚਾਹੁੰਦੇ ਹੋਗੇ ਕਿ ਜਿਹੜੇ ਬੰਦੀ ਸਿੰਘ ਹੈ,
ਭਾਵੇਂ ਤੁਸੀਂ ਪੱਤਰਕਾਰ ਜੇ। ਆ ਮੇਰਾ ਰਕੇਸ਼ ਕੁਮਾਰ ਰਿੰਕੂ ਧਮਣਾ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ। ਮੇਰੇ ਮੁਸਲਿਮ ਵੀ ਵੀਰ ਹੈਗੇ ਆ ਇੱਥੇ, ਮੇਰੇ ਕ੍ਰਿਸਚਨ ਭਾਈਚਾਰਾ ਬੜਾ। ਸਾਰੇ ਕਹਿੰਦੇ ਆ ਕਿ ਯਾਰ ਉਹ ਹਾਲਾਤ ਨਹੀਂ ਰਹਿ ਗਏ, ਉਦੋਂ ਜਜ਼ਬਾਤੀ ਮੁੰਡੇ ਤੁਰ ਗਏ, ਠੀਕ ਹੈ, ਉਦੋਂ ਧੱਕਾ ਹੋਇਆ ਸੀ ਪੰਜਾਬ ਦੇ ਨਾਲ, ਉਦੋਂ ਧੱਕਾ ਹੋਇਆ ਸੀ ਸਿੱਖ ਕੌਮ ਦੇ ਨਾਲ, ਤੇ ਮੁੰਡੇ ਘਰਾਂ ਚੋਂ ਜਜ਼ਬਾਤੀ ਹੋ ਕੇ ਨਿਕਲ ਗਏ, ਕਦਮ ਚੁੱਕ ਲਏ ਉਹਨੇ। ਜੇ ਅਦਾਲਤਾਂ ਨੇ ਸਜ਼ਾਵਾਂ ਦਈਆਂ, ਭੁਗਤ ਲਈਆਂ ਉਹਨਾਂ ਨੇ, ਤੇ ਅੱਜ ਰਿਹਾ ਹੋਣੇ ਚਾਹੀਦੇ ਆ, ਹੋਣੇ ਚਾਹੀਦੇ ਹਨ। ਭਾਈ ਦਵਿੰਦਰਪਾਲ ਸਿੰਘ ਭੁੱਲਰ ਪਿੱਛੋਂ ਸਾਡੇ ਇਲਾਕੇ ਦਾ, ਮਹਿਦੀਪੁਰ ਤੋਂ, ਖੇਮਕਰਨ ਦੇ ਨਾਲ ਪਿੰਡ ਹੈ, ਹੁਣ ਬਠਿੰਡੇ ਰਹਿੰਦੇ, ਉਹ ਪਰਿਵਾਰ ਦਾ ਪਿਛੋਕੜ ਹੈ। ਮੇਰੀ ਉਹਦੇ ਨਾਲ ਬੜੀ ਪੁਰਾਣੀ ਸਾਂਝ, ਅਸੀਂ ਫੈਡਰੇਸ਼ਨ 'ਚ ਇਕੱਠਿਆਂ ਕੰਮ ਕੀਤਾ ਹੈ। ਉਹਦੀ ਰਿਹਾਈ ਦੇ ਚਰਚੇ ਚੱਲੇ। ਉਹਦੀ ਰਿਹਾਈ ਰੋਕਣ ਲਈ ਮਨਿੰਦਰਜੀਤ ਸਿੰਘ ਬਿੱਟਾ ਸੁਪਰੀਮ ਕੋਰਟ ਚਲਾ ਗਿਆ ਕਿ ਨਹੀਂ ਜੀ ਇਹ ਤੇ ਰਿਹਾ ਨਹੀਂ ਹੋਣਾ ਚਾਹੀਦਾ, ਇਹਨੇ ਮੇਰੇ ਤੇ ਹਮਲਾ ਕੀਤਾ ਸੀਗਾ। ਸੁਪਰੀਮ ਕੋਰਟ 'ਚ ਸੁਣਵਾਈ ਚੱਲੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਲੜਿਆ। ਉਸ ਆਪਦੇ ਗੁਰੂ ਦੇ ਸਿੱਖ ਦਾ, ਜਿਹਨੂੰ 27 ਸਾਲ ਦੀ ਉਮਰ 'ਚ ਜੇਲੇ ਜਾਣਾ ਪੈ ਗਿਆ, ਤੇ ਅੱਜ 27 ਸਾਲ ਹੋ ਗਏ ਤੇ 3 ਮਹੀਨੇ ਵਿਆਹ ਨੂੰ ਹੋਏ ਸੀ। ਉਸ ਭੈਣ ਦੇ ਮੈਂ ਸਦਕੇ ਜਾਣਾ, ਜਿਹੜੀ ਸਿਦਕ ਦੇ ਨਾਲ ਉਹਦੇ ਪਿੱਛੇ ਲੜਦੀ ਰਹੀ ਹੈ, ਖੜਦੀ ਰਹੀ ਹੈ, ਜਿਹਨੇ ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖਿਆ। ਤੇ ਜੇ ਅੱਜ ਉਹਦੇ ਪਤੀ ਦੀ ਰਿਹਾਈ ਦੀ ਗੱਲ ਚੱਲੀ, ਬਿੱਟਾ ਸੁਪਰੀਮ ਕੋਰਟ ਚਲਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਸ ਲੜਿਆ, ਤੇ ਫੈਸਲਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ 'ਚ ਆਇਆ। ਤੁਹਾਨੂੰ ਪਤਾ ਹੀ ਹੈ ਕਿ ਸੁਪਰੀਮ ਕੋਰਟ ਨੇ ਕਹਿਤਾ ਕਿ ਬਿੱਟੇ ਦੀ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ, ਤੇ ਬਾਕੀ ਜਿਹੜਾ ਫੈਸਲਾ ਲੈਣ ਦਾ ਉਹ ਹੱਕ ਹੈ ਉਹ ਸਰਕਾਰ ਨੂੰ ਹੈ ਕਿ ਉਹਨੇ ਕੀ ਕਰਨਾ ਹੈ। ਫਾਈਲ ਬਣ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਕੇਜਰੀਵਾਲ ਦੇ ਟੇਬਲ ਤੇ ਚਲੇਗੀ ਕਿ ਇਸ ਬੰਦੇ ਨੂੰ 27 ਸਾਲ ਹੋ ਗਏ, ਜੇਲ੍ਹ 'ਚ ਇਹਦੀ ਨੇਕ ਚਾਲ ਚੱਲਣੀ ਹੈ, ਬਾਕੀ ਸਰਕਾਰ ਦਾ ਹੁਕਮ ਹੈ। ਤੇ ਸਰਕਾਰ ਨੇ ਹੁਕਮ ਕੀ ਕੀਤਾ, ਮੁੱਖ ਮੰਤਰੀ ਨੇ, ਕਿ ਇਹ ਬਹੁਤ ਖਤਰਨਾਕ ਵਿਅਕਤੀ ਹੈ, ਇਹਦੇ ਤੋਂ ਦੇਸ਼ ਨੂੰ ਖਤਰਾ ਆ, ਇਹਦੇ ਤੋਂ ਦਿੱਲੀ ਨੂੰ ਬਹੁਤ ਖਤਰਾ ਆ, ਇਹਨੂੰ ਜੇਲ੍ਹ 'ਚੋਂ ਰਿਹਾ ਨਹੀਂ ਕੀਤਾ ਜਾ ਸਕਦਾ। ਤੇ ਮੈਂ ਤੇ ਇੱਥੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਰੋਜ਼ ਹੀ ਅਰਦਾਸਾਂ ਕਰਦੇ ਜੇ ਤੇ ਗੱਲਾਂ ਕਰਦੇ ਜੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਤੇ ਜੇ ਇੱਕ ਸਾਡਾ ਉਹ ਜਿਹੜਾ ਫਾਂਸੀ ਦੇ ਤਖਤੇ ਤੋਂ ਮੁੜ ਕੇ ਆਇਆ, ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀਗੀ, ਤੇ ਫਾਂਸੀ ਦੇ ਤਖਤੇ ਤੋਂ ਮੁੜ ਕੇ 27 ਸਾਲ ਉਹਨੇ ਕੱਟ ਲਈ ਹੈ, ਤੇ ਕਾਹਦੀ ਜ਼ਿੰਦਗੀ ਰਹਿ ਗਈ ਹੈ? ਮਾਨਸਿਕ ਤੌਰ ਤੇ ਉਹ ਰੋਗੀ ਹੈ। ਤੇ ਜੇ ਅੱਜ ਉਹ ਘਰੇ ਆਜੂ, 27 ਸਾਲਾਂ ਬਾਅਦ ਇੰਨੀਆਂ ਸਜ਼ਾਵਾਂ ਉਹਨੇ ਕੱਟ ਲੀਆਂ, ਤੇ ਉਹਦੇ ਉੱਤੇ ਜੇ ਕੇਜਰੀਵਾਲ ਕਹਿੰਦਾ ਕਿ ਖਤਰਨਾਕ ਹੈ, ਤੇ ਫਿਰ ਤੇ ਰੱਬ ਹੀ ਰੱਖਣਾ। ਅੱਜ ਪੰਜਾਬ ਦੇ ਹਾਲਾਤ ਨਾਰਮਲ ਨੇ, ਉਹਦੀ ਰਿਹਾਈ ਹੋਣੀ ਚਾਹੀਦੀ ਹੈ ਨਾ। ਉਹ ਵਿਚਾਰੇ ਕੋਈ, ਉਹਨਾਂ ਨੇ ਘਰ ਵਾਸਤੇ ਤਾਂ ਕੋਈ ਕ੍ਰਾਈਮ ਨਹੀਂ ਕੀਤਾ, ਉਦੋਂ ਪੋਲੀਟੀਕਲ ਹਾਲਾਤਾਂ ਕਰਕੇ ਉਹਨਾਂ ਨੂੰ ਇਸ ਪਾਸੇ ਤੁਰਨਾ ਪਿਆ, ਸ਼ਿਕਾਰ ਹੋਏ, ਉਹ ਜਜ਼ਬਾਤ ਉਹਨਾਂ ਦੇ ਭੜਕੇ ਸੀਗੇ, ਸਜ਼ਾਵਾਂ ਭੁਗਤ ਲਈਆਂ, ਤੇ ਅੱਜ ਕੇਜਰੀਵਾਲ ਨੇ ਫਿਰ ਭੌਂਕ ਕੇ ਉਹਦੀ ਰਿਹਾਈ ਰੱਦ ਕਰਤੀ। ਮੈਂ ਤਾਂ ਕਹਿੰਦਾ ਲੋਕਾਂ ਨੂੰ ਕਿ ਭਾਈ ਇੱਥੇ ਕੋਈ ਆਉਂਦਾ ਆ, ਉਹਨੂੰ ਪੁੱਛੋ ਕਿ ਕੇਜਰੀਵਾਲ ਅੱਜ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਤੇ ਹੁਕਮ ਜਾਰੀ ਕਰ ਦੇ, ਮੈਂ ਵੀ ਵੋਟ ਪਾ ਦੂੰਗਾ। ਬਲਟੂਆ ਸਾਹਿਬ, ਮੇਰਾ ਆਖਰੀ ਸਵਾਲ ਹੈ, ਇਹ ਬਹੁਤ ਸੰਖੇਪ ਸ਼ਬਦਾਂ 'ਚ ਤੁਹਾਡਾ ਰਿਐਕਸ਼ਨ ਚਾਹੁੰਦੀ ਆ। ਕਿਸਾਨਾਂ ਦੀ ਪਾਰਟੀ, ਕਿਸਾਨਾਂ ਦੀ ਖੇਤਰੀ ਪਾਰਟੀ, ਇਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨੇੜੇ ਰਿਹਾ। ਹੁਣ ਕਿਸਾਨ ਜਿਹੜੇ ਆਗੂ ਆ, ਮੋਰਚਾ ਜਿੱਤ ਕੇ ਆਏ ਦਿੱਲੀੋਂ, ਉਹਨਾਂ ਨੇ ਆ ਕੇ ਆਪਣੀ ਇੱਕ ਪਾਰਟੀ ਬਣਾ ਲਈ। ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਅਸੀਂ ਕਿਸਾਨਾਂ ਦੇ ਲਈ ਮੋਰਚਾ ਜਿੱਤ ਕੇ ਆਏ ਹਾਂ, ਤੇ ਕਿਸਾਨਾਂ ਦੀ ਹੁਣ ਆਪਣੀ ਪਾਰਟੀ ਆ, ਕਿਸਾਨ ਸਾਨੂੰ ਵੋਟਾਂ ਪਾਉਣ ਤੇ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ। ਕੀ ਲੱਗਦਾ ਹੈ, ਸ਼੍ਰੋਮਣੀ ਅਕਾਲੀ ਦਲ ਲਈ ਜਾਂ ਦੂਜੀਆਂ ਪਾਰਟੀਆਂ ਲਈ ਵੀ ਐਸਐਸਐਮ ਕਿਸ ਤਰ੍ਹਾਂ ਦੀ ਚੁਣੌਤੀ ਬਣ ਕੇ ਖੜਾ ਹੋ ਸਕਦਾ? ਰਮਨ, ਗੁੱਡੀ ਤੂੰ ਵੀ ਵੇਖਿਆ ਹੋਣਾ ਇੱਥੇ ਕਿਸਾਨ ਯੂਨੀਅਨ ਦਾ ਹਾਲ। ਮੈਂ ਕੋਈ ਉਹਨਾਂ ਦੇ ਵਿਰੁੱਧ ਨਹੀਂ ਗਾ, ਕਿਸਾਨੀ ਵਾਸਤੇ ਲੜਦੇ। ਇੱਥੇ ਪੰਜਾਬ 'ਚ ਰਾਜੇਵਾਲ ਵਰਗੇ ਮੇਰੇ ਖਿਆਲ 150 ਬੰਦੇ ਨੂੰ ਭਾਸ਼ਣ ਦਿੰਦੇ ਹੁੰਦੇ ਸੀ, ਧਰਨਾ ਦਿੱਤਾ ਹੁੰਦਾ ਸੀਗਾ, ਤੇ ਜੇ ਉੱਥੇ 1.5 ਲੱਖ ਜਾਂਦਾ ਰਿਹਾ, ਰਾਜੇਵਾਲ ਕਰਕੇ ਨਹੀਂ ਜਾਂਦਾ ਰਿਹਾ। ਜੇ ਮੋਰਚਾ ਲੱਗਾ ਸੀ ਯਾਰ, ਝਾਂਸੋ ਲੌਂਗੋਵਾਲ ਕਰਕੇ ਨਹੀਂ ਆਉਂਦੇ ਲੋਕੀ, ਕੌਮ ਦੀ ਇੱਜ਼ਤ ਦੀ ਖਾਤਰ ਆਉਂਦੇ ਸੀ, ਆਪਦੇ ਹੱਕਾਂ ਦੀ ਖਾਤਰ ਆਉਂਦੇ ਸੀ। ਤੁਸੀਂ ਤਾਂ ਪਤਾ ਨਹੀਂ ਉਦੋਂ ਪੈਦਾ ਵੀ ਹੋਏ ਕਿ ਨਹੀਂ ਹੋਏ 84 'ਚ, ਠੀਕ ਹੈ। ਉਦੋਂ ਜਿਹੜਾ ਮੋਰਚਾ ਲੱਗਾ ਸੀਗਾ, ਤੇ ਲੋਕੀ ਕੌਮ ਦੀ ਖਾਤਰ ਆਉਂਦੇ ਸੀ, ਪੰਜਾਬ ਦੀ ਖਾਤਰ ਆਉਂਦੇ ਸੀ, ਆਪਦੀ ਅਣਖ ਦੀ ਖਾਤਰ ਆਉਂਦੇ ਸੀ। ਤੇ ਹੁਣ ਵੀ ਲੋਕੀ ਆਪਣੇ ਹੱਕਾਂ ਲਈ ਲੜੇ, ਰਾਜੇਵਾਲ ਕਰਕੇ ਨਹੀਂ ਗਏ। ਤੇ ਰਾਜੇਵਾਲ ਦੀ ਤਾਂ ਸ਼ੁਰੂ ਤੋਂ ਹੀ ਇਹ ਸੀਗੀ। ਰਾਜੇਵਾਲ ਤਾਂ ਬੜੇ ਚਿਰ ਦਾ ਚਾਹੁੰਦਾ ਕਿ ਮੈਂ ਇਲੈਕਸ਼ਨ ਲੜਾਂ, ਰਾਜਨੀਤੀ 'ਚ ਫਿੱਟ ਹੋਵਾਂ। ਉਹਨੇ ਵੇਖ ਲਿਆ ਜਮੇਰ ਸਿੰਘ ਲੱਖੋਵਾਲ ਨੂੰ, ਤੇ ਜਮੇਰ ਸਿੰਘ ਲੱਖੋਵਾਲ ਹੋਰੀ ਜਦੋਂ ਕਿਸਾਨ ਯੂਨੀਅਨ 'ਚ ਹੁੰਦੇ ਸੀ ਉਦੋਂ ਕੁਝ ਹੋਰ ਹੁੰਦੇ ਸੀ, ਤੇ ਜਦੋਂ ਮੰਡੀ ਬੋਰਡ ਦੇ ਚੇਅਰਮੈਨ ਬਣ ਗਏ ਤੇ ਉਹ ਰੱਬ ਬਣ ਕੇ ਬਹਿ ਗਏ ਸੀਗੇ। ਬਾਦਲ ਸਾਹਿਬ ਨੇ ਏਡਾ ਵੱਡਾ ਮਾਣ ਦਿੱਤਾ,
ਤੇ ਜਿਸ ਤਰ੍ਹਾਂ ਦੇ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਸਾਨੂੰ ਤਾਂ ਪਤਾ ਆ। ਬਾਦਲ ਸਾਹਿਬ ਬਰਦਾਸ਼ਤ ਕਰਦੇ ਰਹੇ ਉਹਦੇ ਬਾਵਜੂਦ ਵੀ ਕਿਸਾਨ ਆਗੂ ਯਾਰ ਕੋਈ ਗੱਲ ਨਹੀਂ, ਬਾਦਲ ਸਾਹਿਬ ਨੇ ਤੇ ਬੜਾ ਮਾਣ ਦਿੱਤਾ। ਇਸੇ ਤਰ੍ਹਾਂ ਜਿਹੜੇ ਇਹ ਲੋਕ ਨੇ ਨਾ, ਇਹਨਾਂ ਦੀ ਇੱਛਾ ਜਿਹੜੀ ਆ ਵੇਖ ਕੇ ਵੀ ਬੜਾ ਯਾਰ ਆ ਤਾਂ ਸਾਰੀ ਸ਼ਾਇਦ ਸਾਰੀ ਜਨਤਾ ਹੀ ਸਾਡੇ ਮਗਰ ਹੈ। ਲੋਕ ਪਾਰਟੀਆਂ ਨਾਲ ਭੱਜੇ ਹੈਗੇ ਨੇ ਲੋਕ ਜਿਹੜੇ ਵੋਟ ਪਾਉਣਗੇ, ਕਿ ਜਿਨ੍ਹਾਂ ਨੇ ਇੱਕ ਤਰ੍ਹਾਂ ਦਾ ਪਰਨ ਜਿਹਾ ਕੀਤਾ ਵੀ ਜੋ ਕਿਸਾਨੀ ਮਤਲਬ ਜਥੇਬੰਦੀਆਂ ਫੈਸਲਾ ਕਰਨਗੇ ਅਸੀਂ ਵੋਟ ਪਾਵਾਂਗੇ। ਬਹੁਤ ਵਿਰਲਾ ਬਹੁਤ ਵਿਰਲਾ। ਤੇ ਟਿਕਟਾਂ ਕਿਹਨਾਂ ਦੇਣ ਡੇ ਜਿਨ੍ਹਾਂ ਦੇ ਇੱਥੇ ਮੇਰਾ ਖਿਆਲ ਘਰ ਦੇ ਵੀ ਨਹੀਂ ਵੋਟਾਂ ਪਾਉਂਦੇ। ਸਾਡੇ ਜਿਹਨੂੰ ਇੱਥੇ ਟਿਕਟ ਦਿੱਤੀ ਹੈ ਮੇਰਾ ਖਿਆਲ ਉਹਦੇ ਟੱਬਰ ਦੀਆਂ ਵੋਟਾਂ ਵੀ ਨਹੀਂ ਉਹਨੂੰ ਪੈਂਦੀਆਂ। ਹਾਂਜੀ, ਤੇ ਉਹਨੂੰ ਸਿਆਸਤ ਦਾ ਊੜਾ ਵੀ ਨਹੀਂ ਆਉਂਦਾ। ਇਹ ਕਹਿੰਦੇ ਅਸੀਂ ਪੰਜਾਬ ਦੀ ਸਿਆਸਤ ਬਦਲਣੀ ਹੈ, ਇਸ ਤਰ੍ਹਾਂ ਹੀ ਹੋਰ ਥਾਈਂ ਦਿੱਤੀਆਂ ਨੇ। ਇਸ ਕਰਕੇ ਜਿਹੜਾ ਹੈ ਡਰਾਮੇਬਾਜ਼ੀ ਨਹੀਂ ਸਿਆਸਤ ਬੜੇ ਸੰਜੀਦਾ ਆ, ਬੜੇ ਵਿਜ਼ਨ ਦੀ ਲੋੜ ਹੈ ਇੱਥੇ ਲਿਆਕਤ ਦੀ ਲੋੜ ਹੈ, ਇੱਥੇ ਅਗਵਾਈ ਕਰਨ ਦੀ ਤੁਹਾਡੇ 'ਚ ਪ੍ਰੌੜਤਾ ਚਾਹੀਦੀ ਹੈ, ਲੀਡਰਸ਼ਿਪ ਕੁਆਲਿਟੀ ਚਾਹੀਦੀ ਹੈ, ਫਿਰ ਸਿਆਸਤਾਂ ਚੱਲਦੀਆਂ। ਫਿਰ ਹੰਨੇ ਉੱਥੇ ਜਾ ਕੇ ਕਹਿ ਦਿਓ ਜੀ ਜੀਤਾ ਪਕੌੜਿਆਂ ਵਾਲਾ ਜੀ ਤੇ ਫਲਾਣਾ ਜੁੱਤੀਆਂ ਵਾਲਾ ਜੀ ਤੇ ਫਲਾਣਾ ਕੀ ਕਹਿੰਦੇ ਗੋਲ ਗੱਪਿਆਂ ਵਾਲਾ ਜੀ। ਇਸ ਤਰ੍ਹਾਂ ਸਿਆਸਤਾਂ ਨਹੀਂ ਚੱਲਦੀਆਂ। ਕਿਸਾਨ ਦੇਖੋ, ਇੱਕ ਮੈਂ ਦੱਸਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਾਲ ਕਿਸਾਨਾਂ ਦੀ ਜਥੇਬੰਦੀ ਕਿਉਂ, ਕਿਸਾਨਾਂ ਦੀ ਕੀ ਖਦਸ਼ਾ ਸੀਗਾ ਕਿਸਾਨਾਂ ਨੂੰ, ਵਿੱਚ ਮੈਂ ਵੀ ਕਿਸਾਨ ਹੀ ਹਾਂ। ਕੀ ਖਦਸ਼ਾ ਸੀਗਾ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਆ ਤੇ ਜਿਹੜਾ ਸਾਡਾ ਮੰਡੀਕਰਨ ਸਿਸਟਮ ਹੈ ਪੰਜਾਬ ਦਾ, ਸਰਕਾਰੀ ਮੰਡੀਕਰਨ ਸਿਸਟਮ ਜਿਹੜਾ ਕਿ ਬੜਾ ਵਧੀਆ, ਇਹ ਖਤਮ ਹੋ ਜੂ। ਪੰਜਾਬ ਦਾ ਮੰਡੀਕਰਨ ਸਿਸਟਮ ਕਿਤੇ ਸਟੱਡੀ ਕਰਿਆ ਜੇ, ਦੁਨੀਆ ਦੇ ਜਿਹੜੇ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ, ਸਭ ਤੋਂ ਬਿਹਤਰ, ਦੁਨੀਆ 'ਚ ਬੜੇ ਮੰਡੀਕਰਨ ਸਿਸਟਮ ਨੇ, ਪਰ ਜੇ ਸਭ ਤੋਂ ਬਿਹਤਰ ਮੰਡੀਕਰਨ ਸਿਸਟਮ ਹੈ ਪੂਰੀ ਦੁਨੀਆ ਦੇ ਵਿੱਚ ਉਹ ਪੰਜਾਬ ਦਾ ਹੈ। ਪੰਜਾਬ ਦਾ ਹੈ ਮੰਡੀਕਰਨ ਸਿਸਟਮ। ਉਹ ਮੰਡੀਕਰਨ ਸਿਸਟਮ ਦਿੱਤਾ ਕਿਹਨੇ? ਸਭ ਪ੍ਰਕਾਸ਼ ਸਿੰਘ ਬਾਦਲ ਨੇ। 12,000 ਪਿੰਡ ਹੈ ਤੇ 2205 ਮੰਡੀਆਂ ਹੈ, ਤੇ 2205 ਮੰਡੀਆਂ ਚੋਂ 95% ਮੰਡੀਆਂ ਜਿਹੜੀਆਂ ਸਭ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਵੇਲੇ ਬਣੀਆਂ। 2 ਕਿਲੋਮੀਟਰ ਇੱਧਰ ਨੂੰ ਚੱਲ ਜਾਓ, 2 ਕਿਲੋਮੀਟਰ ਇੱਧਰ ਨੂੰ ਚੱਲ ਜਾਓ, ਲਹਿੰਦੇ ਚੱਲ ਜਾਓ, ਚੜ੍ਹਦੇ ਚੱਲ ਜਾਓ, ਤੁਹਾਨੂੰ ਮੰਡੀ ਮਿਲ ਜਾਊ। ਬੱਚੇ ਨੂੰ ਟਰਾਲੀ ਪਾ ਕੇ ਮਗਰ ਟਰੈਕਟਰ ਤੇ ਬਿਠਾ ਕੇ ਕੱਲ੍ਹ ਦਿਓ ਮੰਡੀ 'ਚ ਚੱਲ ਜਾਂਦਾ ਹੈ ਤੇ ਜਿਣਸ ਵੇਚ ਕੇ ਵਾਪਸ ਆ ਜਾਂਦਾ ਹੈ। ਖਰੀਦ ਦਾ ਜਿਹੜਾ ਕੰਮ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੇ, ਉਸ ਸਮੇਂ ਸਾਂਝਾ ਪੰਜਾਬ ਸੀਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਡਾ ਪੰਜਾਬ ਹੈ, ਇੱਥੇ MSP ਦਿਓ, ਇੱਥੇ ਘੱਟੋ ਘੱਟ ਸਮਰਥਨ ਮੁੱਲ ਮਿਥੋ, ਤੇ ਉਸ ਸਮੇਂ ਦਾ ਜਿਹੜਾ MSP ਦਵਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ, ਭਾਵੇਂ ਉਸ ਸਮੇਂ ਸੈਂਟਰ 'ਚ ਕਾਂਗਰਸ ਦੀ ਸਰਕਾਰ ਸੀਗੀ। ਜਿਹੜਾ ਆ ਟਿਊਬਲ ਕਨੈਕਸ਼ਨ ਨੇ ਜਿਹਦੇ ਨਾਲ ਪੰਜਾਬ 'ਚ ਲਹਿਰਾਂ ਬਹਿਰਾਂ ਹੋਈਆਂ ਨੇ, ਇਹ 90% ਤੋਂ ਵੱਧ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤੇ ਆ। ਜੇ ਅੱਜ ਪੰਜਾਬ 'ਚ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਪਾਵਰ ਸਰਪਲਸ ਹੈ, ਇਹ ਸਭ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਸੁਖਬੀਰ ਸਿੰਘ ਬਾਦਲ ਦੀ ਦੇਣ ਹੈ। ਇਸ ਕਰਕੇ ਜਿਹੜੇ ਆ ਕਿਸਾਨੀ ਦੇ ਵਾਸਤੇ ਜੇ ਬੰਬੀਆਂ ਦੇ ਬਿੱਲ ਮਾਫ ਕੀਤੇ, ਅੱਜ ਹਰੇਕ ਕਿਸਾਨ ਕੋਲ ਇੱਕ ਬੰਬੀ ਜ਼ਰੂਰ ਹੈਗੀ ਹੈ, ਛੋਟੇ ਤੋਂ ਛੋਟੇ ਕੋਲੇ ਵੀ, ਤੇ 15 ਹਾਰਸ ਪਾਵਰ ਦੀ ਹੈ। ਇੱਕ ਹਾਰਸ ਪਾਵਰ ਦਾ ਰੇਟ ਕੀ ਹੈ? 300 ਰੁਪਈਆ, ਤੇ 15 30 45 4,500 ਰੁਪਈਆ ਜਿਹੜਾ ਉਹਦੀ ਜੇਬ ਚੋਂ ਨਿਕਲ ਕੇ ਬਿਜਲੀ ਬੋਰਡ ਨੂੰ ਜਾਣਾ ਸੀ, ਜੇ ਨਹੀਂ ਨਿਕਲਦਾ ਤਾਂ ਸਭ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਨਹੀਂ ਨਿਕਲਦਾ। ਮਾਲੀਆ ਮਾਫ ਕੀਤਾ ਮਾਮਲਾ, ਜਿਹੜਾ ਰੈਵਨਿਊ ਟੈਕਸ ਸੀਗਾ, ਜਿਹੜਾ ਜ਼ਮੀਨ ਤੇ ਲੱਗਦਾ ਸੀਗਾ, ਫਸਲ ਤੇ ਲੱਗਦਾ ਸੀਗਾ, ਉਹ 1997 ਸਭ ਪ੍ਰਕਾਸ਼ ਸਿੰਘ ਬਾਦਲ ਨੇ ਮਾਫ ਕੀਤਾ ਕਿਸਾਨੀ ਦਾ। ਇਸ ਕਰਕੇ ਕਿਸਾਨਾਂ ਦੀ ਪਾਰਟੀ ਕਹਿੰਦੇ ਅਸੀਂ ਕੀਤਾ ਆ, ਅਸੀਂ ਕਰਕੇ ਦਿਖਾਇਆ ਆ। ਨਿੰਦਰ ਨੂੰ ਤੇ ਲੋਕੀ ਇੱਥੇ ਰੱਬ ਨੂੰ ਵੀ ਨਿੰਦੀ ਜਾਂਦੇ ਆ, ਗਾਲਾਂ ਵੀ ਕੱਢਦੇ ਰੱਬ ਨੂੰ, ਇਸ ਕਰਕੇ ਕੱਢੀ ਜਾਣ, ਕੋਈ ਗੱਲ। ਬਲਟੋਹਾ ਸਾਹਿਬ, ਸਮਾਂ ਬਹੁਤ ਹੋ ਗਿਆ। ਮੈਂ ਇਹ ਬਜਾਏ ਇਸ ਦੇ ਕਿ ਲੰਬੀ ਚੌੜੀ ਭੂਮਿਕਾ ਨਾਲ ਇਸ ਇੰਟਰਵਿਊ ਦਾ ਅੰਤ ਕਰਾਂ, ਉਹ ਲੋਕ ਜਿਹੜੇ ਪਰੇਸ਼ਾਨ ਹੋ ਚੁੱਕੇ ਆ ਇੰਨੇ ਕਨਫਿਊਜ਼ਨ ਦੇ ਵਿੱਚ, ਉਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ, ਅਸੀਂ ਪਰੇਸ਼ਾਨ ਆ, ਇਹ ਲੋਕ ਸੱਤਾ ਚਾਹੁੰਦੇ ਆ, ਸਰ ਕੁਝ ਹੋਰ ਬਣ ਜਾਂਦੇ ਆ। ਉਹਨਾਂ ਨੂੰ ਆਪਦੇ ਇਲਾਕੇ ਦੇ ਲੋਕਾਂ ਨੂੰ ਕਿਹੜਾ ਇੱਕ ਖਾਸ ਤੇ ਇੰਪੋਰਟੈਂਟ ਵਾਅਦਾ ਦਓਗੇ ਜਿਹਦੇ ਨਾਲ ਉਹ ਤੁਹਾਨੂੰ ਵੋਟ ਜ਼ਰੂਰ ਪਾਉਣ? ਦੇਖੋ, ਮੈਂ ਤੇ ਇੱਕੋ ਗੱਲ ਹੈ ਕਿ ਜੇ ਮੇਰੀ ਕਰਤੂਤ ਪਹਿਲੋਂ ਚੰਗੀ ਸੀ ਤੇ ਮੈਨੂੰ ਵੋਟ ਪਾਇਆ ਜੀ। ਜੇ ਮੈਂ ਇਲਾਕੇ ਦੀ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਆ, ਤੇ ਜੇ ਮੈਂ ਇਲਾਕੇ 'ਚ ਪਿਆਰ ਨਹੀਂ ਵੰਡਦਾ, ਜੇ ਇਲਾਕੇ ਦੇ ਹਰੇਕ ਪਰਿਵਾਰ ਦੇ ਨਾਲ ਮੇਰੀ ਸਾਂਝ ਨਹੀਂ, ਜੇ ਇਲਾਕੇ ਦਾ ਮੈਂ ਦੁੱਖ ਸੁੱਖ ਦਾ ਭਾਈਵਾਲ ਨਹੀਂ, ਜੇ ਇਲਾਕੇ 'ਚ ਕਿਸੇ ਨੂੰ ਮੇਰੀ ਲੋੜ ਪਈ ਹੈ, ਅੱਧੀ ਰਾਤ ਵੇਲੇ ਵੀ ਪਈ ਹੈ, ਤਾਂ ਮੈਂ ਹਾਜ਼ਰ ਨਹੀਂ ਹੋਇਆ ਜਾਂ ਉਹਦੀ ਗੱਲ ਨਹੀਂ ਸੁਣੀ, ਤੇ ਜੇ ਮੈਂ ਇਲਾਕੇ ਵਾਸਤੇ ਕੁਛ ਨਹੀਂ ਕੀਤਾ ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਏ।
ਜੇ ਮੈਂ ਕੀਤਾ ਹੈ, ਜਿਹੜੇ ਮੈਂ ਕੰਮ ਗਣਾਇਆ, ਜਿਹਦੇ ਬਹੁਤ ਘੱਟ ਗਣਾਏ ਆ, ਜੀ ਇੰਨਾ ਕੁਝ ਕੀਤਾ ਆ, ਇੱਥੇ ਹੁੰਦਾ ਹੀ ਕੱਖ ਨਹੀਂ ਸੀ, ਜੀ ਇਸ ਏਰੀਏ 'ਚ ਹੈ ਹੀ ਕੱਖ ਨਹੀਂ ਸੀਗਾ। ਜੀ ਮੈਂ ਉਹ ਕੁਝ ਕਰਕੇ ਦਿਖਾਇਆ ਤੇ ਅੱਜ ਲੋਕੀ ਯਾਦ ਕਰਦੇ ਆ। ਠੀਕ ਹੈ, 2017 'ਚ ਇੱਕ ਹਵਾ ਚੱਲ ਗਈ, ਲੋਕੀ ਉਸ ਧੋਖੇ ਦਾ ਸ਼ਿਕਾਰ ਹੋ ਗਏ, ਜੀ ਪਰ ਅੱਜ ਲੋਕੀ ਜਿਹੜੇ ਨੇ ਭੌਂਕੇ ਜੇ ਮੈਨੂੰ ਕਰਦੇ ਨੇ ਕਿ ਮੈਂ ਮੈਨੂੰ ਕੋਈ ਪੰਜਾਬੀ 'ਚ ਕਹਿੰਦੇ ਲੂਲਾਂ ਨਹੀਂ ਲੱਗੀਆਂ, ਮੈਂ ਨਿਹੰਗ ਜਿਹਾ ਬੰਦਾ ਆ ਜੀ ਤੇ ਲੋਕਾਂ 'ਚ ਪਰਿਵਾਰ ਵਾਂਗ ਵਿਚਰਦਾ ਆ ਜੀ ਤੇ ਲੋਕੀ ਮੈਨੂੰ ਪਿਆਰ ਕਰਦੇ ਆ। ਮੈਂ ਤੇ ਇਹੋ ਜਿਹਾ ਬੰਦਾ ਕਿ ਮੈਨੂੰ ਕਿਸੇ ਮਾਤੜ ਨੇ ਫੋਨ ਕਰਤਾ ਆ, ਉਹਦੀ ਮੈਂ ਸੁਣਦਾ, ਮੈਨੂੰ ਪੁੱਛਦਾ ਨਹੀਂ ਤੂੰ ਕੌਣ ਬੋਲਦਾ ਹੈ, ਜੀ ਜਾਂ ਫਲਾਣੇ ਨਾਲ ਮੇਰੀ ਗੱਲ ਕਰਾ, ਉਹਦੀ ਸੁਣ ਕੇ ਮੈਂ ਤੈਨੂੰ ਕਿ ਨਿੱਕੀ ਜੀ ਗੱਲ ਸੁਣਾਉਣਾ ਹੈ। ਜੀ ਗੱਲਾਂ ਇਹੋ ਜਿਹੀਆਂ ਬੜੀਆਂ ਨੇ, ਬੜੀਆਂ ਕਹਾਣੀਆਂ ਨੇ। ਜੀ ਮੈਂ ਐਮਐਲਏ ਸੀਗਾ ਤੇ ਮੈਨੂੰ ਕਿਸੇ ਦਾ ਫੋਨ ਆਇਆ ਜੀ, ਅੱਜ ਇੱਕ ਮਾਤੜ ਜਿਹਾ ਬੰਦਾ ਆ, ਇਹਦੇ ਨਾਲ ਗੱਲ ਕਰਿਆ ਜੀ। ਜੀ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਉਹਦਾ ਹਿਸਾਬ ਤਾਂ ਲਾ ਲਿਆ ਵੀ ਅਨਪੜ੍ਹ ਜਿਹਾ ਬੰਦਾ ਆ, ਕੋਈ ਜਿਵੇਂ ਆਮ ਪਿੰਡਾਂ ਦੇ ਲੇਮੈਨ ਜਿਹੇ ਹੁੰਦੇ, ਜੀ ਉਹਦੇ ਲਈ ਜੇ ਤੋਂ ਪਤਾ ਲੱਗ ਗਿਆ। ਤੇ ਮੈਨੂੰ ਕਹਿੰਦਾ ਵਿਰਸਾ ਹੋ ਜੀ, ਮੈਂ ਮੋਚੀ ਤੋਂ ਜੁੱਤੀ ਖੜੀ ਸੀ ਕੱਲ, ਜੀ ਤੇ ਜੁੱਤੀ ਸਾਡੇ ਕੰਮ ਦੀ ਨਹੀਂ ਨਿਕਲੀ, ਅੱਛਾ ਜੀ ਤੇ ਮੈਂ ਅੱਜ ਮੋਚੀ ਨੂੰ ਮੋੜਨਾ ਆਇਆ, ਮੇਰੀ ਜੁੱਤੀ ਨਹੀਂ ਮੋੜਦਾ। ਜੀ ਹੁਣ ਸਵਾਲ ਬੜਾ ਉਹਦੇ ਵਾਸਤੇ ਉਹੀ ਜਿਹੜਾ ਆ ਵੱਡਾ ਮਸਲਾ ਸੀਗਾ। ਜੀ ਜੀ ਤੇ ਮੈਂ ਕਿਹਾ ਯਾਰ ਮੋਚੀ ਨਾਲ ਗੱਲ ਕਰਾ ਦੇ। ਜੀ ਉਹਨੇ ਮੋਚੀ ਦੇ ਕੰਨ ਨੂੰ ਲਾਤਾ। ਮੈਂ ਇਹਨੂੰ ਕਿਹਾ ਵੀ ਭਰਾ ਕੀ ਮਸਲਾ? ਆਂਦਾ ਜੀ ਕੱਲ ਜੁੱਤੀ ਲੈ ਕੇ ਗਿਆ, ਅੱਜ ਮੋੜਨਾ ਗਿਆ। ਤੇ ਮੈਂ ਕਿਹਾ ਯਾਰ ਮੋੜ ਲੈ। ਜੀ ਆਂਦਾ ਫਿਰ ਇਸ ਤਰ੍ਹਾਂ ਤਾਂ ਮੈਂ ਰੋਜ਼ ਮੋੜਨ ਤੇ ਰਹੂੰਗਾ ਜੀ, ਇੱਥੇ ਤਾਂ ਲੋਕੀ ਲੈ ਜਾ ਕਰਨਗੇ, ਵਿਆਹ ਵੀ ਵੇਖ ਕੇ ਆਣ ਕੇ ਫਿਰ ਮੋੜ ਜਾ ਕਰਨਗੇ। ਫੋਨ ਕਰਵਾ ਦਿਆ ਕਰਨ। ਹਾਂਜੀ, ਨਹੀਂ ਵਿਆਹ ਵੀ ਵੇਖ ਕੇ ਆਣ ਕੇ ਮੁੜ ਜਾਇਆ ਕਰਨਗੇ। ਮੈਂ ਕਿਹਾ ਯਾਰ ਮੈਂ ਜੋ ਹਿਸਾਬ ਤਾਂ ਲਾਇਆ, ਇਹ ਬੰਦਾ ਪਰੇਸ਼ਾਨ ਆ, ਜੀ ਤੇ ਤੂੰ ਮੇਰੇ ਖਾਤੇ 'ਚ ਪਾ ਦੇ ਜਿਹੜੇ ਪੈਸੇ ਤੇਰੇ ਬਣਦੇ ਆ, ਇਹਦੀ ਜੁੱਤੀ ਮੋੜ ਲੈ। ਜੀ ਉਹ ਕਹਿੰਦੇ ਨਹੀਂ ਪੈਸੇ ਪੂਸਿਆਂ ਦੀ ਗੱਲ ਨਹੀਂ, ਤੁਸੀਂ ਕਹਿਤਾ ਆ ਤੇ ਜੁੱਤੀ ਵਾਪਸ ਹੋ ਗਈ। ਜੀ ਉਸ ਬੰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਰੌਲਾ ਪਾਇਆ ਕਿ ਬਲਟੋਆ ਸਾਨੂੰ ਮੇਰਾ ਮਤਲਬ ਇੱਕ ਨਹੀਂ, ਇਹੋ ਜਿਹੇ ਬੜੇ ਹੀ ਹੈ, ਬਹੁਤ ਕੇਸ ਹੈ। ਜੀ ਹਾਂਜੀ, ਮਤਲਬ ਜਿਹੜੀਆਂ ਇਹੋ ਜਿਹੀਆਂ ਕਹਾਣੀਆਂ ਨੇ, ਫਿਰ ਸੌ ਬਲਟੋਆ ਇਹੋ ਜਿਹਾ ਬੰਦਾ ਹੈ। ਜੀ ਤੇ ਮੈਂ ਤਾਂ ਕਹਿੰਦਾ ਕਿ ਜੇ ਭਾਈ ਮੈਂ ਇਹੋ ਜਿਹਾ ਹੈਗਾ, ਮੈਂ ਤੁਹਾਨੂੰ ਇਹ ਗੱਲ ਦੱਸਦਾ ਜੀ, ਮੈਂ ਤਾਂ ਕਹਿੰਦਾ ਹੁੰਦਾ ਜੇ ਘਰ ਵਾਲੀ ਤੋਂ ਕਿਤੇ ਚਾਹ ਬਣਾਉਣੀ ਹੋਵੇ ਨਾ, ਉਹਨੂੰ ਵੀ ਲੱਭਦਿਆਂ ਭਾਊ ਨੂੰ ਵਾਜਾਂ ਵੂਜਾਂ ਮਾਰਦਿਆਂ ਕਰਮ ਵਾਲੀਏ ਕਿੱਥੇ ਆ, ਉਹ ਟਾਈਮ ਲੱਗ ਜਾਂਦਾ। ਵਿਰਸਾ ਹੁਣ ਲੱਭਣਾ 1 ਮਿੰਟ ਦਾ ਕੰਮ ਹੈ। ਆ ਲੱਭਦੇ ਕਿ ਨਹੀਂ ਲੱਭਦਾ ਮੈਂ ਹੈ 1 ਮਿੰਟ 'ਚ, ਅੱਧੀ ਰਾਤ ਵੇਲੇ ਵੀ ਲੋੜ ਪੈਂਦੀ ਹੈ। ਤੇ ਕਈਆਂ ਦਾ ਇਹ ਵੀ ਹੋ ਜਾਂਦਾ ਵੀ ਸੁੱਤਿਆਂ ਪਿਆ ਵੈਸੇ ਹੀ ਮੇਰਾ ਨੰਬਰ ਲੱਗ ਜਾਂਦਾ, ਉਹ ਵੱਜੀ ਜਾਂਦਾ ਰਹਿੰਦਾ ਆ। ਤੇ ਮੈਂ ਫਿਰ ਭੌਂ ਕੇ ਸੁੱਤਾ ਪਿਆ ਉੱਠ ਕੇ ਫੋਨ ਕਰਦਾ, ਭਾਈ ਤੇਰਾ ਫੋਨ ਆਇਆ, ਉਹ ਤਾਂ ਮੈਂ ਤਾਂ ਕੀਤਾ ਨਹੀਂ ਗਾ ਜੀ, ਆਪੇ ਲੱਗ ਗਿਆ। ਹੁਣ ਮੇਰਾ ਨੰਬਰ ਅਖੀਰ ਜੇ ਤੇ 20 ਸ਼ਬਦ ਅਖੀਰ ਤੇ ਆਉਂਦਾ ਆ, ਉਹ ਕਿਸ ਨਾ ਕਿਸ ਤਰ੍ਹਾਂ ਨੱਪਿਆ ਜਾਂਦਾ ਆ। ਕਈਆਂ ਦਾ ਤਾਂ ਕਈ ਵਾਰ ਤਾਂ ਮੇਰੇ ਨਾਲ ਇਸ ਤਰ੍ਹਾਂ ਦਾ ਵੀ ਹੁੰਦੀ ਹੈ। ਇਸ ਕਰਕੇ ਇਹ ਨਹੀਂ ਕਿ ਇੱਕ ਸ਼ੌਂਕ ਅੰਦਰੋਂ, ਇੱਕ ਚਾਹ ਹੈ ਅੰਦਰੋਂ, ਇੱਕ ਇਹ ਹੁੰਦੀ ਹੈ ਕਿ ਯਾਰ ਆਪਣੇ ਕਿਤੇ ਲਾਂਭਾ ਨਾ ਦੇਣ। ਇਸ ਕਰਕੇ ਤਨਦੇਹੀ ਦੇ ਨਾਲ ਮਨੋ ਸਿਆਸਤ ਕੀਤੀ ਆ, ਕੋਈ ਸਿਆਸਤ ਕੋਈ ਕਿੱਤਾ ਬਣਾ ਕੇ ਨਹੀਂ ਕੀਤੀ। ਬਹੁਤ ਬਹੁਤ ਸ਼ੁਕਰੀਆ ਬਲਟੋਹਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਸਨ ਵਿਰਸਾ ਸਿੰਘ ਬਲਟੋਹਾ ਜੀ। ਹੁਣ ਮੈਂ ਲੰਬੀ ਚੌੜੀ ਭੂਮਿਕਾ ਦੇ ਨਾਲ ਸਮਾਪਤੀ ਨਹੀਂ ਕਰਦੀ। ਇਹਨਾਂ ਨੇ ਆਪਣਾ ਵਿਜ਼ਨ, ਆਪਣਾ ਸਾਰਾ ਉਦੇਸ਼ ਦੱਸ ਦਿੱਤਾ ਹੋਇਆ ਤੇ ਲੋਕ ਹੁਣ ਫੈਸਲਾ ਕਰਨਗੇ ਕਿ ਇਹਨਾਂ ਨੂੰ ਵਾਪਸ ਜਿਹੜਾ ਸੱਤਾ ਦੇ ਵਿੱਚ ਲੈ ਕੇ ਆਉਣਾ ਜਾਂ ਫਿਰ ਨਹੀਂ, ਜਾਂ ਫਿਰ ਇਦਾਂ ਹੀ ਇਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਮਾਝੇ ਦੇ ਕਿਸੇ ਹੋਰ ਦਿੱਗਜ ਨੇਤਾ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ।